बी सोशल वेख रहे सारे दर्शकों का मैं गुरदीप गरेवाल स्वागत करती हूँ। तुहानू सारिਆਂ ਨੂੰ प्यार भरी सत श्री अकाल। उम्मीद है ठीक ठाक होवोगे। गल ते गल प्रोग्राम के इस एपीसोड के विच अज असीं गल करांगे सियालां दी खुराक बारे ते मेरे नाल होणगे रुपिंदर संधू। सत श्री अकाल भैण। सत श्री अकाल गुरदीप, की हाल चाल है? वधिया। पहला मैनूं ये दसो भी सियाल ऑलमोस्ट हुण आपां कह सकते हैं कि जोरां शोरां ते आ, ठंड वध गई आ, दो तीन तीन कोटियां पाउण वाला मौसम चल रहा। पर सियालां दी जिहड़ी मैनूं सब तो ज़्यादा गल अट्रैक्ट करदी हुंदी है ਉਹ ਹੁੰਦਾ ਵੀ ਸਿਆਲਾਂ ਦਾ ਖਾਣ ਪੀਣ। ਤੇ ਖਾਣ ਪੀਣ ਦੇ ਵਿੱਚ ਮੈਨੂੰ ਲੱਗਦਾ ਕਿ ਕੋਈ ਉਹ ਘਰ ਪੰਜਾਬ ਦਾ ਹੋਣਾ ਜਿੱਥੇ ਸਾਗ ਨਾ ਬਣਦਾ ਹੋਵੇ ਤੇ ਉਹ ਸਾਗ ਜਿਹੜਾ ਦੋ ਹਫ਼ਤੇ ਜਾਂ ਹਫ਼ਤਾ ਸਾਡੀਆਂ ਫਰਿੱਜਾਂ 'ਚ ਪਿਆ ਰਹਿੰਦਾ। ਬਿਲਕੁਲ, ਮਤਲਬ ਇਹ ਹੁੰਦਾ ਵੀ ਕਈ ਵਾਰੀ ਤਾਂ ਲੋਕ ਇਹ ਵੀ ਕਹਿ ਦਿੰਦੇ ਆ ਵੀ ਜਿੰਨਾ ਚਿਰ ਢਿੱਡ ਨਹੀਂ ਹਰਾ ਹੁੰਦਾ ਸਾਗ ਆ ਜਿਹੜਾ ਘਰ ਚੋਂ ਨਹੀਂ ਜਾਂਦਾ। ਹਾਂ ਬਿਲकुल। ਤੇ ਸੋਸ਼ਲ ਮੀਡੀਆ ਦੇ ਉੱਪਰ ਵੀ ਇਹਨਾਂ ਚੀਜ਼ਾਂ ਨੂੰ ਲੈ ਕੇ ਅਗਰ ਕਿਸੇ ਦੇ ਘਰੇ ਸਾਗ ਬਣਿਆ, ਮੱਕੀ ਦੀ ਰੋਟੀ ਬਣਿਆ, ਰੋਟੀ ਖਾਣ ਲੱਗੇ ਨੇ ਤਾਂ ਪਹਿਲਾਂ ਉਹ ਕੀ ਕਰਦੇ ਨੇ, ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ ਪਾਉਂਦੇ ਨੇ ਤੇ ਫਿਰ ਜਿਹੜੇ ਤੁਹਾਡੇ ਮੇਰੇ ਵਰਗੇ ਥੱਲੇ ਸਵਾਦ ਨੇ ਸਾਡਾ ਵੀ ਦਿਲ ਕਰਦਾ ਹੈ ਨਾ ਇੱਦਾਂ ਕਰਕੇ ਉਹ ਚੀਜ਼ਾਂ ਪਾਉਂਦੇ ਨੇ। ਤੇ ਕਈ ਲੋਕਾਂ ਜਿਨ੍ਹਾਂ ਦੇ ਮਤਲਬ ਸ਼ਹਿਰ ਦੇ ਜਿਹੜੇ ਲੋਕ ਨੇ ਜਾਂ ਫਿਰ ਜਿਹੜੇ ਮੈਟਰੋ ਸਿਟੀ ਦੇ ਲੋਕ ਨੇਗੇ ਉਹਨਾਂ ਦੇ ਘਰਾਂ 'ਚ ਆਮ ਸਾਗ ਨਹੀਂ ਬਣਦਾ ਹੈਗਾ ਤੇ ਉਹਨਾਂ ਦੇ ਲਈ ਇਹ ਗੱਲ ਬਹੁਤ ਵੱਡੀ ਹੁੰਦੀ। ਉਹ ਸਪੈਸ਼ਲ ਢਾਬਿਆਂ ਤੇ ਜਾਂਦੇ ਨੇ ਜਾਂ ਸਪੈਸ਼ਲ ਰੈਸਟੋਰੈਂਟਸ ਤੇ ਜਾਂਦੇ ਨੇ ਕਿ ਜਿੱਥੇ ਸਾਗ ਤੇ ਮੱਕੀ ਦੀ ਰੋਟੀ ਅਵੇਲੇਬਲ ਹੋਵੇ ਤੇ ਉਹ ਸਵਾਦ ਲੈ ਸਕਣ ਉਸ ਚੀਜ਼ ਦਾ, ਹੈ ਨਾ। ਹਾਂ, ਇਹੀ ਗੱਲ ਤੋਂ ਮੈਨੂੰ ਯਾਦ ਹੈ ਵੀ ਹੁਣੇ ਜੇ ਆਪਾਂ ਬਹੁਤ ਸਾਰੀਆਂ ਵੀਡੀਓਜ਼ ਦੇਖ ਰਹੇ ਹਾਂ ਵੀ ਮੋਹਾਲੀ ਦੇ ਵਿੱਚ ਇੱਕ ਬਹੁਤ ਬਜ਼ੁਰਗ ਬਾਬਾ ਜੀ ਨੇ ਜਿਹੜੇ ਸਿਰਫ ਸਾਗ ਤੇ ਮੱਕੀ ਦੀ ਰੋਟੀ ਬਣਾਉਂਦੇ ਨੇ, ਹੈ ਨਾ। ਤੇ ਬਹੁਤ ਸਾਰੇ ਲੋਕ ਦੂਰੋਂ ਆਉਂਦੇ ਆ ਉਹਨਾਂ ਕੋਲ ਖਾਣ ਲਈ। ਬਿਲਕੁਲ। ਤੇ ਉਹਨਾਂ ਨੂੰ ਤਕਰੀਬਨ ਸਾਲ ਵੀ ਮਿਲਦਾ 20-25 ਸਾਲ ਹੋ ਗਏ ਨੇਗੇ ਤੇ ਉਹਨਾਂ ਦੀਆਂ ਅੱਗਿਓਂ ਨੋਹਾਂ ਸਾਰੇ ਮੁੰਡੇ ਉਹ ਇਸੇ ਬਿਜ਼ਨਸ ਦੇ ਵਿੱਚ ਲੱਗੇ ਹੋਏ ਨੇਗੇ ਸਾਗ ਮੱਕੀ ਦੀ ਰੋਟੀ ਬਣਾਉਣ ਦੇ ਵਿੱਚ, ਹੈ ਨਾ। ਤੇ ਇਹ ਵੀ ਕਿਹਾ ਜਾਂਦਾ ਵੀ ਇਹ ਜਿਹੜੀ ਖੁਰਾਕ ਆ ਨਾ ਬਿਲਕੁਲ ਫ੍ਰੀ ਦੀ ਆ, ਮਤਲਬ ਤੁਸੀਂ ਖੇਤ 'ਚੋਂ ਤੋੜ ਲਿਓ। ਪਹਿਲੇ ਜ਼ਮਾਨੇ 'ਚ, ਹੁਣ ਤਾਂ ਚਲੋ ਸਾਗ ਆ ਜਿਹੜਾ ਸ਼ਹਿਰਾਂ 'ਚ ਵਿਕਣਾ ਸ਼ੁਰੂ ਹੋ ਗਿਆ, ਪਰ ਪਹਿਲੇ ਜ਼ਮਾਨੇ 'ਚ ਕੀ ਮਤਲਬ ਆਪਾਂ ਪਿੰਡਾਂ 'ਚ ਆਮ ਹੀ ਦੇਖਦੇ ਹੁੰਦੇ ਸੀ ਵੀ ਸਾਗ ਹੈ ਜਿਹੜਾ ਖੇਤ 'ਚੋਂ ਤੋੜ ਲਿਆਓ ਤੇ ਫਿਰ ਬਣਾ ਲਓ। ਲੋਕੀ ਕਹਿੰਦੇ ਸੀ ਵੀ ਇਹ ਫ੍ਰੀ ਦੀ ਸਬਜ਼ੀ ਆ, ਹੈ ਨਾ, ਜਿਹਦੇ ਵਿੱਚ ਕੋਈ ਜ਼ਿਆਦਾ ਮਸਾਲੇ ਜਾਂ ਕੁਛ ਵੀ ਨਹੀਂ ਪੈਂਦਾ। ਪਰ ਹੁਣ ਗੁਰਦੀਪ ਇਹ ਆ ਵੀ ਬਹੁਤ ਲੋਕਾਂ ਨੂੰ ਇਹ ਤਾਂ ਪਤਾ ਵੀ ਸਾਗ ਆ ਜਿਹੜਾ ਢਾਬਿਆਂ 'ਤੇ ਮਿਲਣ ਲੱਗ ਗਿਆ, ਪਰ ਬਹੁਤੇ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਵੀ ਸਾਗ ਸਵਾਦ ਬਹੁਤ ਆ, ਮੱਕੀ ਦੀ ਰੋਟੀ ਬਹੁਤ ਸਵਾਦ ਲੱਗਦੀ ਆ ਨਾਲ ਮੱਖਣ ਰੱਖ ਕੇ, ਪਰ ਸਾਗ ਬਣਦਾ ਕਿਵੇਂ ਆ ਇਹ ਚੀਜ਼ ਨਹੀਂ ਪਤਾ ਹੈਗੀ। ਤੁਸੀਂ ਗੱਲ ਕੀਤੀ ਵੀ ਜਿਹੜਾ ਫ੍ਰੀ ਦੀ ਸਬਜ਼ੀ ਇਹਨੂੰ ਮੰਨਿਆ ਜਾਂਦਾ ਸੀ ਕਿ ਜਾਓ ਖੇਤਾਂ 'ਚ ਤੋੜੋ ਤੇ ਧਰੋ, ਹੈ ਨਾ। ਮੈਨੂੰ ਯਾਦ ਆ ਵੀ ਅਸੀਂ ਜਦੋਂ ਛੋਟੇ ਹੁੰਦੇ ਸੀਗੇ, ਹੁਣ ਵੀ ਜਦੋਂ ਮੰਮੀ ਉਹਨਾਂ ਨੇ ਸਾਗ ਤੋੜਨ ਜਾਣਾ ਹੁੰਦਾ ਤੇ ਉਹ ਪਹਿਲਾਂ ਸਲਾਹ ਕਰਦੀਆਂ ਨੇ ਵੀ ਕੱਲ੍ਹ ਨੂੰ ਤੁਸੀਂ ਵਿਹਲੇ ਹੋ, ਚੱਲੀਏ ਸਾਗ ਤੋੜਨ ਚੱਲੀਏ, ਹੈ ਨਾ। ਤੇ ਉਹ ਫਿਰ ਸਮਾਂ ਮਿਥਿਆ ਜਾਂਦਾ ਵੀ ਜਿਹੜੀ ਸਵੇਰ ਦੀ ਰੋਟੀ ਪਾਣੀ ਕਰਕੇ ਉਸ ਤੋਂ ਬਾਅਦ ਵਿਹਲੇ ਹੁੰਦੇ ਆ ਵੀ ਡੰਗਰਾਂ ਨੂੰ ਪਾਣੀ ਪਿਉਣ ਤੋਂ ਪਹਿਲਾਂ ਦਾ ਜਿਹੜਾ ਵਿੱਚ ਦਾ ਟਾਈਮ ਹੁੰਦਾ ਵਾ 2 ਘੰਟੇ 3 ਘੰਟੇ ਵੀ ਉਦੋਂ ਆਪਾਂ ਚੱਲਾਂਗੀਆਂ ਸਾਗ ਤੋੜਨ। ਫਿਰ ਸਾਗ ਤੋੜਨ ਫਿਰ ਲੱਭਣਾ ਵੀ ਮੇਥੇ ਪਾਲਕ ਕਿੰਨਾਂ ਦੇ ਲੱਗੇ ਹੋਏ ਨੇ ਕਿ ਤਾਂ ਫਿਰ ਉਹਨਾਂ ਦੇ ਜਾ ਕੇ ਮੇਥੇ ਪਾਲਕ ਲੈ ਕੇ ਆਉਣੇ, ਫਿਰ ਉਹਨਾਂ ਨੂੰ ਇਕੱਠਿਆਂ ਬਹਿ ਕੇ ਚਾਚੀ ਉਹਨਾਂ ਨੇ ਮੰਮੀ ਉਹਨਾਂ ਨੇ ਸਵਾਰਨਾ, ਹੈ ਨਾ। ਫਿਰ ਉਹ ਆਪਣੇ ਘਰਾਂ ਨੂੰ ਗੰਦਲਾਂ ਲੈ ਕੇ ਜਾਣੀਆਂ ਤੇ ਘਰੇ ਜਾ ਕੇ ਫਿਰ ਉਹ ਚੀਰ ਕੇ ਸਾਗ ਧਰਨਾ। ਇਹ ਵੀ ਪ੍ਰੋਪਰ ਇੱਕ ਪਲੈਨਿੰਗ ਹੁੰਦੀ ਸੀਗੀ ਕਿ ਵੀ ਅੱਜ ਸਾਗ ਤੋੜਨ ਚੱਲੇ ਹਾਂ ਅਸੀਂ ਜਾਂ ਉਹ ਸਾਗ ਤੋੜਨ ਗਈਆਂ ਹੋਈਆਂ ਨੇ, ਹੈ ਨਾ। ਬਿਲਕੁਲ। ਔਰ ਇਹ ਦੇਖੋ ਵੀ ਇਹਨਾਂ ਚੀਜ਼ਾਂ ਦੇ ਵਿੱਚ ਮਜ਼ਾ ਕਿੰਨਾ ਹੁੰਦਾ ਸੀ। ਪਹਿਲੀ ਗੱਲ ਤਾਂ ਇਹ ਹੁੰਦਾ ਸੀ ਵੀ ਹਫ਼ਤੇ ਬਾਅਦ ਸਾਗ ਬਣਨਾ ਤਾਂ ਜਨਾਨੀਆਂ ਕੋਲ ਜਿੰਨੀਆਂ ਹਫ਼ਤੇ ਦੀਆਂ ਚੁਗਲੀਆਂ ਹੋਣੀਆਂ ਉਹ ਸਾਰੀਆਂ, ਹੈ ਨਾ, ਖੇਤਾਂ 'ਚ ਜਾ ਕੇ ਕਰ ਲੈਣੀਆਂ ਵੀ ਘਰੋਂ ਗੱਲਾਂ ਕਰਦੇ ਜਾਣਾ, ਫਿਰ ਉੱਥੇ ਖੇਤ ਜਾਣਾ, ਫਿਰ ਕਿਸੇ ਨੇ ਬਾਥੂ ਤੋੜਨ ਲੱਗ ਜਾਣਾ, ਕਿਸੇ ਨੇ ਮੇਥਰੇ ਤੋੜਨੇ, ਫਿਰ ਕਿਸੇ ਨੇ ਸਾਗ ਤੋੜਨਾ, ਹੈ ਨਾ। ਫਿਰ ਉਹਨੂੰ ਲਿਆਉਣਾ ਘਰੇ, ਲਿਆ ਕੇ ਧੋਣਾ, ਮਤਲਬ ਇਹ ਹੁੰਦਾ ਸੀ ਵੀ ਪੂਰਾ ਦਿਨ ਹੀ ਉਸ ਕੰਮ 'ਚ ਲੰਘ ਜਾਂਦਾ ਸੀਗਾ। ਫਿਰ ਉਹਨੂੰ ਕੱਟਣਾ ਬਣਾਉਣਾ ਤੇ ਬਹੁਤ ਸਾਰੇ, ਤੁਹਾਨੂੰ ਵੀ ਯਾਦ ਹੋਣਾ, ਮੈਨੂੰ ਬਹੁਤ ਯਾਦ ਰਹਿੰਦੀਆਂ ਨੇ ਇਹ ਗੱਲਾਂ ਕਿ ਆਪਣੇ ਮੰਮੀ ਹੁਣੀ ਉਸ ਦਿਨ ਸਪੈਸ਼ਲ ਲੱਕੜਾਂ ਚਰਵਾ ਲੈਂਦੇ ਹੁੰਦੇ ਸੀ ਵੀ ਲੱਕੜਾਂ ਦਾ ਜਿਹੜੀ ਅੱਗ ਆ, ਹੈ ਨਾ, ਉਹਦੇ ਨਾਲ ਸਾਗ ਬਹੁਤ ਵਧੀਆ ਬਣਦਾ। ਖਲਬਾੜ ਹੋਵੇ, ਮੋਟੀ ਜਿਹੀ ਲੱਕੜ ਹੋਵੇ ਵੀ ਸਾਰਾ ਦਿਨ ਚੱਲੀ ਜਾਵੇ 3-4 ਘੰਟੇ ਉਹਦੇ ਚੁੱਲ੍ਹੇ ਥੱਲੇ। ਹਾਂ ਬਿਲਕੁਲ। ਤੇ ਫਿਰ ਕਰਦੇ ਹੁੰਦੇ ਸੀ ਵੀ ਉਹ ਪਤੀਲੇ ਨੂੰ ਥੱਲੇ ਮਿੱਟੀ ਲਾ ਲੈਂਦੇ ਸੀ ਵੀ ਇੱਕ ਤਾਂ ਉਹ ਮਾਂਜਣਾ ਬਹੁਤ ਸੌਖਾ ਹੋ ਜਾਂਦਾ ਸੀਗਾ ਵੀ ਇੱਕ ਕਿਤੇ ਪਤੀਲਾ ਜਿਹੜਾ ਪਤਲਾ ਨਾ ਪੈ ਜਾਏ ਕਿਉਂਕਿ ਬਹੁਤ ਟਾਈਮ ਅੱਗ ਤੇ ਉਹਨੇ ਰਹਿਣਾ ਹੁੰਦਾ ਸੀ, ਹੈ ਨਾ। ਫਿਰ ਜਦੋਂ ਬਣਨਾ ਸਾਗ ਨੇ ਤਾਂ ਮਤਲਬ ਗੁਆਂਢੀਆਂ ਦੇ ਘਰੇ ਵੀ ਉਸ ਚੀਜ਼ ਦੀ ਖੁਸ਼ਬੂ ਚਲੀ ਹੋਈ ਜਾਂਦੀ ਸੀ, ਹੈ ਨਾ। ਤਾਂ ਕਿਸੇ ਨੇ ਕੌਲੀ ਲੈਣ ਆ ਜਾਣਾ ਤੇ ਫਿਰ ਮੱਖਣ ਆ ਜਿਹੜਾ ਸਵੇਰ ਤੋਂ, ਵੈਸੇ ਉਦੋਂ ਤਾਂ ਆਮ ਹੀ ਹੁੰਦਾ ਸੀਗਾ ਘਰਾਂ 'ਚ, ਹੁਣ ਹੁੰਦਾ ਹੈ ਵੀ ਬਹੁਤ ਦਿਨਾਂ ਬਾਅਦ ਮੱਖਣ ਬਣਦਾ, ਤਾਂ ਫਿਰ ਉਹ ਬਾਟੇ 'ਚ ਪਾ ਕੇ ਰੱਖ ਲੈਣਾ ਤੇ ਨਾਲ ਸਪੈਸ਼ਲੀ ਰਾਤ ਨੂੰ ਇਹ ਕੰਮ ਹੁੰਦੇ ਸੀ ਖਾਸ ਕਰਕੇ। ਫਿਰ ਉਹਨਾਂ ਨੇ ਕੀ ਕਰਨਾ ਵੀ ਸਾਰੇ ਟੱਬਰ ਨੂੰ ਬਿਠਾਉਣਾ, ਉਦੋਂ ਪੀੜੀਆਂ ਹੁੰਦੀਆਂ ਸੀ ਛੋਟੀਆਂ ਜਾਂ ਲੱਕੜ ਦੀਆਂ ਫੱਟੀਆਂ, ਤੇ ਫਿਰ ਰੋਟੀ ਪੱਕੀ ਜਾਣੀ, ਸਾਰਿਆਂ ਨੂੰ ਦਈ ਜਾਣੀ ਰੋਟੀ ਉਵੇਂ ਹੈ ਨਾ। ਤੇ ਕਿੰਨੀਆਂ ਗੱਲਾਂ ਹੁੰਦੀਆਂ ਸੀ ਜਿਹੜੀਆਂ ਮਤਲਬ ਸਾਰੇ ਦਿਨਾਂ ਦੀਆਂ ਆਪਾਂ ਉਸ ਚੁੱਲ੍ਹੇ ਚੌਂਕੇ 'ਚ ਬਹਿ ਕੇ ਕਰਦੇ ਸੀ। ਚੁੱਲ੍ਹੇ ਚੌਂਕੇ 'ਚ ਵੀ ਬੈਠ ਕੇ ਕਰਦੇ ਹੁੰਦੇ, ਜਿਵੇਂ ਤੁਸੀਂ ਹੁਣੇ ਗੱਲ ਕਹੀ ਹੈ ਵੀ ਜਿਹੜੀਆਂ ਸਾਲ ਮਤਲਬ ਹਫ਼ਤੇ ਭਰ ਦੀਆਂ ਗੱਲਾਂ ਇਕੱਠੀਆਂ ਹੋਈਆਂ ਹੁੰਦੀਆਂ ਸੀ ਜਨਾਨੀਆਂ, ਫਿਰ ਜਦੋਂ ਇਕੱਠੀਆਂ ਹੋ ਕੇ ਸਾਗ ਤੋੜਨ ਜਾਂਦੀਆਂ ਸੀ ਉਦੋਂ ਉਹ ਸ਼ੇਅਰ ਕਰਦੀਆਂ ਸੀ
ਮੈਂ ਤਾਂ ਆਪਣੀ ਮੰਮੀ ਚਾਚੀ ਉਹਨਾਂ ਨੂੰ ਇਹ ਵੀ ਕਹਿੰਦੇ ਹੋ ਸੁਣਨੀ ਸੀ, ਨਹੀਂ ਬੰਦੇ ਤਾਂ ਹੀ ਇੰਨਾ ਖੁਸ਼ ਰਹਿੰਦੇ ਨੇ, ਦੇਖ ਬਾਹਰ ਆ ਕੇ ਕਿੰਨਾ ਵਧੀਆ ਲੱਗਦਾ। ਹਾਂ ਬਿਲਕੁਲ, ਕਿਉਂਕਿ ਹੁਣ ਵੇਖੋ, ਹੁਣ ਆਪਾਂ ਜਦੋਂ ਜੀ ਕਰਦਾ ਕਿਤੇ ਵੀ ਚਲੇ ਜਾਂਦੇ ਹਾਂ ਨਾ, ਉਦੋਂ ਕੀ ਹੁੰਦਾ ਸੀਗਾ, ਇਹ ਹੁੰਦਾ ਸੀ ਵੀ ਘਰ ਤੋਂ ਬਾਹਰ ਜਾਂ ਤਾਂ ਤੁਸੀਂ ਕਿਸੇ ਗੁਆਂਢ ਚਲੇ ਜਾਓਗੇ, ਜਾਂ ਹੀ ਹੁੰਦਾ ਸੀ ਵੀ ਕੋਈ ਸਬਜ਼ੀਆਂ ਦੇ ਤੋੜਨ ਦੇ ਬਹਾਨੇ ਜਾਂ ਚਾਹ ਪਾਣੀ ਦੇਣ ਦੇ ਬਹਾਨੇ ਤੁਸੀਂ ਅੱਗੇ ਜਨਾਨੀਆਂ ਨਰਮਾ ਚੁਗਦੀਆਂ ਹੁੰਦੀਆਂ ਸੀਗੀਆਂ ਉਸ ਬਹਾਨੇ, ਜਾਂ ਫਿਰ ਸਾਗ ਹੋ ਗਿਆ, ਜਾਂ ਮੋਟਰ ਤੇ ਕਿਸੇ ਨੂੰ ਚਾਹ ਫੜਾਉਣ ਰੋਟੀ ਫੜਾਉਣ ਚਲੇ ਗਏ, ਹਨਾ। ਇਹ ਮਤਲਬ ਇਹ ਜਨਾਨੀਆਂ ਦੇ ਬਾਹਰ ਨਿਕਲਣ ਦਾ ਸਬੱਬ ਵੀ ਹੁੰਦਾ ਸੀ ਵੀ ਸਾਗ ਤੋੜਨ ਚੱਲੀਏ, ਫਿਰ ਉੱਥੇ ਮਿਲਦੀਆਂ ਸੀ, ਗੱਲਾਂ ਕਰਦੀਆਂ ਸੀਗੀਆਂ। ਤੁਸੀਂ ਕਿਹਾ ਵੀ ਦੂਜਿਆਂ ਦੇ ਘਰੇ ਵੀ ਸਾਗ ਦੀ ਖੁਸ਼ਬੂ ਆਉਂਦੀ ਸੀ, ਮੈਨੂੰ ਤਾਂ ਇਹ ਵੀ ਯਾਦ ਆ ਵੀ ਸਾਗ ਐ ਨਹੀਂ ਸੁਣਦਾ ਵੀ ਟੱਬਰ ਲਈ ਬਣਦਾ, ਬੜਾ ਪਤੀਲਾ ਬਣਦਾ ਹੁੰਦਾ ਸੀ। ਫਿਰ ਜਿੰਨੇ ਚਾਚੇ ਤਾਇਆਂ ਦੇ ਘਰ ਆ, ਕਿਸੇ ਦੇ ਘਰੇ ਉਹ ਕਾਲਜ 'ਚ ਜਾਂਦਾ ਸੀ ਸਾਗ, ਕਿਸੇ ਦੇ ਗੜਬੀ 'ਚ, ਕਿਸੇ ਦੇ ਡੋਲੂ 'ਚ, ਕਿਸੇ ਦੇ ਕਿਵੇਂ। ਹੁਣ ਪਰ ਦੂਜੀ ਗੱਲ ਇਹ ਵੀ ਆ, ਦੇਖੋ ਹੁਣ ਆਪਾਂ ਸ਼ਹਿਰਾਂ 'ਚ ਰਹਿਣ ਲੱਗ ਗਿਆ ਹਨਾ, ਬਹੁਤ ਸਾਰੇ ਲੋਕ ਨੇ ਜਿਹੜੇ ਮਤਲਬ ਅੱਜ ਵੀ ਜਦੋਂ ਕੋਈ ਪਿੰਡੋਂ ਆਉਂਦਾ ਤਾਂ ਉਹ ਇਹ ਉਡੀਕਦੇ ਆ ਵੀ ਜਾਂ ਤਾਂ ਉਹ ਤੋੜ ਕੇ ਲਿਆ ਦੇਵੇ, ਜਾਂ ਬਹੁਤੇ ਜਿਹੜੇ ਆਪਣੇ ਵਰਗੇ ਆਲਸੀ ਹੁੰਦੇ ਨੇ ਉਹਨਾਂ ਨੂੰ ਹੁੰਦਾ ਵੀ ਬੜਿਆ ਬਣਾਇਆ ਹੀ ਆ ਜਾਵੇ ਤਾਂ ਬਹੁਤ ਵਧੀਆ, ਹਨਾ। ਤੇ ਮੈਂ ਤਾਂ ਮਤਲਬ ਸੁਣ ਕੇ ਹੈਰਾਨ ਹੁੰਦੀ ਹੁੰਦੀ ਆ, ਮੇਰੇ ਘਰੇ ਵੀ ਇੱਕ ਆਉਂਦੀ ਹੁੰਦੀ ਆ ਕੁੜੀ ਸਾਗ ਦੇਣ ਲਈ, ਪਿੰਡ 'ਚੋਂ ਤੋੜ ਕੇ ਲਿਆਉਂਦੀ ਆ, ਤਾਂ ਉਹ ਕਹੂਗੀ ਵੀ ਜਿਹੜੀਆਂ ਸ਼ਹਿਰ ਦੀਆਂ ਨੌਕਰੀ ਪੇਸ਼ਾ ਔਰਤਾਂ ਨੇ ਉਹ ਤਾਂ ਮੈਨੂੰ ਇੱਥੋਂ ਤੱਕ ਵੀ ਕਹਿ ਦਿੰਦੀਆਂ ਨੇ ਵੀ ਭੈਣ ਬਣ ਕੇ ਤੂੰ ਹੀ ਧੋ ਕੇ ਧਰ ਜਾ ਨਾ, ਸਾਡੇ ਕੋਲ ਇੰਨਾ ਵਕਤ ਨਹੀਂ। ਪਰ ਉਹ ਰੀਝ ਨਹੀਂ ਅੰਦਰੋਂ ਮਾਰ ਸਕਦੇ ਸਾਗ ਖਾਣ ਵਾਲੀ। ਹਾਂ ਬਿਲਕੁਲ। ਤੇ ਅੱਜ ਕੱਲ੍ਹ ਆਪਾਂ ਨੂੰ ਹੁਣ ਪਤਾ, ਕਿਉਂਕਿ ਆਪਾਂ ਉਸੇ ਮਾਹੌਲ 'ਚ ਜੰਮੇ ਪਲੇ ਆ, ਆਪਾਂ ਸਾਗ ਬਣਦਾ ਸਾਰਾ ਕੁਝ ਤੋੜਨ ਤੋਂ ਲੈ ਕੇ ਖਾਣ ਤੱਕ ਦਾ ਸਾਰਾ ਪ੍ਰੋਸੀਜਰ ਆਪਾਂ ਨੂੰ ਪਤਾ ਹੁੰਦਾ। ਪਰ ਮੈਂ ਪਿੱਛੇ ਜੇ ਬੜੀ ਹੈਰਾਨੀ ਵਾਲੀ ਗੱਲ ਸੁਣੀ ਹੈ ਕਿ ਸ਼ਹਿਰਾਂ 'ਚ ਕਈ ਲੋਕ ਆਲਣ ਨਹੀਂ ਪਾਉਂਦੇ। ਹੁਣ ਕਈਆਂ ਨੂੰ ਇਹ ਨਹੀਂ ਪਤਾ ਵੀ ਆਲਣ ਕੀ ਚੀਜ਼ ਹੁੰਦੀ। ਮੈਂ ਚਾਹੂੰਗੀ ਕਿ ਤੁਸੀਂ ਜਾਂ ਜਿਹੜੇ ਓਵਰਸੀਜ਼ ਦੇ ਬੱਚੇ ਸਾਨੂੰ ਸੁਣ ਰਹੇ ਨੇ, ਜਾਂ ਫਿਰ ਸ਼ਹਿਰਾਂ ਦੇ ਕੁਝ ਲੋਕ ਜਿਨ੍ਹਾਂ ਨੂੰ ਨਹੀਂ ਪਤਾ ਵੀ ਅਸਲ 'ਚ ਆਲਣ ਤੋਂ ਬਿਨਾਂ ਸਾਗ ਨਹੀਂ ਹੁੰਦਾ, ਵੀ ਆਲਣ ਦੱਸੋ ਕੀ ਹੁੰਦਾ। ਆਲਣ ਵੀ ਗੁਰਦੀਪ, ਮਤਲਬ ਆਪਾਂ ਜਦੋਂ ਛੋਟੇ ਹੁੰਦੇ ਸੀ ਆਪਾਂ ਇਹੀ ਸਮਝਦੇ ਸੀ ਵੀ ਆਲਣ ਸ਼ਾਇਦ ਮੱਕੀ ਦੇ ਆਟੇ ਦਾ ਹੀ ਪੈਂਦਾ ਸਾਗ 'ਚ, ਹੈ ਨਾ। ਪਰ ਬਹੁਤ ਸਾਰੇ ਲੋਕ, ਜੇ ਤੁਸੀਂ ਦੁਆਬੇ 'ਚ ਜਾਓ ਤਾਂ ਦੇਖਦੇ ਆ ਕਿ ਕਣਕ ਦੇ ਆਟੇ ਦਾ ਵੀ ਆਲਣ ਲੋਕ ਪਾਉਂਦੇ ਨੇ, ਹੈ ਨਾ। ਆਲਣ ਇਹ ਹੁੰਦਾ ਸੀ ਵੀ ਜਦੋਂ ਸਾਗ ਨੂੰ ਆਪਾਂ ਪੂਰਾ ਬਣਾ ਲੈਂਦੇ ਸੀ, ਹੈ ਨਾ, ਸਾਗ ਰਿੱਝ ਗਿਆ ਪਤਾ ਲੱਗ ਜਾਂਦਾ ਸੀ। ਪਹਿਲਾਂ ਤਾਂ ਧਰਨ ਵੇਲੇ ਉਹੀ ਹਰੀਆਂ ਮਿਰਚਾਂ ਪਾ ਲੈਣੀਆਂ ਤੇ ਲਸਣ ਪਾਉਣਾ, ਤੇ ਸਾਗ ਮੇਥਰੇ ਬਾਥੂ ਜੋ ਵੀ ਚੀਰ ਕੇ ਪਾ ਦੇਣਾ। ਫਿਰ ਜਦੋਂ ਮਤਲਬ ਸਾਗ ਪੂਰਾ ਰਿੱਝ ਗਿਆ ਤਾਂ ਉਹ ਹੁੰਦਾ ਸੀਗਾ ਵੀ 2 ਜਾਂ 3 ਕੜਛੀਆਂ ਇੱਕ ਪਤੀਲੇ ਦੇ ਹਿਸਾਬ ਨਾਲ ਦੇਖ ਲੈਂਦੇ ਸੀਗੇ। ਕਈ ਮੱਕੀ ਦਾ ਆਟਾ ਪਾ ਕੇ ਉਹਨੂੰ ਫਿਰ ਜਿਉਂ ਘੋਟਣਾ ਸ਼ੁਰੂ ਕਰਦੇ ਸੀ, ਹੈ ਨਾ। ਮਤਲਬ ਮੈਂ ਬੈਠ ਜਾਂਦੀਆਂ ਹੁੰਦੀਆਂ ਸੀ ਆਪਣੀਆਂ ਬੀਬੀਆਂ ਪੀੜੀ ਲੈ ਕੇ, ਪਤੀਲੇ ਨੂੰ ਪੈਰ ਲਾ ਕੇ, ਵੀ ਜੇ ਕਹਿੰਦੇ ਸਾਗ ਤਸੱਲੀ ਨਾਲ ਘੁੱਟਿਆ ਨਹੀਂ ਮਤਲਬ ਉਹਦਾ ਸਵਾਦ ਨਹੀਂ ਆਇਆ, ਹੈ ਨਾ। ਫਿਰ ਕਈ, ਪਰ ਜਿਵੇਂ ਮੈਂ ਕਿਹਾ ਵੀ ਦੁਆਬੇ ਦੇ ਵਿੱਚ ਲੋਕ ਆਲਣ ਆ ਜਿਹੜਾ ਉਹ ਕਣਕ ਦੇ ਆਟੇ ਦਾ ਵੀ ਪਾ ਲੈਂਦੇ ਨੇ, ਹੈ ਨਾ। ਤੇ ਫਿਰ ਜ਼ਿਆਦਾਤਰ ਘਰਾਂ 'ਚ ਇਹੀ ਰਿਵਾਜ ਹੁੰਦਾ ਸੀ। ਹੁਣ ਸ਼ਾਇਦ ਮਤਲਬ ਸਮੇਂ ਦੇ ਹਿਸਾਬ ਨਾਲ ਚੀਜ਼ਾਂ ਬਦਲ ਜਾਂਦੀਆਂ ਨੇ, ਪਰ ਜ਼ਿਆਦਾਤਰ ਇਹੀ ਹੁੰਦਾ ਸੀ ਵੀ ਉਹਨੂੰ ਤੜਕਾ ਨਹੀਂ ਸੀ ਲਾਉਂਦੇ ਹੁੰਦੇ ਉਸ ਰਾਤ, ਹੈ ਨਾ। ਫਿਰ ਤੜਕਾ ਜਿਹੜਾ ਦੂਜੇ ਦਿਨ ਜਾ ਕੇ ਲਾਉਂਦੇ ਸੀ। ਬਿਲਕੁਲ, ਜਿਹੜਾ ਪਹਿਲਾ ਸਾਗ ਹੁੰਦਾ ਸੀ ਉਹ ਬਿਨਾਂ ਤੜਕੇ ਤੋਂ ਖਾਧਾ ਜਾਂਦਾ, ਬਿਨਾਂ ਤੜਕੇ ਤੋਂ ਹੀ ਖਾਧਾ ਜਾਂਦਾ ਸੀ। ਪਰ ਹੁਣ ਵੀ ਸਮਾਂ ਬਦਲ ਗਿਆ, ਹੁਣ ਲੋਕ ਫਰਿੱਜਾਂ 'ਚ ਪਾ ਦਿੰਦੇ ਆ, ਫਿਰ 10-10 ਦਿਨ ਬਾਅਦ ਕੱਢ ਕੇ ਵੀ ਖਾ ਲੈਂਦੇ ਆ। ਪਰ ਉਦੋਂ ਜ਼ਿਆਦਾਤਰ 2-3 ਦਿਨ ਮਤਲਬ ਲਗਾਤਾਰ ਹੀ ਸਾਗ ਖਾਧਾ ਜਾਂਦਾ ਸੀ। ਅੱਛਾ, ਆਪਾਂ ਉਹ ਸਾਗ ਵੀ ਖਾਧਾ ਜਿਹੜੇ ਸਾਡੇ ਘਰਾਂ ਦੇ ਚੁੱਲ੍ਹਿਆਂ ਤੇ ਵੀ ਰਿੱਝਦਾ। ਹਾਂ, ਤੇ ਆਪਾਂ ਉਹ ਸਾਗ ਵੀ ਖਾਂਦੇ ਹਾਂ। ਹੁਣ ਜਿਵੇਂ ਨੌਕਰੀ ਦੇ ਲਈ ਆਪਾਂ ਸ਼ਹਿਰਾਂ 'ਚ ਮੂਵ ਹੋ ਗਏ ਆ, ਤਾਂ ਆਪਾਂ ਉਹ ਸਾਗ ਵੀ ਖਾਂਦੇ ਹਾਂ ਜਿਹੜਾ ਇੱਥੇ ਉਹ ਜਿਹੜੀਆਂ ਫੂਡ ਵੈਨਸ ਚੱਲਦੀਆਂ ਨੇ ਉੱਥੇ ਵਿਕਦਾ, ਜਾਂ ਫਿਰ ਇੱਥੇ ਢਾਬਿਆਂ ਤੇ ਜਾਂ ਉੱਦਾਂ ਵਿੱਚ। ਤੁਹਾਨੂੰ ਕੀ ਫਰਕ ਲੱਗਦਾ? ਪਰ ਗੁਰਦੀਪ ਉਵੇਂ ਜਿਵੇਂ ਹਰ ਬੰਦਾ ਕਹਿ ਦਿੰਦਾ ਵੀ ਇਹੋ ਜਿਹਾ ਮੈਂ ਸਵਾਦ ਖਾਣਾ ਨਹੀਂ ਖਾਧਾ ਜਿਹੜੇ ਮੇਰੀ ਮਾਂ ਦੇ ਹੱਥਾਂ ਦਾ ਸੀ, ਹੈ ਨਾ। ਜਿਹੜਾ ਜੋ ਚੀਜ਼ਾਂ ਤੁਸੀਂ ਆਪਣੇ ਘਰ 'ਚ ਖਾਧੀਆਂ, ਬਚਪਨ 'ਚ ਖਾਧੀਆਂ, ਮੈਨੂੰ ਲੱਗਦਾ ਹੁੰਦਾ ਵੀ ਤੁਸੀਂ ਲੱਖ ਢਾਬਿਆਂ ਤੇ ਜਾ ਕੇ ਖਾ ਲਓਗੇ, ਤੁਸੀਂ ਲੱਖ ਕਿਸੇ ਤੋਂ ਬਣਵਾ ਕੇ ਖਾ ਲਓਗੇ, ਪਰ ਜਿਹੜਾ ਉਹ ਸਵਾਦ ਸੀ ਉਹਦਾ ਮੁਕਾਬਲਾ ਨਹੀਂ। ਉਹਦੇ ਬਾਰੇ ਵੀ ਆਪਾਂ 2 ਗੱਲਾਂ ਸੋਚ ਸਕਦੇ ਹਾਂ ਵੀ ਜਾਂ ਤਾਂ ਐਂ ਸੀਗਾ ਵੀ ਉਦੋਂ ਇੰਨੀਆਂ ਬਹੁਤੀਆਂ ਸਪਰੇਆਂ ਨਹੀਂ ਸੀ ਹੁੰਦੀਆਂ ਚੀਜ਼ਾਂ ਤੇ, ਹੈ ਨਾ, ਵੀ ਤੋੜ ਲਿਆਉਣਾ, ਆਪ ਹੀ ਬਣਾਉਣਾ, ਸਾਰਾ ਕੁਛ ਕਰਨਾ ਆਪਣੀਆਂ ਮਾਵਾਂ ਕਰਦੀਆਂ ਹੀ ਹੁੰਦੀਆਂ ਸੀ। ਵੀ ਦੂਜੀ ਗੱਲ ਇਹ ਸੀਗੀ ਵੀ ਹੁਣ ਅਸਲ 'ਚ ਲੋਕਾਂ ਨੂੰ ਪਤਾ ਹੀ ਨਹੀਂ ਵੀ ਕਿਹੜੀ ਚੀਜ਼ ਆ ਜਿਹੜੀ ਚੰਗੀ ਤਰ੍ਹਾਂ ਬਣਦੀ ਕਿਵੇਂ ਆ, ਹੈ ਨਾ। ਹੁਣ ਜਿਹੜਾ ਸਾਗ ਕੁੱਕਰਾਂ 'ਚ ਰਿੱਝ ਰਿਹਾ, ਕਿੱਥੇ ਘੰਟਾ ਲੱਗਦਾ ਸੀਗਾ, ਕਿਤੇ ਹੁਣ 20-25 ਮਿੰਟ 'ਚ ਆਪਾਂ 10-15 ਸੀਟੀਆਂ ਮਰਾ ਕੇ ਸਾਗ ਬਣਾ ਲੈਂਦੇ ਹਾਂ, ਹੈ ਨਾ। ਮਤਲਬ ਉਹ ਸਵਾਦ ਤਾਂ ਤੁਸੀਂ ਨਹੀਂ ਮਾਣ ਸਕਦੇ ਦੁਬਾਰਾ, ਪਰ ਇਹ ਆ ਵੀ ਕੰਮ ਚਲਾਉਣ ਲਈ ਠੀਕ ਆ, ਕੰਮ ਚਲਾਉਣ ਲਈ ਠੀਕ ਆ। ਸੋ ਦੋਸਤੋ, ਪ੍ਰੋਗਰਾਮ ਗੱਲ ਤੇ ਗੱਲ ਵਿੱਚ ਅੱਜ ਅਸੀਂ ਗੱਲ ਕਰ ਰਹੀ ਸੀ ਸਿਆਲਾਂ ਦੀ ਸਾਰਿਆਂ ਦੀ ਫੇਵਰੇਟ ਜਿਹੜੀ ਖੁਰਾਕ ਆ, ਮਨਪਸੰਦ ਖੁਰਾਕ ਸਾਗ ਮੱਕੀ ਦੀ ਰੋਟੀ ਬਾਰੇ। ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਪਿੰਡਾਂ 'ਚ ਜਿਸ ਤਰੀਕੇ ਦੇ ਨਾਲ ਸਾਗ ਬਣਾਇਆ ਜਾਂਦਾ, ਖੇਤਾਂ 'ਚੋਂ ਤੋੜਨ ਤੋਂ ਲੈ ਕੇ ਉਹਨੂੰ ਸਵਾਰਨ ਤੱਕ ਦਾ, ਫਿਰ ਜੋ ਵੀ ਚੀਜ਼ਾਂ ਉਹਦੇ ਵਿੱਚ ਪੈਂਦੀਆਂ ਨੇ, ਫਿਰ ਚੁੱਲ੍ਹੇ 'ਤੇ ਧਰਨ ਦਾ, ਰਿੱਝਣ ਦਾ, ਫਿਰ ਉਸ ਤੋਂ ਬਾਅਦ ਜਦੋਂ ਉਹ ਪਰਿਵਾਰਕ ਮੈਂਬਰਾਂ ਨੂੰ ਪਰੋਸਿਆ ਜਾਂਦਾ ਤੱਕ ਦਾ ਜਿਹੜਾ ਪੂਰਾ ਪ੍ਰੋਸੀਜਰ ਹੈ ਕਿ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸ਼ੇਅਰ ਕਰੀਏ। ਅੱਜ ਇਸ ਪ੍ਰੋਗਰਾਮ ਦੇ ਵਿੱਚ, ਐਪੀਸੋਡ ਦੇ ਵਿੱਚ ਇੰਨਾ ਹੀ।
ਅਗਲੇ ਐਪੀਸੋਡ ਦੇ ਵਿੱਚ ਪ੍ਰੋਗਰਾਮ ਗੱਲ ਤੇ ਗੱਲ ਦੇ ਵਿੱਚ ਅਸੀਂ ਫਿਰ ਤੁਹਾਨੂੰ ਮਿਲਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ। ਤਦ ਤੱਕ ਦੇ ਲਈ ਮੈਨੂੰ ਗੁਰਦੀਪ ਗਰੇਵਾਲ ਨੂੰ, ਭੈਣ ਰੁਪਿੰਦਰ ਸੰਧੂ ਹੋਰਾਂ ਨੂੰ ਇਜਾਜ਼ਤ ਦੇ ਦਿਓ। ਸਤਿ ਸ਼੍ਰੀ ਅਕਾਲ। ਬੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਗਰੇਵਾਲ ਸਵਾਗਤ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਠੀਕ ਠਾਕ ਹੋਵੋਗੇ। ਪ੍ਰੋਗਰਾਮ ਗੱਲ ਤੇ ਗੱਲ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਮੋਰਲ ਐਜੂਕੇਸ਼ਨ ਦੀ ਅਤੇ ਇਸ ਵਿਸ਼ੇ ਤੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਹਾਜ਼ਰ ਨੇ ਰੁਪਿੰਦਰ ਸੰਧੂ ਹੋਰੀ। ਸਤਿ ਸ਼੍ਰੀ ਅਕਾਲ ਭੈਣ। ਸਤਿ ਸ਼੍ਰੀ ਅਕਾਲ ਗੁਰਦੀਪ। ਅੱਜ ਕੱਲ੍ਹ ਆਪਾਂ ਕਹਿੰਦੇ ਹਾਂ ਕਿ ਮੈਂ ਇੱਕ ਵੀਡੀਓ ਦੇਖ ਰਹੀ ਸੀ, ਅਸਲ ਦੇ ਵਿੱਚ ਜਦੋਂ ਹੈਦਰਾਬਾਦ ਵਾਲਾ ਜਿਹੜਾ ਰੇਪ ਕੇਸ ਹੋਇਆ ਉਸ ਤੋਂ ਬਾਅਦ ਉਹਨਾਂ ਜਿਹੜੇ ਚਾਰੋਂ ਮੁੰਡੇ ਸੀਗੇ ਉਹਨਾਂ ਨੂੰ ਇਨਕਾਊਂਟਰ ਕੀਤਾ ਗਿਆ। ਤਾਂ BBC ਵਾਈਨ ਨਾਂ ਦਾ ਇੱਕ ਚੈਨਲ ਆ ਤੇ ਉਸ ਮੁੰਡੇ ਨੇ ਵੀਡੀਓ ਬਣਾਈ ਹੋਈ ਸੀਗੀ ਜਿਹਦੇ ਵਿੱਚ ਉਹ ਗੱਲ ਕਰ ਰਹੇ ਸੀਗੇ ਕਿ ਫਿਕਰ ਕਰਨ ਨਾਲ ਕੁਝ ਨਹੀਂ ਹੋਣਾ, ਇਸ ਚੀਜ਼ ਦਾ ਸਾਨੂੰ ਸੋਲੂਸ਼ਨ ਲੱਭਣਾ ਚਾਹੀਦਾ। ਤਾਂ ਫਿਰ ਉਹ ਇੱਕ ਕਰੈਕਟਰ ਕਹਿੰਦਾ ਕਿ ਇਹਨਾਂ ਚੀਜ਼ਾਂ ਦਾ ਜੋ ਵੀ ਵਾਰਦਾਤਾਂ ਘਟਨਾਵਾਂ ਘਟ ਰਹੀਆਂ ਨੇਗੀਆਂ ਵੀ ਇਹਦਾ ਸੋਲੂਸ਼ਨ ਹੈ ਕਿ ਉਹ ਕਹਿੰਦੇ ਮੋਰਲ ਐਜੂਕੇਸ਼ਨ। ਮੈਨੂੰ ਚੀਜ਼ ਬਹੁਤ ਹਿੰਟ ਕੀਤੀ ਕਿ ਅੱਛਾ ਸਾਰੀਆਂ ਚੀਜ਼ਾਂ ਦਾ ਇੱਕੋ ਹੀ ਇਲਾਜ ਆ ਕਿ ਮੋਰਲ ਐਜੂਕੇਸ਼ਨ। ਉਹ ਕਹਿੰਦੇ ਜਿੰਨੀ ਦੇਰ ਤੱਕ ਤੁਹਾਡਾ ਆ ਨਹੀਂ ਸਹੀ ਹੈਗਾ, ਇਹ ਸਹੀ ਹੋਊਗਾ ਜਦੋਂ ਸਾਨੂੰ ਮੋਰਲੀ ਐਜੂਕੇਟ ਕੀਤਾ ਜਾਊਗਾ, ਹੈ ਨਾ। ਸੋ ਇਸੇ ਕਰਕੇ ਮੈਂ ਇਹ ਟੌਪਿਕ ਚੁਣਿਆ ਕਿ ਆਪਾਂ ਇਸ ਚੀਜ਼ ਦੇ ਉੱਪਰ ਗੱਲ ਕਰੀਏ ਕਿ ਮੋਰਲ ਐਜੂਕੇਸ਼ਨ ਅਸਲ 'ਚ ਹੈ ਕੀ ਤੇ ਇਹਨੂੰ ਕਿਵੇਂ ਦਿੱਤਾ ਜਾ ਸਕਦਾ ਆ, ਇਹਦੀ ਕੀ ਏਜ ਲਿਮਿਟ ਹੈ ਜਾਂ ਫਿਰ ਕੋਈ ਜੈਂਡਰ ਡਿਪੈਂਡ ਕਰਦਾ ਹੈ, ਮੈਟਰ ਕਰਦਾ ਹੈ ਜਾਂ ਨਹੀਂ ਕਰਦਾ ਹੈਗਾ। ਸੋ ਇਸ ਚੀਜ਼ ਦੇ ਉੱਪਰ ਅੱਜ ਅਸੀਂ ਗੱਲਬਾਤ ਕਰਾਂਗੇ। ਪਹਿਲਾਂ ਤਾਂ ਮੈਂ ਚਾਹੂੰਗੀ ਕਿ ਅਗਰ ਆਪਾਂ ਸੌਖੇ ਜਿਹੇ ਸ਼ਬਦਾਂ 'ਚ ਦਰਸ਼ਕਾਂ ਨੂੰ ਦੱਸਣਾ ਹੋਵੇ ਵੀ ਮੋਰਲ ਐਜੂਕੇਸ਼ਨ ਹੈ ਕੀ, ਨੈਤਿਕ ਸਿੱਖਿਆ ਹੈ ਕੀ। ਬਿਲਕੁਲ ਗੁਰਦੀਪ, ਤੁਸੀਂ ਬਿਲਕੁਲ ਸਹੀ ਕਿਹਾ ਵੀ ਜਦੋਂ ਤੱਕ ਸਾਡੇ ਦਿਮਾਗ ਦਾ ਇਹ ਪਾਰਟ ਸਹੀ ਨਹੀਂ ਹੈ ਅਸੀਂ ਸਮਾਜਿਕ ਤੌਰ 'ਤੇ ਲੋਕਾਂ 'ਚ ਸਹੀ ਤਰੀਕੇ ਨਾਲ ਨਹੀਂ ਵਿਚਰ ਸਕਦੇ, ਹੈ ਨਾ। ਨੈਤਿਕ ਸਿੱਖਿਆ ਮੋਰਲ ਐਜੂਕੇਸ਼ਨ ਸਮਾਜ ਦੇ ਵਿੱਚ ਸੱਭਿਅਕ ਤਰੀਕੇ ਨਾਲ ਮਤਲਬ ਸਹੀ ਤਰੀਕੇ ਨਾਲ ਰਹਿਣ ਦਾ ਢੰਗ ਹੈ ਜਿਹੜਾ ਸਾਨੂੰ ਉਹ ਸਿਖਾਉਂਦੀ ਹੈ। ਪਰ ਅਸੀਂ ਅੱਜ ਸਭ ਕੁਝ ਸਿੱਖ ਰਹੇ ਹਾਂ, ਅਸੀਂ ਜ਼ਮਾਨੇ ਦੇ ਨਾਲ ਤੁਰਨਾ ਸਿੱਖ ਗਏ ਹਾਂ। ਅਸੀਂ ਹਰ ਚੀਜ਼ ਜਿਹੜੀ ਅਸੀਂ ਕਹਿੰਦੇ ਹਾਂ ਕਿ ਸਾਨੂੰ ਅੱਗੇ ਵਧਣ ਲਈ ਜ਼ਰੂਰੀ ਹੈ ਉਹ ਹਰ ਚੀਜ਼ ਅਸੀਂ ਸਿੱਖ ਲਈ ਹੈ, ਪਰ ਜੇ ਕੁਛ ਅਸੀਂ ਨੇ ਪਿੱਛੇ ਰੱਖ ਦਿੱਤਾ ਜਾਂ ਪਿੱਛੇ ਛੱਡ ਦਿੱਤਾ ਤਾਂ ਉਹ ਸੀਗੀਆਂ ਨੈਤਿਕ ਕਦਰਾਂ ਕੀਮਤਾਂ ਜਾਂ ਜਿਹਨੂੰ ਅਸੀਂ ਮੋਰਲ ਐਜੂਕੇਸ਼ਨ ਵੀ ਕਹਿ ਦਿੰਦੇ ਹਾਂ, ਹੈ ਨਾ। ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਪਿੱਛੇ ਸੁੱਟ ਦਿੱਤਾ। ਉਹਦਾ ਨਤੀਜਾ ਇਹੀ ਹੈ ਕਿ ਸਭ ਤੋਂ ਪਹਿਲਾਂ ਤਾਂ ਹਰ ਕੁੜੀ ਜਿਹੜੀ ਉਹ ਮੈਂ ਕਹਾਂ ਕਿ ਭਾਰਤ ਦੀ ਹਰ ਕੁੜੀ ਹੈ ਜਿਹੜੀ ਆਪਣੀ ਦੇ ਲਈ ਫਿਕਰਮੰਦ ਹੈ ਕਿ ਜੇ ਮੈਂ ਸੜਕ 'ਤੇ ਨਿਕਲੂੰਗੀ ਜਾਂ ਜੇ ਮੈਂ ਘਰੋਂ ਬਾਹਰ ਇਕੱਲੀ ਜਾਊਂਗੀ, ਇੱਥੋਂ ਤੱਕ ਕਿ ਘਰੋਂ ਬਾਹਰ ਇਕੱਲੇ ਜਾਣ ਵਾਲੀ ਗੱਲ ਵੀ ਨਹੀਂ ਵੀ ਜੇ ਮੈਂ ਘਰ 'ਚ ਵੀ ਇਕੱਲੀ ਹਾਂ ਤਾਂ ਉਹ ਡਰ ਮਹਿਸੂਸ ਕਰਦੀ ਹੈ ਨਾ। ਉਹਦਾ ਕਾਰਨ ਇਹ ਹੈ ਕਿ ਦਿਨ ਪ੍ਰਤੀ ਦਿਨ ਜਿਹੜੀਆਂ ਘਟਨਾਵਾਂ ਨੇ, ਚਾਹੇ 2012 ਦੇ ਵਿੱਚ ਜਦੋਂ ਨਿਰਭਇਆ ਕਾਂਡ ਹੋਇਆ, ਉਸ ਤੋਂ ਬਾਅਦ ਪ੍ਰਿਯੰਕਾ ਰੈਡੀ, ਉਹਦਾ ਜਿਹੜਾ ਵਿਚਲਾ ਸਮਾਂ ਸੀ ਉਹਦੇ ਵਿੱਚ ਵੀ ਅਸੀਂ ਇਹੋ ਜਿਹੀਆਂ ਘਟਨਾਵਾਂ ਅਖਬਾਰਾਂ 'ਚ ਪੜ੍ਹਦੇ ਰਹੇ। ਤੁਸੀਂ ਸੁਣ ਕੇ ਹੈਰਾਨ ਰਹੋਗੇ, ਤੁਸੀਂ ਵੀ ਪੜ੍ਹਦੇ ਹੀ ਰਹਿੰਦੇ ਹੋ ਜੀ, ਕਿ ਸਾਡੇ ਮੁਲਕ ਦੇ ਵਿੱਚ 10 ਦਿਨ ਦੀ ਬੱਚੀ ਨਾਲ ਵੀ ਬਲਾਤਕਾਰ ਹੋਇਆ, ਹੈ ਨਾ। ਰੋਜ਼ ਦਿਹਾੜੇ ਕ੍ਰਾਈਮ ਹੋ ਰਹੇ ਨੇ। ਅਸੀਂ ਕਹਿੰਦੇ ਸੀ ਕਿ ਪੰਜਾਬੀ ਲੋਕ ਨੇ ਜਿਹੜੇ ਹਾਲੇ ਫਿਰ ਵੀ ਆਪਣੀ ਜ਼ਮੀਨ ਨਾਲ ਜੁੜੇ ਹੋਏ ਨੇ, ਆਪਣੇ ਸੱਭਿਆਚਾਰ ਨਾਲ ਜੁੜੇ ਹੋਏ ਨੇ, ਪਰ ਬੜੀ ਸ਼ਰਮਿੰਦਗੀ ਵਾਲੀ ਘਟਨਾ ਹੈ ਕਿ 10 ਕੁ ਦਿਨ ਪਹਿਲਾਂ ਹੀ ਪਾਤੜਾ ਸ਼ਹਿਰ ਦੇ ਨੇੜੇ ਇੱਕ ਕਸਬੇ 'ਚ ਇੱਕ ਘਟਨਾ ਹੋਈ ਕਿ 65 ਸਾਲ ਦੀ ਬਜ਼ੁਰਗ ਔਰਤ ਨਾਲ 20 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਜਿਹੜੇ ਉਹ ਰੇਪ ਕਰਦੇ ਨੇ, ਉਸ ਤੋਂ ਬਾਅਦ ਉਹਦਾ ਕਤਲ ਕਰਦੇ ਨੇ, ਹੈ ਨਾ। ਇੱਥੋਂ ਪਤਾ ਲੱਗਦਾ ਕਿ ਸਮਾਜਿਕ ਤੌਰ 'ਤੇ ਅਸੀਂ ਜਿਵੇਂ ਮਰਜ਼ੀ ਵਿਚਰ ਰਹੇ ਹਾਂ ਪਰ ਮਾਨਸਿਕ ਤੌਰ 'ਤੇ ਅਸੀਂ ਬਹੁਤ ਗੰਦੇ ਹੋ ਗਏ ਹਾਂ ਅਤੇ ਸਾਨੂੰ ਜਿਹੜੀ ਆ ਨੈਤਿਕ ਸਿੱਖਿਆ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਮੈਂ ਬੜੀ ਹੈਰਾਨ ਹੁੰਦੀ ਹਾਂ ਵੀ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਕਿਸੇ ਵੀ ਸਕੂਲ ਦੇ ਵਿੱਚ ਦਾਖਲ ਕਰਵਾਉਣ ਲੈ ਕੇ ਜਾਂਦੇ ਹਾਂ, ਅਸੀਂ ਸਕੂਲ ਦਾ ਅਰਥ ਹੀ ਇਹ ਕੱਢਦੇ ਹਾਂ ਕਿ ਸਕੂਲ ਉਹ ਥਾਂ ਹੈ ਜਿੱਥੋਂ ਸਾਡੇ ਬੱਚੇ ਨੇ ਸਿੱਖਿਆ ਲੈਣੀ ਆ। ਪਰ ਸਾਡੇ ਦਿਮਾਗ ਦੇ ਵਿੱਚ ਸਿੱਖਿਆ ਦਾ ਜਿਹੜਾ ਸਕੇਲ ਆ ਉਹ ਇੱਕੋ ਚੀਜ਼ 'ਤੇ ਰਹਿ ਗਿਆ ਕਿ ਸਿੱਖਿਆ ਮਿਲਣੀ ਚਾਹੀਦੀ ਹੈ ਜੀ, ਹਰ ਸਬਜੈਕਟ ਦਾ ਇਹਨੂੰ ਪਤਾ ਹੋਣਾ ਚਾਹੀਦਾ, ਇਹਨੂੰ ਨੌਲੇਜ ਹੋਣੀ ਚਾਹੀਦੀ ਆ। ਕੱਲ੍ਹ ਨੂੰ ਮੇਰਾ ਬੱਚਾ ਕਿਸੇ ਕੰਪੀਟੀਸ਼ਨ ਲਈ ਕਿਸੇ ਐਂਟਰੈਂਸ 'ਚ ਜਾਂਦਾ ਤਾਂ ਉਹਦਾ ਸਕੋਰ ਬਹੁਤ ਚੰਗਾ ਹੋਣਾ ਚਾਹੀਦਾ, ਉਹ ਕਾਮਯਾਬ ਹੋਣਾ ਚਾਹੀਦਾ। ਪਰ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਵਿੱਚ ਸ਼ਾਇਦ ਅਸੀਂ ਵੀ ਆਉਂਦੇ ਹੋਵਾਂਗੇ ਵੀ ਕਦੀ ਆਪਾਂ ਕਿਸੇ ਸਕੂਲ 'ਚ ਜਾ ਕੇ ਪੁੱਛਿਆ ਕਿ ਮੋਰਲ ਐਜੂਕੇਸ਼ਨ 'ਤੇ ਜਾਂ ਨੈਤਿਕ ਕਦਰਾਂ ਕੀਮਤਾਂ 'ਤੇ ਤੁਸੀਂ ਮੇਰੇ ਬੱਚੇ ਨੂੰ ਹਫ਼ਤੇ ਦੇ ਵਿੱਚੋਂ ਕਿੰਨੇ ਪੀਰੀਅਡ ਨੇ ਜਿਹੜੇ ਉਹਨਾਂ ਚੀਜ਼ਾਂ 'ਤੇ ਤੁਸੀਂ ਦਿੰਦੇ ਹੋ ਕਿ ਮੇਰਾ ਬੱਚਾ ਉਹ ਸਿੱਖਿਆ ਲੈ ਸਕੇ, ਹੈ ਨਾ। ਅਤੇ ਇਸੇ ਲਈ ਮਤਲਬ ਅਸੀਂ
ਬਹੁਤ ਜ਼ਿਆਦਾ ਦੇਖ ਰਹੇ ਹਾਂ ਕਿ 13 ਤੋਂ 14 ਸਾਲ ਦੀ ਉਮਰ ਤੱਕ ਦੇ ਬੱਚੇ ਵੀ ਨੇ ਜਿਹੜੇ ਮੁੰਡੇ ਨੇ ਉਹ ਵੀ ਰੇਪ ਕਰ ਰਹੇ ਨੇ, ਕੁੜੀਆਂ ਨਾਲ ਨਹੀਂ ਬਲਕਿ ਮੁੰਡਿਆਂ ਨਾਲ ਵੀ ਹੋ ਰਹੇ ਨੇ। ਬਿਲਕੁਲ। ਤੇ ਇੱਕ ਚੀਜ਼ ਮੈਂ ਹੋਰ ਵੀ ਦੇਖਦੀ ਹਾਂ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਐਜੂਕੇਸ਼ਨ, ਆਪਾਂ ਫਿਜ਼ੀਕਲੀ ਫਿੱਟ ਹੋਣ ਦੇ ਲਈ ਆਪਣੇ ਕੋਲ ਥਾਂ ਜਿਮ ਖੁੱਲ੍ਹੇ ਹੋਏ ਨੇ, ਪਰ ਆਪਾਂ ਮੈਂਟਲੀ ਫਿੱਟ ਨਹੀਂ ਹੈਗੇ। ਜਦੋਂ ਪਿੱਛੇ ਜੇ ਅਸੀਂ ਮੈਂਟਲ ਹੈਲਥ ਦਿਹਾੜਾ ਮਨਾ ਰਹੇ ਸੀਗੇ ਤਾਂ ਉਸ ਟਾਈਮ ਵੀ ਇੱਕ WHO ਦੀ ਇੱਕ ਸਟੇਟਮੈਂਟ ਆਉਂਦੀ ਹੈ, ਕਹਿੰਦੇ ਦੇਰ ਇਜ਼ ਨੋ ਹੈਲਥ ਵਿਦਆਊਟ ਅ ਮੈਂਟਲ ਹੈਲਥ। ਜਿੰਨੀ ਦੇਰ ਤੱਕ ਅਸੀਂ ਮਾਨਸਿਕ ਤੌਰ 'ਤੇ ਸੰਤੁਸ਼ਟ ਜਾਂ ਫਿਰ ਸਿਹਤਮੰਦ ਨਹੀਂ ਹੋਵਾਂਗੇ ਤਾਂ ਮਤਲਬ ਅਸੀਂ ਸਿਹਤਮੰਦ ਨਹੀਂ ਹੈਗੇ, ਸਿਹਤਮੰਦ ਲੋਕਾਂ ਦੇ ਵਿੱਚ ਨਹੀਂ ਗਿਣੇ ਜਾਵਾਂਗੇ। ਤੇ ਮੋਰਲ ਐਜੂਕੇਸ਼ਨ ਜਿਹੜੀ ਚੀਜ਼ਾਂ ਨੇਗੀਆਂ, ਹੁਣ ਆਪਾਂ ਕੱਲ੍ਹ ਹੀ ਕੋਈ ਗੱਲ ਸੁਣਾ ਰਿਹਾ ਸੀਗਾ ਵੀ ਬੱਸ 'ਚ ਕਿਸੇ ਜਨਾਨੀ ਨੂੰ ਕਿਸੇ ਬੰਦੇ ਨੇ ਛੇੜਤਾ। ਉਹ ਨਾ ਤਾਂ ਬੱਚਾ ਸੀ, ਨਾ ਹੀ ਉਹ ਨੌਜਵਾਨ ਵਰਗ ਦੇ ਵਿੱਚ ਆਉਂਦਾ ਸੀ, ਉਹ ਉਸ ਵਰਗ ਦੇ ਵਿੱਚ ਆਉਂਦਾ ਸੀ ਜਿਨ੍ਹਾਂ ਮਤਲਬ ਸਾਡੇ ਮਦਰ ਫਾਦਰ ਦੀ ਏਜ ਦੇ ਜਿਹੜੇ ਲੋਕ ਹੁੰਦੇ ਨੇਗੇ, ਉਹ ਲੋਕ ਜਿਨ੍ਹਾਂ ਤੋਂ ਅਸੀਂ ਇਹ ਚੀਜ਼ਾਂ ਐਕਸਪੈਕਟ ਨਹੀਂ ਕਰ ਸਕਦੇ, ਜਾਂ ਫਿਰ ਸ਼ਾਇਦ ਅਸੀਂ ਕਿਤੇ ਨਾ ਕਿਤੇ ਜੇ ਕਿਤੇ ਇਨਸਿਕਿਉਰ ਫੀਲ ਕਰਦੇ ਹੋਈਏ ਕਿਸੇ ਜਗ੍ਹਾ ਦੇ ਉੱਪਰ ਖੜ੍ਹ ਕੇ, ਅਸੀਂ ਉਸ ਉਮਰ ਦੇ ਬੰਦੇ ਕੋਲੇ ਜਾਣਾ ਪਸੰਦ ਕਰਾਂਗੇ ਕਿ ਇਹ ਸਾਡੇ ਪਿਓ ਦੀ ਜਾਂ ਮਾਂ ਦੀ ਉਮਰ ਦਾ ਬੰਦਾ, ਅਸੀਂ ਇਹਦੇ ਕੋਲੇ ਉਹਦੀ ਉਮਰ ਦੀ ਸੰਜੀਦਗੀ ਦੇਖ ਕੇ ਅਸੀਂ ਇਹਦੇ ਕੋਲੇ ਸ਼ਾਇਦ ਸੇਫ ਹੋਵਾਂਗੇ। ਪਰ ਮੈਨੂੰ ਲੱਗਦਾ ਕਿ ਮੋਰਲ ਐਜੂਕੇਸ਼ਨ ਦੀ ਜ਼ਰੂਰਤ ਬੱਚਿਆਂ ਨੂੰ ਜਾਂ ਫਿਰ ਨੌਜਵਾਨ ਲੋਕਾਂ ਨੂੰ ਨਹੀਂ ਹੈਗੀ, ਉਸ ਤੋਂ ਉੱਪਰਲਾ ਵੀ ਜਿਹੜਾ ਇੱਕ ਵਰਗ ਆ ਜਿਹਨੂੰ ਅਸੀਂ ਮੈਚਿਓਰ ਕਹਿ ਦਿੰਦੇ ਆ, ਤੇ ਉਹਨਾਂ ਨੂੰ ਵੀ ਜ਼ਰੂਰਤ ਹੈਗੀ ਹੈ ਇਸ ਚੀਜ਼ ਦੀ, ਹੈ ਨਾ। ਤੇ ਇਸ ਚੀਜ਼ ਨੂੰ ਸ਼ੁਰੂ ਕਿੱਥੋਂ ਕੀਤਾ ਜਾ ਸਕਦਾ? ਗੁਰਦੇਵ, ਮੇਰੇ ਹਿਸਾਬ ਨਾਲ ਪਹਿਲਾਂ ਕੀ ਹੁੰਦਾ ਸੀ, ਸਾਂਝੇ ਪਰਿਵਾਰ ਹੁੰਦੇ ਸੀ, ਹੈ ਨਾ। ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਇਹੋ ਜਿਹੀਆਂ ਹੁੰਦੀਆਂ ਸੀ, ਖਾਸ ਕਰਕੇ ਮਾਨਸਿਕ ਉਲਝਣਾਂ ਜਿਹੜੀਆਂ ਤੁਹਾਨੂੰ ਹਰ ਉਮਰ 'ਚ ਹਰ ਸਮੇਂ ਦੌਰਾਨ ਕੋਈ ਨਾ ਕੋਈ ਘਰ ਦੇ ਵਿੱਚ ਇਹੋ ਜਿਹਾ ਬੰਦਾ ਹੁੰਦਾ ਸੀ ਵੀ ਉਹਦੇ ਤੋਂ ਤੁਹਾਨੂੰ ਆਪਣੀਆਂ ਉਹਨਾਂ ਉਲਝਣਾਂ ਦੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਸੀ, ਹੈ ਨਾ। ਪਰ ਹੁਣ ਕੀ ਅਸੀਂ ਇਕੱਲੇ ਹੋ ਗਏ ਹਾਂ। ਤੁਸੀਂ ਗੱਲ ਕਰ ਰਹੇ ਸੀ ਜਿਵੇਂ ਮੈਂਟਲ ਹੈਲਥ ਦੀ ਗੱਲ ਕਰ ਰਹੇ ਸੀ, ਹੈ ਨਾ। ਉਹ ਜ਼ਰੂਰੀ ਨਹੀਂ ਕਿ ਕਿਸੇ ਅਨਪੜ੍ਹ ਵਿਅਕਤੀ ਹੀ ਮਾਨਸਿਕ ਤੌਰ 'ਤੇ ਬਿਮਾਰ ਹੋਣਗੇ, ਜਾਂ ਲੋਕਾਂ 'ਚ ਇਹੀ ਧਾਰਨਾ ਹੈ ਕਿ ਜੀ ਸਿੱਖਿਆ ਦੀ ਕਮੀ ਹੈ ਨਾ। ਸਿੱਖਿਆ ਦੀ ਕਮੀ ਨਹੀਂ ਹੈਗੀ, ਵਾਕਿਆ ਹੀ ਨੈਤਿਕ ਸਿੱਖਿਆ ਦੀ ਕਮੀ ਹੈ ਨਾ। ਸ਼ੁਰੂਆਤ ਜੇ ਮੈਂ ਕਹਾਂ ਅਸੀਂ ਕਰਨੀ ਹੋਵੇ ਤਾਂ ਸ਼ੁਰੂਆਤ ਤਾਂ ਤੁਸੀਂ ਸਭ ਤੋਂ ਪਹਿਲਾਂ ਆਪਣੇ ਪਰਿਵਾਰ 'ਚ ਕਰੋ। ਕਿ ਅਸੀਂ ਇਹ ਸੋਚ ਲੈਂਦੇ ਹਾਂ ਕਿ ਜਦੋਂ ਮੇਰਾ ਬੱਚਾ ਵੱਡਾ ਹੋ ਰਿਹਾ ਹੈ ਤਾਂ ਮੈਂ ਉਹਨੂੰ ਹਰ ਸਹੂਲਤ ਦੇਵਾਂ, ਉਹਨੂੰ ਵਧੀਆ ਸਕੂਲ 'ਚ ਪੜ੍ਹਾਵਾਂ, ਉਹਦੇ ਕੱਪੜੇ ਨੇ ਜਿਹੜੇ ਉਹ ਬ੍ਰਾਂਡਡ ਪਾਏ ਹੋਣ, ਹੈ ਨਾ। ਪਰ ਅਸੀਂ ਇਹ ਨਹੀਂ ਦੇਖਦੇ ਕਿ ਮੈਂ ਸਰੀਰਕ ਤੌਰ 'ਤੇ ਇਹਨੂੰ ਬਹੁਤ ਸੋਹਣੇ ਤਰੀਕੇ ਨਾਲ ਪਾਲ ਰਿਹਾ, ਪਰ ਕੀ ਮੈਂ ਮਾਨਸਿਕ ਤੌਰ 'ਤੇ ਵੀ ਉਹਨੂੰ ਉਸੇ ਤਰੀਕੇ ਨਾਲ ਪਾਲ ਰਿਹਾ। ਅਸੀਂ ਸਮਝਦੇ ਹਾਂ ਕਿ ਜੇ ਬੱਚੇ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਨੇ ਤਾਂ ਅਸੀਂ ਉਹਦੀ ਪਾਲਣਾ ਬਹੁਤ ਚੰਗੇ ਤਰੀਕੇ ਨਾਲ ਕਰ ਰਹੇ ਹਾਂ, ਜਦ ਕਿ ਇਹੋ ਜਿਹਾ ਨਹੀਂ ਹੁੰਦਾ। ਸਾਨੂੰ ਬੱਚੇ ਦੇ ਸਰੀਰਕ ਚੀਜ਼ਾਂ 'ਤੇ ਜਿੰਨਾ ਧਿਆਨ ਦੇਣਾ ਚਾਹੀਦਾ, ਉਸ ਤੋਂ ਵੱਧ ਉਸ ਦੀਆਂ ਮਾਨਸਿਕ ਲੋੜਾਂ 'ਤੇ ਧਿਆਨ ਦੇਣਾ ਚਾਹੀਦਾ। ਹਰ ਉਮਰ 'ਚ ਹਰ ਸਾਲ ਨਾਲ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ, ਉਹਦੀ ਮਾਨਸਿਕਤਾ ਜਿਹੜੀ ਉਸੇ ਤਰ੍ਹਾਂ ਵਿਕਾਸ ਕਰਦੀ ਆ, ਉਸੇ ਤਰ੍ਹਾਂ ਦੀਆਂ ਉਲਝਣਾਂ ਉਹ ਫੇਸ ਕਰਦਾ। ਜੇ ਬਾਹਰ ਨਿਕਲੇਗਾ ਤਾਂ ਉਹਦੇ ਦਿਮਾਗ 'ਚ ਹੋਰ ਚੀਜ਼ਾਂ ਆਉਂਦੀਆਂ ਨੇ, ਜਦੋਂ ਉਹ ਘਰੇ ਰਹਿੰਦਾ ਤਾਂ ਹੋਰ ਚੀਜ਼ਾਂ ਉਹਦੇ ਦਿਮਾਗ 'ਚ ਚੱਲਦੀਆਂ ਨੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝਦੇ ਹੋਏ ਮਾਂ ਪਿਓ ਨੂੰ ਜ਼ਰੂਰ ਚਾਹੀਦਾ ਕਿ ਤੁਸੀਂ ਦਿਨ 'ਚੋਂ ਬਹੁਤ ਜ਼ਿਆਦਾ ਸਮਾਂ ਨਹੀਂ, ਪਰ 1 ਘੰਟਾ ਜਿਹੜਾ ਉਹ ਆਪਣੇ ਬੱਚੇ ਨੂੰ ਜ਼ਰੂਰ ਦਿਓ। ਬਿਲਕੁਲ। ਉਸ ਸਮੇਂ ਵੀ ਅਸੀਂ ਆਪਣੇ ਆਪ ਨੂੰ ਮਾਂ-ਬਾਪ ਸਮਝਣ ਲੱਗ ਜਾਂਦੇ ਹਾਂ। ਉਸ ਸਮੇਂ ਸਾਨੂੰ ਚਾਹੀਦਾ ਕਿ ਅਸੀਂ ਮਾਂ-ਬਾਪ ਹੋ ਕੇ ਨਹੀਂ, ਇੱਕ ਬੱਚੇ ਹੋ ਕੇ ਉਹਦੇ ਨਾਲ ਵਿਚਰੀਏ, ਤਾਂ ਜੋ ਆਪਣੀ ਉਸ ਉਮਰ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਉਹ ਸਾਡੇ ਨਾਲ ਕਰ ਸਕੇ, ਹੈ ਨਾ। ਉਸ ਤੋਂ ਬਾਅਦ ਜਦੋਂ ਬੱਚਾ 10 ਜਾਂ 11 ਸਾਲ ਦਾ ਹੋ ਜਾਂਦਾ ਤਾਂ ਸਾਡੀ ਸੋਚ ਕੀ ਬਣ ਜਾਂਦੀ ਹੈ ਕਿ ਹੁਣ ਇਹ ਸਿਆਣਾ ਹੋ ਗਿਆ, ਹੈ ਨਾ। ਅਸੀਂ ਹਰ ਗਲਤੀ ਦੇ ਉੱਤੇ ਝਿੜਕਣਾ ਸ਼ੁਰੂ ਕਰ ਦਿੰਦੇ ਹਾਂ। ਉਸ ਸਮੇਂ ਉਹਦੇ ਵਿੱਚ ਸਰੀਰਕ ਜਿਹੜੇ ਬਦਲਾਅ ਨੇ ਉਹ ਵੀ ਆਉਂਦੇ ਨੇ, ਜੋ ਜ਼ਿਆਦਾਤਰ ਪਰਿਵਾਰਾਂ ਦੇ ਵਿੱਚ ਇਹ ਹੁੰਦਾ ਵੀ ਜੇ ਕੁੜੀਆਂ ਮੁੰਡਿਆਂ ਬਾਰੇ ਗੱਲ ਕਰਦੀਆਂ ਨੇ ਤਾਂ ਪੇਰੈਂਟਸ ਝਿੜਕਣਾ ਸ਼ੁਰੂ ਕਰ ਦਿੰਦੇ ਨੇ। ਅਸੀਂ ਉੱਥੇ ਇਹ ਨਹੀਂ ਸਮਝਦੇ ਕਿ ਉਹਦੇ ਹਾਰਮੋਨ ਚੇਂਜ ਹੋ ਰਹੇ ਨੇ, ਉਹਦੇ ਅੰਦਰ ਇੱਕ ਖਿੱਚ ਆ ਜਿਹੜੀ ਦੂਜੇ ਬੰਦੇ ਪ੍ਰਤੀ ਹੋਣੀ ਜ਼ਰੂਰੀ ਬਣ ਜਾਂਦੀ ਹੈ, ਹੈ ਨਾ। ਉਹਦੀ ਉਮਰ ਦੀ ਇਹ ਨਜ਼ਾਕਤ ਹੈ। ਅਸੀਂ ਝਿੜਕਣਾ ਸ਼ੁਰੂ ਕਰ ਦਿੰਦੇ ਹਾਂ, ਜਦ ਕਿ ਸਾਨੂੰ ਚਾਹੀਦਾ ਹੈ ਕਿ ਅਸੀਂ ਹਰ ਵਕਤ ਉਸ ਉਮਰ ਦੇ ਹਾਣ ਦੇ ਹੋ ਕੇ ਨਿਭੀਏ ਕਿ ਜਦੋਂ ਮੈਂ ਅੱਜ ਤੋਂ 20-25 ਸਾਲ ਪਹਿਲਾਂ ਇਸ ਉਮਰ 'ਚ ਸੀ ਤਾਂ ਇਹ ਬਦਲਾਅ ਮੈਂ ਵੀ ਮਹਿਸੂਸ ਕੀਤੇ, ਹੈ ਨਾ। ਉਸ ਸਟੇਜ 'ਤੇ ਸਾਨੂੰ ਜਾ ਕੇ ਬੱਚੇ ਨੂੰ ਸਮਝਾਉਣਾ ਚਾਹੀਦਾ। ਜੇ ਤੁਸੀਂ ਉਹਦੀ ਹਰ ਮਾਨਸਿਕ ਉਲਝਣ ਦਾ ਜਵਾਬ ਜਿਹੜਾ ਉਹਨੂੰ ਦਿੰਦੇ ਆ ਤਾਂ ਮੈਂ ਇਹ ਗੱਲ ਮਤਲਬ ਬਹੁਤ ਸ਼ੋਰਲੀ ਕਹਿ ਸਕਦੀ ਹਾਂ ਕਿ ਬੱਚਾ ਜਿਹੜਾ ਮਾਨਸਿਕ ਤੌਰ 'ਤੇ ਵੀ ਓਨਾ ਹੀ ਵਧੀਆ ਤਰੀਕੇ ਨਾਲ ਪਲ ਰਿਹਾ ਹੁੰਦਾ ਜਿੰਨਾ ਕਿ ਸਰੀਰਕ ਤੌਰ 'ਤੇ। ਹਾਂ, ਮੈਨੂੰ ਲੱਗਦਾ ਇੱਕ ਚੀਜ਼ ਇਹ ਵੀ ਹੈ ਵੀ ਜਿਹੜੇ ਕਮਿਊਨੀਕੇਸ਼ਨ ਗੈਪ ਤੁਸੀਂ ਕਹਿੰਦੇ ਹੋ ਕਿ ਪੇਰੈਂਟਸ ਤੇ ਬੱਚਿਆਂ ਦੇ ਵਿੱਚ ਜਿਹੜਾ ਆ ਜਾਂਦਾ, ਉਹ ਵੀ ਬਹੁਤ ਸਾਰੀਆਂ ਚੀਜ਼ਾਂ ਨੂੰ ਜਨਮ ਦੇ ਦਿੰਦਾ, ਜਿਹਦੇ ਨਾਲ ਨਜਿੱਠਣਾ ਬਾਅਦ 'ਚ ਫਿਰ ਬਹੁਤ ਔਖਾ ਹੋ ਜਾਂਦਾ ਹੈ। ਅਗਰ ਪੇਰੈਂਟਸ ਕੋਈ ਬਾਹਰ ਕੋਈ ਇੱਦਾਂ ਦੀ ਸਿਚੁਏਸ਼ਨ ਫੇਸ ਕਰਦੇ ਨੇ ਕਿ ਉਹਨਾਂ ਨੂੰ ਲੱਗਦਾ ਕਿ ਕਿਸੇ ਯੰਗਸਟਰ ਨੂੰ ਦੇਖ ਕੇ ਉਹਨਾਂ ਦਾ ਕੋਈ ਹਰਕਤ ਦੇਖ ਕੇ ਉਹਨਾਂ ਨੂੰ ਮਾੜਾ ਲੱਗਿਆ, ਤਾਂ ਉਹਨਾਂ ਨੂੰ ਜ਼ਰੂਰ ਉਹ ਚੀਜ਼ਾਂ ਆਪਣੇ ਬੱਚਿਆਂ ਨਾਲ ਆ ਕੇ ਸ਼ੇਅਰ ਕਰਨੀਆਂ ਚਾਹੀਦੀਆਂ ਨੇਗੀਆਂ ਕਿ ਅੱਜ ਮੈਂ ਬਾਹਰ ਗਿਆ, ਇਹ ਚੀਜ਼ਾਂ ਹੋਈਆਂ ਤੇ ਮੈਨੂੰ ਦੇਖ ਕੇ ਇਹ ਚੀਜ਼ਾਂ ਬੜਾ ਬੁਰਾ ਮਹਿਸੂਸ ਹੋਇਆ ਨਾ। ਤੇ ਓਬਵੀਅਸਲੀ ਜਦੋਂ ਪੇਰੈਂਟ ਇੱਦਾਂ ਦੀ ਗੱਲ ਕਰਨਗੇ ਤਾਂ ਬੱਚੇ ਉਸ ਚੀਜ਼ ਬਾਰੇ ਜ਼ਰੂਰ ਸੋਚਣਗੇ ਕਿ ਅਸੀਂ ਸੁਸਾਇਟੀ ਦੇ ਵਿੱਚ ਜਾ ਕੇ ਬਾਹਰ ਕਿਵੇਂ ਵਿਚਰਨਾ ਆ, ਹੈ ਨਾ। ਵੀ ਇਹ ਚੀਜ਼ਾਂ ਜਿਹੜੀਆਂ
ਕਈ ਵਾਰ ਸਾਨੂੰ ਨਹੀਂ ਮਹਿਸੂਸ ਹੁੰਦਾ ਵੀ ਮੇਰਾ ਇੱਕ ਐਕਟ ਆ ਜਿਹੜਾ ਕਿਸੇ ਨੂੰ ਕਿੰਨਾ ਬੁਰਾ ਲੱਗ ਸਕਦਾ ਹੈ, ਜਾਂ ਮੇਰੀ ਜਿਹੜੀ ਹਰਕਤ ਆ ਉਹ 20 ਜਣੇ ਹੋਰ ਦੇਖ ਰਹੇ ਨੇਗੇ ਤੇ ਉਹ ਕਿੰਨਾ ਬੁਰਾ ਮਹਿਸੂਸ ਕਰਨਗੇ, ਹੈ ਨਾ। ਸੋ ਪੇਰੈਂਟਸ ਨੂੰ ਵੀ ਜਾ ਕੇ ਗੱਲ ਕਰਨੀ ਚਾਹੀਦੀ ਹੈ ਕਿ ਦੇਖੋ ਬਾਹਰ ਜਦੋਂ ਅਸੀਂ ਇਦਾਂ ਦੀਆਂ ਚੀਜ਼ਾਂ ਦੇਖਦੇ ਹਾਂ ਸਾਨੂੰ ਬੁਰਾ ਮਹਿਸੂਸ ਹੁੰਦਾ। ਤੇ ਦੂਸਰਾ, ਬੱਚਿਆਂ ਨੂੰ ਵੀ ਪੇਰੈਂਟਸ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਫਲਾਣੀ ਤਾਂ ਅੱਜ ਜਦੋਂ ਮੈਂ ਗਿਆ ਪਾਪਾ ਤੁਹਾਡੀ ਏਜ ਦਾ ਬੰਦਾ ਸੀ, ਜਾਂ ਮੰਮੀ ਤੁਹਾਡੀ ਏਜ ਦੀ ਜਿਹੜੀ ਜਨਾਨੀ ਸੀਗੀ ਉਹਦੀ ਮੈਨੂੰ ਇਹ ਚੀਜ਼ ਆ ਜਿਹੜੀ ਉਹ ਮਾੜੀ ਲੱਗੀ, ਹੈ ਨਾ। ਕਿਉਂਕਿ ਮੋਰਲ ਐਜੂਕੇਸ਼ਨ ਸਿਰਫ ਬੱਚਿਆਂ ਨੂੰ ਹੀ ਨਹੀਂ ਚਾਹੀਦੀ, ਮੈਨੂੰ ਲੱਗਦਾ ਹੁੰਦਾ ਹੈਗਾ ਕਿ ਮੈਚਿਓਰ ਜਿਹੜਾ ਵਰਗ ਆ ਆਪਣੀ ਸੁਸਾਇਟੀ ਦਾ ਉਹਨਾਂ ਨੂੰ ਵੀ ਜ਼ਰੂਰਤ ਆ। ਕਮਿਊਨੀਕੇਸ਼ਨ ਗੈਪ ਦੇ ਨਾਲ ਜਦੋਂ ਅਸੀਂ ਆਪਸ 'ਚ ਗੱਲ ਕਰਾਂਗੇ ਕਿ ਆਹ ਚੀਜ਼ਾਂ ਸਾਨੂੰ ਬਾਹਰ ਬੁਰੀਆਂ ਲੱਗਦੀਆਂ ਨੇ ਜਦੋਂ ਅਸੀਂ ਦੇਖਦੇ ਹਾਂ ਜਾਂ ਹੁੰਦੀਆਂ, ਜਾਂ ਸਾਡੇ ਕਿਸੇ ਦੋਸਤ ਦੇ ਨਾਲ ਇੱਦਾਂ ਹੋਇਆ, ਤਾਂ ਕਿਤੇ ਨਾ ਕਿਤੇ ਜਦੋਂ ਬੱਚੇ ਉਹ ਚੀਜ਼ ਘਰੇ ਆ ਕੇ ਗੱਲ ਕਰਨਗੇ ਤਾਂ ਪੇਰੈਂਟਸ ਦੇ ਦਿਮਾਗ 'ਚ ਵੀ ਜਾਊਗਾ ਕਿ ਅਸੀਂ ਇੱਕ ਰਿਸਪੌਂਸਿਬਲ ਸਿਟੀਜ਼ਨ ਵੀ ਹਾਂ ਤੇ ਦੂਸਰਾ ਰਿਸਪੌਂਸਿਬਲ ਪੇਰੈਂਟਸ ਵੀ ਹਾਂ। ਜੇ ਸਾਡੇ ਬੱਚੇ ਨੂੰ ਇਹ ਚੀਜ਼ ਬੁਰੀ ਲੱਗ ਸਕਦੀ ਹੈ ਜਿਨ੍ਹਾਂ ਦੇ ਨਾਲ ਅਸੀਂ ਕਰਕੇ ਆਏ ਜਾਂ ਜਿਨ੍ਹਾਂ ਦੇ ਨਾਲ ਹੋ ਰਹੀ ਸੀਗੀ, ਉਹਨਾਂ ਨੂੰ ਵੀ ਇਹ ਚੀਜ਼ ਬੁਰੀ ਲੱਗੀ ਹੋਊਗੀ ਤੇ ਇਹ ਚੀਜ਼ ਅਸੀਂ ਨਾ ਕਰੀਏ। ਬਿਲਕੁਲ, ਸਮੇਂ ਦੇ ਹਿਸਾਬ ਨਾਲ ਸਾਨੂੰ ਜਿਹੜਾ ਪਰਿਵਾਰਾਂ ਦਾ ਮਾਹੌਲ ਆ ਉਹ ਵੀ ਬਦਲ ਲੈਣਾ ਚਾਹੀਦਾ। ਜਦ ਕਿ ਸਾਡੇ ਪਰਿਵਾਰਾਂ 'ਚ ਹਾਲੇ ਤੱਕ ਵੀ ਇਹੀ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਕਿ ਬਹੁਤ ਸਾਰੀਆਂ ਗੱਲਾਂ ਬਾਰੇ ਖੁੱਲ੍ਹ ਕੇ ਗੱਲ ਹੀ ਨਹੀਂ ਕਰਨ ਦਿੱਤੀ ਜਾਂਦੀ, ਹੈ ਨਾ। ਪਹਿਲਾ ਸਮਾਂ ਹੋਰ ਸੀਗਾ, ਮਾਹੌਲ ਥੋੜ੍ਹੇ ਜਿਹੇ ਸੰਗਾਵੇਂ ਸੀ, ਕੁੜੀਆਂ ਪਿਓ ਨਾਲ ਨਹੀਂ ਸੀ ਗੱਲ ਕਰਦੀਆਂ ਖੁੱਲ੍ਹ ਕੇ, ਜਾਂ ਮੁੰਡੇ ਨੇ ਜਿਹੜੇ ਉਹ ਆਪਣੀ ਮਾਂ ਨਾਲ ਨਹੀਂ ਸੀ ਗੱਲ ਕਰਦੇ। ਪਰ ਹੁਣ ਸਮਾਂ ਬਹੁਤ ਜ਼ਿਆਦਾ ਤਬਦੀਲ ਹੋ ਗਿਆ। ਸਾਨੂੰ ਪਰਿਵਾਰ ਦੇ ਵਿੱਚ ਇੰਨੀ ਕੁ ਖੁੱਲ੍ਹ ਆ ਜਿਹੜੀ ਆਪਸ ਵਿੱਚ ਜ਼ਰੂਰ ਹੋਣੀ ਚਾਹੀਦੀ ਹੈ ਵੀ ਅਸੀਂ ਜੇ ਪਤਨੀ ਨੂੰ ਕੋਈ ਉਲਝਣ ਆ ਤਾਂ ਉਹ ਪਤੀ ਨਾਲ ਕਰ ਸਕੇ, ਜੇ ਬੱਚਿਆਂ ਨੂੰ ਕੋਈ ਉਲਝਣ ਆ ਤਾਂ ਉਹ ਆਪਣੇ ਮਾਂ-ਬਾਪ ਨਾਲ ਉਸ ਬਾਰੇ 'ਚ ਖੁੱਲ੍ਹ ਕੇ ਗੱਲ ਕਰ ਸਕਣ, ਹੈ ਨਾ। ਮੈਂ ਹੈਰਾਨ ਹੋ ਜਾਂਦੀ ਹਾਂ ਵੀ ਜਦੋਂ ਆਪਾਂ ਕਹਿ ਦਿੰਦੇ ਹਾਂ ਕਿ ਜੀ ਜਿਹੜੀਆਂ ਚੀਜ਼ਾਂ ਨੇ ਸਿਰਫ ਬੱਚਿਆਂ ਨੂੰ ਸਿਖਾਉਣ ਦੀ ਲੋੜ ਆ, ਜਾਂ ਸਿਰਫ ਜਿਵੇਂ ਤੁਸੀਂ ਉਹੀ ਕਿਹਾ ਵੀ ਇਹਦਾ ਕੋਈ ਉਮਰ ਦਾ ਪੱਧਰ ਨਹੀਂ ਹੈਗਾ, ਇਹ ਸਾਰਿਆਂ ਲਈ ਜ਼ਰੂਰੀ ਆ। ਪਿੱਛੇ ਜੇ ਜਦੋਂ ਬਠਿੰਡੇ 'ਚ ਇੱਕ ਘਟਨਾ ਹੋਈ ਸੀ ਕਿ ਇੱਕ ਮਾਂ ਨੇ 7 ਵਰ੍ਹਿਆਂ ਬਾਅਦ ਉਹਦਾ ਜਿਹੜਾ ਪੁੱਤਰ ਹੋਇਆ ਸੀ ਉਹਦਾ ਉਹਨੇ ਕਤਲ ਕਰ ਦਿੱਤਾ, ਹੈ ਨਾ। ਤਾਂ ਅਸੀਂ ਉਸ ਸਮੇਂ ਵੀ ਲੋਕਾਂ ਨੇ ਇਹੀ ਚੀਜ਼ ਨੂੰ ਸ਼ੇਅਰ ਕਰੀ ਗਏ ਕਿ ਇੱਕ ਮਾਂ ਨੇ ਐਵੇਂ ਕੀਤਾ, ਇੱਕ ਮਾਂ ਨੇ ਐਵੇਂ ਕੀਤਾ, ਪਰ ਅਸੀਂ ਪਿੱਛੇ ਜਾ ਕੇ ਨਹੀਂ ਵੇਖਿਆ ਕਿ ਹੋ ਸਕਦਾ ਉਹ ਔਰਤ ਆ ਜਿਹੜੀ ਮਾਨਸਿਕ ਤੌਰ 'ਤੇ ਬਿਮਾਰ ਹੋ ਚੁੱਕੀ ਹੋਵੇ, ਉਹਨੂੰ ਮੋਰਲ ਐਜੂਕੇਸ਼ਨ ਦੇ ਨਾਲ ਨਾਲ ਮੈਂਟਲ ਜਿਹੜੀ ਉਹਦੀ ਹੈਲਥ ਆ ਉਹ ਖਰਾਬ ਹੋ ਚੁੱਕੀ ਹੈ ਤੇ ਉਹਨੂੰ ਉਸ ਟ੍ਰੀਟਮੈਂਟ ਦੀ ਜ਼ਰੂਰਤ ਹੈ ਨਾ। ਉਸ ਸਮੇਂ ਵੀ ਮੈਂ ਇੱਕ ਆਰਟੀਕਲ ਲਿਖਿਆ ਸੀਗਾ ਕਿ ਹੋ ਸਕਦਾ ਬਹੁਤ ਸਮਾਂ ਦਵਾਈਆਂ ਖਾਣ ਕਰਕੇ ਤੇ ਬਹੁਤ ਸਮਾਂ, ਤੁਹਾਨੂੰ ਪਤਾ ਹੀ ਹੈ ਕਿ ਸਾਡਾ ਸਮਾਜ ਤਾਨੇ ਦੇਣੇ ਸ਼ੁਰੂ ਕਰ ਦਿੰਦਾ ਜਦੋਂ ਬੱਚਾ ਨਹੀਂ ਹੁੰਦਾ, ਕਿ ਉਹ ਮਾਨਸਿਕ ਤੌਰ 'ਤੇ ਬਿਮਾਰ ਹੋ ਚੁੱਕੀ ਸੀ ਤੇ ਉਹਨੂੰ ਕਿਸੇ ਨੇ ਦੇਖਿਆ ਹੀ ਨਹੀਂ, ਉਹਦੀ ਇਸ ਚੀਜ਼ ਨੂੰ ਕਿਸੇ ਨੇ ਧਿਆਨ ਵਿੱਚ ਲਿਆਂਦਾ ਹੀ ਨਹੀਂ, ਹੈ ਨਾ। ਇਸੇ ਤਰੀਕੇ ਨਾਲ ਮੈਨੂੰ ਲੱਗਦਾ ਕਿ ਜੇ ਮਾਨਸਿਕ ਤੌਰ 'ਤੇ ਬਿਮਾਰ ਕਿਸੇ ਵੀ ਚੀਜ਼ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਤਾਂ ਉਹ ਸਭ ਤੋਂ ਜ਼ਿਆਦਾ ਔਰਤਾਂ ਨੇ, ਕਿਉਂਕਿ ਔਰਤਾਂ ਦੇ ਉੱਪਰ ਇੱਕ ਸਮਾਜਿਕ ਪ੍ਰੈਸ਼ਰ ਵੀ ਹੁੰਦਾ, ਔਰਤਾਂ ਦੇ ਉੱਤੇ ਇੱਕ ਘਰ ਦਾ ਪ੍ਰੈਸ਼ਰ ਵੀ ਹੁੰਦਾ, ਤੇ ਔਰਤਾਂ ਨੇ ਜਿਹੜੀਆਂ ਉਹ ਮਾਨਸਿਕ ਤੌਰ 'ਤੇ ਬਹੁਤ ਛੇਤੀ ਡਿਪਰੈਸ਼ਨ 'ਚ ਹੋ ਜਾਂਦੀਆਂ ਨੇ। ਜਦੋਂ ਘਰ 'ਚ ਮਾਂ ਹੀ ਬਿਮਾਰ ਹੋਏਗੀ ਤਾਂ ਉਹ ਆਪਣੇ ਬੱਚੇ ਨੂੰ ਜਾਂ ਜਿਹੜਾ ਜਿਹਨੂੰ ਉਹ ਪਾਲ ਰਹੀ ਹੈ ਤਾਂ ਉਹਨੂੰ ਉਹ ਮਾਨਸਿਕ ਤੌਰ 'ਤੇ ਕਿਵੇਂ ਤੰਦਰੁਸਤ ਪਾਲਣ ਪੋਸ਼ਣ ਕਰੇਗੀ ਉਹਦਾ। ਬਿਲਕੁਲ। ਤੇ ਇਹੀ ਦੋ ਅੱਜ ਦੇ ਐਪੀਸੋਡ ਦੇ ਵਿੱਚ ਅਸੀਂ ਦੋ ਚੀਜ਼ਾਂ ਇਹੀ ਕੱਢ ਸਕਦੇ ਹਾਂ। ਇੱਕ ਤੇ ਮੋਰਲ ਐਜੂਕੇਸ਼ਨ ਜਿਹੜੀ ਕਿ ਸਾਨੂੰ ਅਸੀਂ ਇਹ ਨਾ ਐਕਸਪੈਕਟ ਕਰੀਏ ਵੀ ਕਿਸੇ ਸਕੂਲ ਕਾਲਜ ਤੋਂ ਸਾਡੇ ਬੱਚੇ ਨੂੰ ਮਿਲੂਗੀ ਜਾਂ ਸਾਡੇ ਪਰਿਵਾਰਕ ਮੈਂਬਰਾਂ ਨੂੰ ਮਿਲੂਗੀ। ਇਹਦਾ ਜਿਹੜਾ ਮੁੱਢ ਆਪਾਂ ਘਰ ਤੋਂ ਹੀ ਕਰ ਸਕਦੇ ਹਾਂ। ਤੁਸੀਂ ਆਪਣੇ ਬੱਚੇ ਨੂੰ ਸਿਖਾਉਣਾ ਹੈ ਕਿ ਇਹ ਚੀਜ਼ਾਂ ਗਲਤ ਨੇ, ਇਹ ਚੀਜ਼ਾਂ ਸਹੀ ਨੇਗੀਆਂ। ਅਗਰ ਤੁਹਾਡੇ ਨਾਲ ਹੋ ਰਿਹਾ, ਚਾਹੇ ਉਹ ਕਿਸੇ ਦੇ ਨਾਲ ਵੀ ਹੋ ਰਿਹਾ ਵਾ, ਹੈ ਨਾ, ਜਿਹੜਾ ਗਲਤ ਆ ਉਹ ਗਲਤ ਆ, ਸਹੀ ਆ ਉਹ ਸਹੀ ਆ। ਦੂਸਰਾ ਇਹ ਹੈਗਾ ਕਿ ਅਗਰ ਮੈਂਟਲੀ ਇਲ ਲੋਕੀ ਨੇ ਤੁਹਾਡੇ ਆਲੇ ਦੁਆਲੇ, ਜਾਂ ਫਿਰ ਕੋਈ ਬੰਦਾ ਕਿਸੇ ਬਹੁਤ ਲੰਮੇ ਟਾਈਮ ਤੋਂ ਇੱਕੋ ਹੀ ਸਿਚੁਏਸ਼ਨ 'ਚ ਹੋ, ਜਾਂ ਕੁਝ ਇੱਦਾਂ ਦੀਆਂ ਗੱਲਾਂ ਉਹਦੀਆਂ ਅਬਨੋਰਮਲ ਗੱਲਾਂ ਤੁਸੀਂ ਉਹਦੀਆਂ ਨੋਟਿਸ ਕਰਦੇ ਹੋ ਵੀ ਇਹ ਚੀਜ਼ ਆਏ ਨੇ ਇੱਦਾਂ ਕਿਉਂ ਕੀਤਾ, ਜਾਂ ਫਿਰ ਤੁਹਾਨੂੰ ਉਸ ਦੇ ਕੀਤੇ ਦਾ ਕੋਈ ਜਵਾਬ ਨਹੀਂ ਮਿਲਦਾ, ਤਾਂ ਮੈਨੂੰ ਲੱਗਦਾ ਕਿ ਆਪਣੇ ਆਲੇ ਦੁਆਲੇ ਜਿਹੜੇ ਮੈਂਟਲੀ ਅਨਹੈਲਦੀ ਲੋਕ ਨੇ ਉਹਨਾਂ ਦੀ ਪਛਾਣ ਹੋਣੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੇ ਅਸੀਂ ਕ੍ਰਾਈਮ ਨੂੰ ਰੋਕਣਾ ਆ। ਬਿਲਕੁਲ ਗੁਰਦੀਪ, ਮੈਨੂੰ ਇਹੀ ਲੱਗਦਾ ਕਿ ਜਦੋਂ ਵੀ ਅਸੀਂ ਇਸ ਚੀਜ਼ ਵੱਲ ਕਦਮ ਵਧਾਉਂਦੇ ਹਾਂ ਤਾਂ ਸਾਨੂੰ ਸਕੂਲਾਂ ਦੇ ਵਿੱਚ ਜਾ ਕੇ ਵੀ ਜ਼ਰੂਰ ਪੁੱਛਣਾ ਚਾਹੀਦਾ ਹੈ ਕਿ ਤੁਸੀਂ ਸਾਡੇ ਬੱਚੇ ਨੂੰ ਮਹੀਨੇ 'ਚ ਇੱਕ ਵਾਰੀ ਹੀ ਸਹੀ ਪਰ ਇੱਕ ਨੈਤਿਕ ਸਿੱਖਿਆ ਦਾ ਜਿਹੜਾ ਇੱਕ ਲੰਮਾ ਕਹਿ ਸਕਦੇ ਕਿ ਇੱਕ ਪੀਰੀਅਡ ਹੋਣਾ ਚਾਹੀਦਾ। ਉਹ ਬੱਚੇ ਨੂੰ ਇੱਕ ਅਧਿਆਪਕ ਜ਼ਰੂਰ ਦੱਸੇ ਕਿ ਤੁਸੀਂ ਸਮਾਜਿਕ ਤੌਰ 'ਤੇ ਕਿੱਦਾਂ ਵਿਚਰਨਾ। ਉਸ ਤੋਂ ਵੱਡੀ ਜ਼ਿੰਮੇਵਾਰੀ ਸਾਡੀ ਬਣਦੀ ਹੈ ਕਿ ਅਸੀਂ ਦੇਖੀਏ ਕਿ ਸਾਡਾ ਬੱਚਾ ਸਮਾਜ ਵਿੱਚ ਕਿਸ ਤਰੀਕੇ ਨਾਲ ਰਹਿ ਰਿਹਾ, ਜਦੋਂ ਬਾਹਰ ਨਿਕਲਦਾ ਤਾਂ ਉਹਦਾ ਵਰਤਾਓ ਕਿਹੋ ਜਿਹਾ ਹੁੰਦਾ, ਘਰ ਵਿੱਚ ਉਹਦਾ ਵਰਤਾਓ ਕਿਹੋ ਜਿਹਾ ਹੁੰਦਾ ਨਾ। ਇਹ ਚੀਜ਼ਾਂ ਨੂੰ ਵੀ ਖੋਖਣਾ ਬਹੁਤ ਜ਼ਰੂਰੀ ਹੈ, ਨਾ ਕਿ ਸਿਰਫ ਇਹ ਕਿ ਇੰਨੀ ਪਰਸੈਂਟੇਜ ਆ ਰਹੀ ਹੈ ਅਤੇ ਇੰਨੇ ਵਧੀਆ ਤਰੀਕੇ ਨਾਲ ਅਸੀਂ ਖਾ ਪੀ ਰਹੇ ਹਾਂ, ਰਹਿ ਰਹੇ ਹਾਂ, ਹੈ ਨਾ। ਉਹਨਾਂ ਚੀਜ਼ਾਂ ਤੋਂ ਜ਼ਿਆਦਾ ਤਵੱਜੋ ਆ ਜਿਹੜੀ ਇਹਨਾਂ ਚੀਜ਼ਾਂ ਵੱਲ ਸਾਨੂੰ ਦੇਣੀ ਚਾਹੀਦੀ ਆ ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਇੱਕ ਤੰਦਰੁਸਤ ਸਮਾਜ ਸਿਰਜੀਏ ਤੇ ਇਹ ਜਿਹੜੇ ਦਿਨ ਪ੍ਰਤੀ ਦਿਨ ਕ੍ਰਾਈਮ ਹੋ ਰਹੇ ਨੇ ਇਹ ਘਟ ਜਾਣ, ਤਾਂ ਸਾਨੂੰ ਸੱਚੀਓ ਹੀ ਇਸ ਪਾਸੇ ਵੱਲ ਬਹੁਤ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ। ਬਿਲਕੁਲ।
ਤੇ ਇਹਨਾਂ ਗੱਲਾਂ ਦੇ ਨਾਲ ਹੀ ਅੱਜ ਦੇ ਐਪੀਸੋਡ ਦੇ ਵਿੱਚ ਇੰਨਾ ਹੀ। ਅੱਜ ਗੱਲ ਤੇ ਗੱਲ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਸੀਗੇ ਕਿ ਜਿਹੜੀਆਂ ਇਹ ਰੇਪ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਨੇਗੀਆਂ ਜਾਂ ਫਿਰ ਹੋਰ ਕ੍ਰਾਈਮ ਜਿਹੜਾ ਹੋ ਰਿਹਾ ਉਹ ਕਿਉਂ ਹੋ ਰਿਹਾ। ਤਾਂ ਇੱਕ ਗੱਲ ਜਿਹੜੀ ਤਹਿ ਤੱਕ ਪਹੁੰਚਦੀ ਹੈ ਉਹ ਇਹ ਹੁੰਦੀ ਹੈ ਕਿ ਮੋਰਲ ਐਜੂਕੇਸ਼ਨ ਦੀ ਸਾਡੇ ਵਿੱਚ ਅੱਜਕੱਲ੍ਹ ਬਹੁਤ ਘਾਟ ਹੈ ਤੇ ਮੋਰਲ ਐਜੂਕੇਸ਼ਨ ਹੈ ਜਿਹੜੀ ਉਹ ਪਰਿਵਾਰ ਤੋਂ ਸ਼ੁਰੂ ਹੋ ਸਕਦੀ ਹੈ। ਪਰਿਵਾਰ ਦੇ ਵਿੱਚ ਇਦਾਂ ਦਾ ਮਾਹੌਲ ਬਣਾਓ ਕਿ ਜਿੰਨੇ ਵੀ ਜੀ ਪਰਿਵਾਰ ਦੇ ਵਿੱਚ ਰਹਿੰਦੇ ਨੇ ਉਹ ਇੱਕ ਦੂਜੇ ਦੇ ਨਾਲ ਆਪਣੇ ਸੁੱਖਾਂ ਦੀ ਦੁੱਖਾਂ ਦੀ ਹਰ ਗੱਲ ਆ ਜਿਹੜੀ ਉਹ ਖੁੱਲ੍ਹ ਕੇ ਕਰ ਸਕਣ। ਅਗਰ ਤੁਸੀਂ ਆਪਣੇ ਆਲੇ ਦੁਆਲੇ ਕਿਸੇ ਇਹੋ ਜਿਹੇ ਬੰਦੇ ਨੂੰ ਜਾਂ ਇਹੋ ਜਿਹੇ ਪਰਸਨ ਨੂੰ ਤੁਸੀਂ ਨੋਟਿਸ ਕਰਦੇ ਹੋ ਜਿਹੜਾ ਕਿ ਤੁਹਾਨੂੰ ਲੱਗਦਾ ਕਿ ਮੈਂਟਲੀ ਤੌਰ 'ਤੇ ਪੂਰੀ ਤਰ੍ਹਾਂ ਦੇ ਨਾਲ ਤੰਦਰੁਸਤ ਨਹੀਂ ਹੈਗਾ ਤਾਂ ਜ਼ਰੂਰ ਉਹਦੇ ਨਾਲ ਗੱਲਬਾਤ ਕਰੋ। ਉਹਨੂੰ ਜੋ ਵੀ ਇਲਾਜ ਚਾਹੀਦਾ ਹੈ ਰਿਕੁਆਇਰਮੈਂਟ ਜਿਹੜੀ ਉਹਦੀ ਹੈਗੀ ਆ ਤਾਂ ਉਹਨੂੰ ਜ਼ਰੂਰ ਪੂਰਾ ਕੀਤਾ ਜਾਵੇ। ਮੈਨੂੰ ਗੁਰਦੀਪ ਗਰੇਵਾਲ ਨੂੰ ਤੇ ਭੈਣ ਰੁਪਿੰਦਰ ਸੰਧੂ ਹੋਰਾਂ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ। ਅਸੀਂ ਅਗਲੇ ਐਪੀਸੋਡ ਦੇ ਵਿੱਚ ਮਿਲਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਮੈਂ ਗੁਰਦੀਪ ਗਰੇਵਾਲ ਤੁਹਾਡਾ ਸਾਰਿਆਂ ਦਾ ਬੀ ਸੋਸ਼ਲ ਤੇ ਸਵਾਗਤ ਕਰਦੀ ਹਾਂ। ਪ੍ਰੋਗਰਾਮ ਗੱਲ ਤੇ ਗੱਲ ਦਾ ਨਵਾਂ ਐਪੀਸੋਡ ਲੈ ਕੇ ਮੈਂ ਤੇ ਭੈਣ ਰੁਪਿੰਦਰ ਸੰਧੂ ਫਿਰ ਤੋਂ ਹਾਜ਼ਰ ਹੋ ਗਏ ਹਾਂ। ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਸਾਡੇ ਸਾਗ ਵਾਲੇ ਐਪੀਸੋਡ ਨੂੰ ਮਿਲੇ ਭਰਪੂਰ ਹੰਗਾਰੇ ਤੋਂ ਬਾਅਦ ਅਸੀਂ ਇੱਕ ਹੋਰ ਨਵਾਂ ਐਪੀਸੋਡ ਲੈ ਕੇ ਆਏ ਹਾਂ ਤੇ ਉਸ ਤੋਂ ਬਾਅਦ ਜਿਹੜਾ ਮੋਰਲ ਐਜੂਕੇਸ਼ਨ ਦਾ ਪ੍ਰੋਗਰਾਮ ਸੀਗਾ ਉਹ ਵੀ ਤੁਸੀਂ ਸਾਰਿਆਂ ਨੇ ਬੜਾ ਪਸੰਦ ਕੀਤਾ। ਅਕਸਰ ਭੈਣੇ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਉਹਨਾਂ ਚੀਜ਼ਾਂ ਬਾਰੇ ਜਿਹੜੀਆਂ ਅਲੋਪ ਹੋ ਗਈਆਂ ਹੈ ਨਾ। ਆਪਾਂ ਸੋਸ਼ਲ ਮੀਡੀਆ 'ਤੇ ਵੀ ਜਾਂ ਆਪਾਂ ਵੈਸੇ ਵੀ ਜਦੋਂ ਮਿਲਦੇ ਹਾਂ ਗਿਲਦੇ ਹਾਂ ਤਾਂ ਆਪਾਂ ਗੱਲ ਕਰਦੇ ਹਾਂ ਵੀ ਪਹਿਲਾਂ ਆਏ ਹੁੰਦਾ ਸੀ ਉਵੇਂ ਹੁੰਦਾ ਸੀ। ਆਪਾਂ ਖਾਣ ਪੀਣ ਦੀ ਕੱਪੜੇ ਲੀੜੇ ਲੱਤੇ ਦੀ ਬਹੁਤ ਗੱਲ ਕਰਦੇ ਹਾਂ ਹੈ ਨਾ। ਪਰ ਤੁਹਾਨੂੰ ਪਤਾ ਇੱਕ ਚੀਜ਼ ਹੋਰ ਵੀ ਅਲੋਪ ਹੋ ਗਈ ਆ। ਆਪਾਂ ਬੈਠੇ ਹਾਂ ਉਹਦੇ 'ਚ ਹੀ। ਅੱਜ ਅਸੀਂ ਪਿੰਡ ਸਵਾੜੇ ਦੇ ਪਾਥੀਆਂ ਦੇ ਗੋਹੇ ਵਾਲੇ ਇੱਕ ਪਿੰਡ 'ਚ ਬੈਠੇ ਹਾਂ। ਸੋ ਇਹ ਵੀ ਅਲੋਪ ਹੋ ਰਹੀਆਂ ਚੀਜ਼ਾਂ ਨੇਗੀਆਂ। ਜਿੱਦਾਂ ਪਹਿਲਾਂ ਹੁੰਦਾ ਸੀਗਾ ਵੀ ਘਰਾਂ ਦਾ ਜਿੰਨਾ ਵੀ ਗੋਹਾ ਹੁੰਦਾ ਸੀ, ਪਹਿਲਾਂ ਤਾਂ ਹਰ ਘਰ ਦੇ ਵਿੱਚ ਡੰਗਰ ਪਸ਼ੂ ਹੁੰਦੇ ਸੀਗੇ ਹੈ ਨਾ ਤੇ ਗੋਹਾ ਸਿੱਟਿਆ ਜਾਂਦਾ ਸੀ ਰੂੜੀ 'ਤੇ। ਪਰ ਰੂੜੀ ਤੋਂ ਇਲਾਵਾ ਇੱਕ ਸਪੈਸ਼ਲ ਪੇੜ ਘੜਿਆ ਜਾਂਦਾ ਸੀਗਾ ਜਿਹਨੂੰ ਆਪਾਂ ਕਹਿੰਦੇ ਸੀ ਵੀ ਇੱਥੇ ਆਪਾਂ ਗੋਹਾ ਪੱਥਣਾ ਵਾ ਹੈ ਨਾ। ਤੇ ਗੋਹਾ ਪੱਥਣਾ ਉਹ ਮਤਲਬ ਇੱਕ ਡੇਲੀ ਰੂਟੀਨ ਦਾ ਹੀ ਸਾਡੀਆਂ ਜਿਹੜੀਆਂ ਜਨਾਨੀਆਂ ਪਿੰਡ ਦੀਆਂ ਹੁੰਦੀਆਂ ਸੀਗੀਆਂ ਜਾਂ ਸਾਡੀਆਂ ਘਰ ਦੇ ਹੁੰਦੇ ਸੀਗੇ ਉਹਨਾਂ ਦਾ ਹਿੱਸਾ ਹੁੰਦਾ ਸੀਗਾ ਕਿ ਅੱਜ ਗੋਹਾ ਪੱਥਣਾ ਵਾ ਹੈ ਨਾ, ਜਾਂ ਸਨੇਰ ਲਵਾ ਲਿਓ ਜਾਂ ਗੋਹਾ ਜਿਹੜਾ ਉਹ ਤੁਸੀਂ 10 ਦਿਨਾਂ ਦਾ ਇੱਧਰ ਸਟਾ ਲਿਓ ਇਕੱਠਾ ਹੋ ਜਾਊਗਾ ਤੇ ਫਿਰ ਆਪਾਂ ਪੱਥਾਂਗੇ। ਸੋ ਅੱਜ ਪਹਿਲਾਂ ਤਾਂ ਅਸੀਂ ਬੜੀ ਮੁਸ਼ਕਿਲ ਦੇ ਨਾਲ ਲਾਂਡਰਾ ਫਤਿਹਗੜ੍ਹ ਸਾਹਿਬ ਰੋਡ 'ਤੇ ਪਿੰਡ ਸਵਾੜਾ ਦੇ ਵਿੱਚ ਜਾ ਕੇ ਅਸੀਂ ਪਿੰਡ ਲੱਭਿਆ ਇਹ ਜਿੱਥੇ ਸਨੇਰ ਵੀ ਹੋਵੇ, ਪਾਥੀਆਂ ਵੀ ਪਈਆਂ ਹੋਣ ਤੇ ਥੋੜ੍ਹੀ ਜਿਹੀ ਉਹ ਪਿੰਡਾਂ ਵਾਲੀ ਸਾਨੂੰ ਖੁਸ਼ਬੂ ਵੀ ਸਕਰੀਨ ਦੇ ਰਾਹੀਂ ਤੁਹਾਡੇ ਤੱਕ ਪਹੁੰਚ ਸਕੇ ਹੈ ਨਾ। ਸੋ ਬਹੁਤ ਸੋਹਣਾ ਪਿੰਡ ਸਾਨੂੰ ਮਿਲਿਆ। ਕਈ ਪਿੰਡ ਸੀਗੇ ਇਹਦੇ ਆਲੇ ਦੁਆਲੇ ਪਰ ਇਹ ਸਾਨੂੰ ਸਾਰਿਆਂ ਨਾਲੋਂ ਬੈਸਟ ਲੱਗਿਆ। ਇੱਥੇ ਸਨੇਰ ਵੀ ਸੀਗਾ, ਇੱਥੇ ਪਾਥੀਆਂ ਵੀ ਪਈਆਂ ਤੇ ਇੱਥੇ ਸਵਾਹ ਵੀ ਛਿੜਕੀ ਹੋਈ ਹੈ। ਸਵਾਹ ਕਿਉਂ ਛਿੜਕੀ ਜਾਂਦੀ ਉਹ ਵੀ ਤੁਹਾਨੂੰ ਦੱਸਾਂਗੇ। ਸਾਡੇ ਬਿਲਕੁਲ ਪਿੱਛੇ ਜਿਹੜਾ ਪਿੰਡ ਦਾ ਇਹ ਟੋਭਾ ਆ ਅਤੇ ਉਸ ਤੋਂ ਬਾਅਦ ਆਲੇ ਦੁਆਲੇ ਸਾਰੇ ਜਿਹੜੇ ਘਰ ਬਸੇ ਹੋਏ ਨੇਗੇ। ਭੈਣੇ ਤੁਸੀਂ ਕਦੇ ਗੋਹਾ ਪੱਥਿਆ? ਪਹਿਲਾਂ ਤਾਂ ਸੱਚ ਵਧਾਈਆਂ, ਅੱਜ ਆਪਣੀ ਮੈਚਿੰਗ ਹੋ ਗਈ। ਹਾਂ ਬਿਲਕੁਲ ਵੀ ਪੱਥਿਆ ਤਾਂ ਕੋਈ ਨਹੀਂ ਪਰ ਪੱਥਦਿਆਂ ਨੂੰ ਵੇਖਿਆ ਬਹੁਤ ਹੈ। ਨਾਲੇ ਇਹ ਵੀ ਆ ਵੀ ਜਦੋਂ ਮੰਮੀ ਹੁਣੀ ਪਾਥੀਆਂ ਪੱਥਦੇ ਹੁੰਦੇ ਸੀ, ਆਪਾਂ ਬੜੇ ਛੋਟੇ ਛੋਟੇ ਹੁੰਦੇ ਸੀ ਨਾ, ਉੱਥੇ ਘੰਟਿਆਂ ਬੱਧੀ ਜੇ ਉਹਨਾਂ ਨੇ ਪਾਥੀਆਂ ਪੱਥਣੀਆਂ ਤਾਂ ਪਥਵਾੜੇ 'ਚ ਹੀ ਖੜੇ ਰਹਿਣਾ ਨਾ। ਆਪਣਾ ਕੋਈ ਕੰਮ ਤਾਂ ਹੁੰਦਾ ਨਹੀਂ ਸੀ। ਨਹੀਂ ਹੁੰਦਾ ਸੀ, ਆਪਾਂ ਘਰੋਂ ਚਾਹ ਤੇ ਪਾਣੀ ਲੈ ਕੇ ਜਾਂਦੇ ਸੀ। ਬਿਲਕੁਲ। ਫਿਰ ਉਹਨਾਂ ਨੇ ਕਹਿਣਾ ਵੀ ਉੱਥੇ ਹੀ ਚਾਹ ਬਣਾ ਕੇ ਨਾ ਸਾਡੀ ਦੇ ਆਇਓ, ਕਦੀ ਪਾਣੀ ਫੜਾਇਆ ਹੋਣਾ ਕਦੀ ਚਾਹ ਫੜਾਇਆ ਹੋਣਾ, ਕਿਉਂਕਿ ਘਰ ਦੇ ਨੇੜੇ ਤਾਂ ਹੁੰਦੇ ਨਹੀਂ ਸੀ ਪਥਵਾੜੇ। ਪਰ ਆਹ ਗੱਲ ਬੜੀ ਵਧੀਆ ਵੀ ਇੰਨੇ ਸਾਲਾਂ ਬਾਅਦ ਸੇਮ ਉਹੀ ਚੀਜ਼ ਐਂ ਲੱਗ ਰਹੀ ਹੈ ਵੀ ਮਤਲਬ ਬਚਪਨ 'ਚ ਹੀ ਆ ਗਏ ਆਪਾਂ ਹੈ ਨਾ। ਤੇ ਮੈਂ ਤਾਂ ਸੱਚੀ ਦੱਸਾਂ ਮੈਂ ਪੱਥਿਆ ਵੀ ਆ। ਅੱਛਾ। ਹਾਂ, ਕਿਉਂਕਿ ਅਸੀਂ ਤਾਂ ਮਤਲਬ ਬੜੇ ਛੋਟੇ ਛੋਟੇ ਹੁੰਦੇ ਸੀਗੇ। ਪੂਰਾ ਹੱਥਾਂ ਨਾਲ ਇੰਨੀਆਂ ਪਾਥੀਆਂ ਬਣਦੀਆਂ ਹੁੰਦੀਆਂ ਸੀ। ਅਸੀਂ ਇੱਕ ਹੋਰ ਬੜਾ ਕੁਛ ਕਰਦੇ। ਪਹਿਲਾਂ ਤੁਸੀਂ ਇਹ ਦੱਸੋ ਵੀ ਪਾਥੀ ਪੱਥਣ 'ਚ ਤੁਹਾਡਾ ਹੱਥ ਕਿਵੇਂ ਸੀਗਾ? ਕਿਉਂਕਿ ਮੇਰਾ ਹੱਥ ਬੜਾ ਸੋਹਣਾ ਸੀ, ਮੈਂ ਬਹੁਤ ਭਾਰੀ ਪਾਥੀ ਪੱਥਦੀ ਹੁੰਦੀ ਸੀ। ਆਪਣੇ ਮੰਮੀ ਹੁਣੀ ਤੁਹਾਨੂੰ ਯਾਦ ਹੈ ਕਹਿੰਦੇ ਹੁੰਦੇ ਸੀ ਵੀ ਇਹਦੇ ਤੋਂ ਨਹੀਂ ਪਥਾਉਣੀ, ਇਹ ਪਾਥੀਆਂ ਘੁੱਟ ਕੇ ਨਹੀਂ ਪੱਥਦੀ ਹੈ ਨਾ, ਵੀ ਫਿਰ ਉਹ ਜਦੋਂ ਚੱਕਦੇ ਆ ਉਹ ਖਿੱਲਰ ਜਾਂਦੀ ਹੈ ਨਾ। ਅੱਛਾ, ਅਸੀਂ ਤਾਂ ਛੋਟੇ ਛੋਟੇ ਆਪਾਂ ਨੂੰ ਹੁੰਦਾ ਨਹੀਂ ਸੀਗਾ ਵੀ ਮਿੱਟੀ ਦੇ ਭਾਂਡੇ ਬਣਾਉਣੇ ਗੇ, ਅਸੀਂ ਤਾਂ ਗੋਹੇ ਦੇ ਵੀ ਭਾਂਡੇ ਬਣਾਏ ਹੋਏ। ਹਾਂ, ਪਰ ਇਹ ਇੱਕ ਬਹੁਤ ਵੱਡੀ ਗੱਲ ਸੀਗੀ ਵੀ ਇਹ ਐਵੇਂ ਦਾ ਸੱਭਿਆਚਾਰ ਦਾ ਹਿੱਸਾ ਸੀਗਾ ਵੀ ਇਹਦੇ ਤੋਂ ਬਿਨਾਂ ਐਂ ਲੱਗਦਾ ਹੁੰਦਾ ਸੀ ਵੀ ਘਰ ਦਾ ਕੁਝ ਪੂਰਾ ਨਹੀਂ ਹੈ ਨਾ। ਪਹਿਲਾਂ ਪਾਥੀਆਂ ਪੱਥਣੀਆਂ, ਫਿਰ ਤੀਜੇ ਕੁ ਦਿਨ ਮੰਮੀ ਹੁਣਾਂ ਨੇ ਕਹਿਣਾ ਵੀ ਜੇ ਧੁੱਪ ਚੰਗੀ ਨਿਕਲੇ ਆਈ ਤਾਂ ਫਿਰ ਹੁਣ ਇਹ ਪਾਥੀਆਂ ਥੱਲਣ ਵਾਲੀਆਂ ਹੋ ਗਈਆਂ ਹੈ ਨਾ। ਫਿਰ ਉਹਨਾਂ ਨੂੰ ਥੱਲਣ ਜਾਣਾ ਮਤਲਬ ਐਂ ਹੋ ਜਾਂਦਾ ਸੀ ਵੀ ਇੱਕ ਮੇਲਾ ਜਿਹਾ ਹੀ ਲੱਗ ਜਾਂਦਾ ਸੀ ਜ਼ਿੰਦਗੀ ਦਾ ਹੈ ਨਾ। ਪਹਿਲਾਂ ਤਾਂ ਦੇਖੋ, ਇੱਕ ਤਾਂ ਜਿੱਥੇ ਗੋਹਾ ਆਪਾਂ ਸਿੱਟਦੇ ਹਾਂ ਰੂੜੀ ਸਾਰਿਆਂ ਨੂੰ ਪਤਾ ਹੋਊਗੀ, ਉਹਦੇ ਵਿੱਚੋਂ ਫਿਰ ਆਪਾਂ ਬਾਅਦ ਚੋਂ ਦੇਸੀ ਰਿਓ ਕੱਢਦੇ ਹਾਂ।
ਜਿਹੜਾ ਅਸੀਂ ਪਾਥੀਆਂ ਪੱਥਣ ਦੇ ਲਈ ਜਿੱਥੇ ਅਸੀਂ ਗੋਹਾ ਸਿੱਟਦੇ ਹਾਂ, ਜਦੋਂ ਗੋਹਾ ਕਾਫੀ ਇਕੱਠਾ ਹੋ ਜਾਂਦਾ, ਆਪੇ ਤੁਹਾਨੂੰ ਦਿਖਾ ਵੀ ਦਿੰਦੇ ਹਾਂ, ਅਸੀਂ ਬਿਲਕੁਲ ਸਨੇਰ ਦੇ ਪਿੱਛੇ ਬੈਠੇ ਹਾਂ, ਜਿੱਥੇ ਮਤਲਬ ਕਾਫੀ ਸਾਰਾ ਗੋਹਾ ਇਕੱਠਾ ਹੋ ਕੇ ਉਹਦਾ ਢੇਰ ਲੱਗ ਜਾਂਦਾ, ਉਹਨੂੰ ਸਨੇਰ ਕਹਿੰਦੇ ਨੇਗੇ। ਆਪਾਂ ਕਹਿੰਦੇ ਵੀ ਸਨੇਰ ਲੱਗ ਗਿਆ ਤੇ ਸਨੇਰ ਪੱਥਣਾ ਵਾ ਹੁਣ, ਹੈ ਨਾ। ਫਿਰ ਜਿਵੇਂ ਤੁਸੀਂ ਕਿਹਾ ਵੀ ਕੀਤਾ ਜਾਂਦਾ ਕਿ ਅੱਜ ਪੱਥਣਾ ਵਾ ਜਾਂ ਅੱਜ ਮੁਕਾ ਦੇਣਾ ਵਾ, ਅੱਜ ਅੱਧਾ ਪੱਥ ਲਾਂਗੀਆਂ। ਕਈ ਵਾਰ ਭੈਣੇ ਮੈਂ ਇਹ ਵੀ ਦੇਖਿਆ ਵੀ ਜਦੋਂ ਗੋਹਾ ਸਿੱਟੇ ਨੂੰ ਚਿਰ ਹੋ ਜਾਂਦਾ ਸੀ ਨਾ, ਉੱਪਰਲਾ ਜਿਹੜਾ ਗੋਹਾ ਹੁੰਦਾ ਸੀ ਉਹ ਸੁੱਕ ਜਾਂਦਾ ਸੀਗਾ। ਹਾਂ, ਫਿਰ ਉਹ ਚ ਜਾਂ ਤਾਂ ਪਾਣੀ ਰਲਾਉਂਦੇ ਹੁੰਦੇ ਸੀ। ਹਾਂ ਬਿਲਕੁਲ। ਪਹਿਲਾਂ ਕਹੀ ਲਿਆ ਕੇ ਘਰੋਂ ਮੰਮੀ ਉਹਨਾਂ ਨੇ ਉਹ ਸਨੇਰ ਫੋਲਣਾ, ਮਤਲਬ ਜਿਹੜਾ ਸੁੱਕਿਆ ਹੁੰਦਾ ਸੀ ਉਹਨੂੰ ਦੂਜੇ ਥੱਲੇ ਗਿੱਲੇ ਗੋਹੇ ਨਾਲ ਰਲਾਉਣਾ ਤੇ ਫਿਰ ਉਹਦੇ ਵਿੱਚ ਪਾਣੀ ਪਾ ਕੇ ਉਹਨੂੰ ਥੋੜਾ ਪੱਥਣ ਲਾਇਕ ਬਣਾਉਣਾ, ਹਨਾ। ਅੱਛਾ, ਹੋਰ ਬੜੀਆਂ ਸਕੀਮੀ ਨੇਗੀਆਂ ਆਪਣੀਆਂ ਜਨਾਨੀਆਂ, ਉਹ ਕੀ ਕਰਦੀਆਂ ਨੇ ਵੀ ਪਾਥੀ ਵਧੀਆ ਬਣੇ ਤੇ ਜਦੋਂ ਇਹਨੂੰ ਜਲਾਇਆ ਜਾਵੇ ਤਾਂ ਵਧੀਆ ਜਲੇ, ਉਹਦੇ ਵਿੱਚ ਤੂੜੀ ਜਾਂ ਪਰਾਲੀ ਕੁਤਰ ਕੇ ਉਹ ਮਿਕਸ ਕਰ ਲੈਂਦੀਆਂ ਸੀਗੀਆਂ। ਹਾਂ, ਫਿਰ ਸਕੀਮ ਤੋਂ ਦੇਖੋ ਇੱਕ ਗੱਲ ਹੋਰ, ਤੁਸੀਂ ਕਹਿੰਦੇ ਬੜੀਆਂ ਸਕੀਮੀ ਹੁੰਦੀਆਂ ਸੀ, ਅੱਧ ਤੇ ਵੀ ਪਾਥੀਆਂ ਪਥਾਉਂਦੇ ਹੁੰਦੇ ਸੀਗੇ, ਹਨਾ, ਵੀ ਗੋਹਾ ਸਾਡਾ ਹੋਊਗਾ ਤੇ ਪੱਥਣ ਵਾਲਾ ਕੋਈ ਹੋਰ ਹੋਊਗਾ। ਹਾਂ, ਇਹ ਉਦੋਂ ਹੋ ਗਿਆ ਸੀਗਾ ਵੀ ਜਿਵੇਂ ਪਹਿਲਾਂ ਚਲੋ ਐ ਸੀਗਾ ਵੀ ਸਿਲੰਡਰ ਵਾਲੇ ਚੁੱਲ੍ਹੇ ਬਹੁਤ ਘੱਟ ਵਰਤਦੇ ਸੀ ਲੋਕੀ, ਆਪਣੇ ਆਮ ਜਿਹੜੇ ਚੁੱਲ੍ਹੇ ਚੌਂਕਿਆਂ 'ਚ ਚੁੱਲ੍ਹੇ ਬਲਦੇ ਹੁੰਦੇ ਸੀ ਤੇ ਉੱਥੇ ਬਾਲਣ ਦੀ ਬਹੁਤ ਲੋੜ ਪੈਂਦੀ ਸੀ। ਤਾਂ ਇਹ ਹੁੰਦਾ ਸੀਗਾ ਵੀ ਬਾਲਣ ਘਰ ਦਾ ਹੀ ਹੋਵੇ ਤੇ ਘਰ ਦੀਆਂ ਪਾਥੀਆਂ ਲਾ ਕੇ ਅੱਗ ਲਾ ਕੇ ਸਾਰਾ ਕੰਮ ਦਿਨ ਦਾ ਚੁੱਲ੍ਹਿਆਂ ਤੇ ਹੀ ਹੁੰਦਾ ਸੀਗਾ। ਜਿਵੇਂ ਜਿਵੇਂ ਲੋਕਾਂ ਨੇ ਥੋੜੀ ਸਹੂਲਤ ਆਪਣੀ ਦੇਖ ਲਈ, ਕੰਮ ਜਿਹੜਾ ਗੈਸ ਚੁੱਲ੍ਹਿਆਂ ਦੇ ਉੱਪਰ ਹੋਣ ਲੱਗ ਗਿਆ, ਤਾਂ ਇਹ ਪਾਥੀਆਂ ਪੱਥਣ ਦਾ ਟ੍ਰੈਂਡ ਵੀ ਉਦੋਂ ਰਿਵਾਜ ਆਪਾਂ ਕਹਿ ਸਕਦੇ ਹਾਂ ਵੀ ਘਟ ਗਿਆ ਨਾ। ਇਹੀ ਗੱਲ ਲੱਗਦੀ ਵੀ ਪਹਿਲਾਂ ਲੋਕਾਂ ਦੇ ਕੰਮ ਵੀ ਜਿਹੜੇ ਉਸੇ ਤਰੀਕੇ ਦੇ ਹੁੰਦੇ ਸੀ। ਕਿਸੇ ਨੇ ਲੇਟੀ ਧਰਨੀ ਹੁੰਦੀ ਸੀ, ਕਿਸੇ ਨੇ ਸਾਗ ਧਰਨਾ, ਤਾਂ ਉਹ ਘੰਟਿਆਂ ਬੱਧੀ ਇਹੋ ਜਿਹੇ ਬਾਲਣ ਤੇ ਹੀ ਰਿੱਝਦਾ ਸੀ ਵੀ ਜਾਂ ਤੁਹਾਡੇ ਘਰ ਦੀਆਂ ਲੱਕੜਾਂ ਹੋਣ ਜਾਂ ਪਾਥੀਆਂ ਹੋਣ। ਪਰ ਇੱਕ ਗੱਲ ਹੁਣ ਆਪਾਂ ਕਿੰਨੇ ਮਤਲਬ ਕਦੀ ਕਦੀ ਆਪਣੇ ਆਪ ਤੇ ਤਰਸ ਜਿਹਾ ਹੀ ਆਉਣ ਲੱਗ ਜਾਂਦਾ ਵੀ ਹੁਣ ਇਹਨਾਂ ਪਾਥੀਆਂ ਦੇ ਦਰਸ਼ਨ ਦਿਦਾਰੇ ਸਿਰਫ ਲੋਹੜੀ ਤੇ ਕਰਦੇ ਨੇ ਲੋਕੀ, ਹੈ ਨਾ। ਵੀ ਸ਼ਹਿਰ 'ਚ ਹੁੰਦਾ ਵੀ ਕੋਈ 10 ਰੁਪਏ ਦੀ ਪਾਥੀ ਵੇਚ ਰਿਹਾ ਜੀ, ਕੋਈ 15 ਰੁਪਏ ਦੀ, ਬਸ ਉਦੋਂ ਹੀ ਆਪਾਂ ਦੇਖਦੇ ਹਾਂ ਵੀ ਇਹ ਪਾਥੀਆਂ ਸਾਡੇ ਆਹ ਕੰਮ ਆਉਂਦੀਆਂ ਨੇ। ਪਰ ਪਹਿਲਾਂ ਹੁੰਦਾ ਸੀ ਵੀ ਹਰ ਘਰ 'ਚ ਤੁਸੀਂ ਵੜਨਾ, ਚੌਂਕੇ 'ਚ ਤੁਹਾਨੂੰ 10-15 ਪਾਥੀਆਂ ਪਈਆਂ ਮਿਲ ਜਾਂਦੀਆਂ ਸੀ, ਹੈ ਨਾ। ਦੇਖ ਲਓ, ਜਿਵੇਂ ਆਪਾਂ ਆਦਤ ਦੀ ਗੱਲ ਕਰਦੇ ਸੀਗੇ, ਫਿਰ ਉਹ ਜਿਹੜਾ ਘਰ ਦੀਆਂ ਔਰਤਾਂ ਤੋਂ ਬਾਹਰ ਜਿਹੜਾ ਇੱਕ ਪ੍ਰੋਫੈਸ਼ਨ ਬਣਨ ਲੱਗ ਗਿਆ ਵੀ ਪਾਥੀਆਂ ਪੱਥਣਾ। ਕਹਿੰਦੇ ਵੀ ਉਹ ਫਲਾਣਿਆਂ ਦੇ ਪੱਥਣ ਗਈ ਹੋਈ ਆ, ਅੱਧ ਤੇ ਪੱਥਦੀ ਆ ਨਾ, ਕਿਉਂਕਿ ਜਦੋਂ ਜਿਵੇਂ ਜਿਵੇਂ ਡੰਗਰਾਂ ਦਾ ਕੰਮ ਘਟਿਆ, ਚੁੱਲ੍ਹਿਆਂ ਦਾ ਕੰਮ ਘਟ ਗਿਆ, ਲੋਕਾਂ ਨੇ ਖੇਤੀ ਕਰਨੀ ਘੱਟ ਕਰਤੀ, ਤਾਂ ਇਹ ਵੀ ਉਹਨਾਂ ਨੂੰ ਲੱਗਿਆ ਵੀ ਫਿਰ ਕਾਹਤੋਂ ਅਸੀਂ ਕਾਹਨੂੰ ਐਵੇਂ ਉੱਥੇ ਗੋਹੇ ਨਾਲ ਗੋਹਾ ਹੋਣਾ ਆ। ਤੇ ਵੀ ਉਹ ਜਿਹੜਾ ਗੋਹਾ ਵਾ ਆਪਾਂ ਜਿੰਨਾ ਕੁ ਘਰ ਜੋਗਾ ਆਪਾਂ ਪਥਾ ਲੈਂਦੇ ਹਾਂ, ਤੇ ਉਹ ਫਿਰ ਜਿਵੇਂ ਪਿੰਡ ਦੀਆਂ ਜਿਹੜੀਆਂ ਲਾਗਣਾ ਹੁੰਦੀਆਂ ਸੀਗੀਆਂ ਜਾਂ ਫਿਰ ਵਿਹੜਿਓਂ ਕਿਸੇ ਨੂੰ ਸੱਦ ਕੇ ਉਹਨਾਂ ਤੋਂ ਪਥਾ ਲੈਂਦੇ ਸੀ ਵੀ ਅੱਧ ਤੇ, ਵੀ ਪੱਥਣ ਦੀਆਂ ਜਿਹੜੀਆਂ ਅੱਧੀਆਂ ਪਾਥੀਆਂ ਤੂੰ ਲੈ ਜੀ, ਜਿਹੜਾ ਅਸੀਂ ਗੋਹਾ ਸਿੱਟਿਆ ਉਹ ਸਾਨੂੰ ਸਾਡੀਆਂ ਅੱਧ 'ਚ ਦੇ ਦਿਓ ਮੁੱਲ ਜਿਹੜਾ। ਫਿਰ ਕਈ ਲੋਕ ਦਿਹਾੜੀ ਤੇ ਵੀ ਪਥਵਾਉਣ ਲੱਗ ਗਏ ਹੁਣ। ਐਵੇਂ ਵੀ ਪਿੰਡਾਂ 'ਚ ਹੁਣ ਆਪਾਂ ਨੂੰ ਸੁਣਨ ਨੂੰ ਮਿਲਦਾ ਹੁੰਦਾ ਵੀ ਆਪਣੇ ਮੰਮੀ ਹੁਣੀ ਕਹਿੰਦੇ ਹੁੰਦੇ ਵੀ ਦਿਹਾੜੀ ਦੇ ਕੇ ਪਾਥੀਆਂ ਪਥਵਾਈਆਂ। ਹਾਂ, 30 ਰੁਪਏ ਘੰਟਾ, 50 ਰੁਪਏ ਘੰਟਾ, 100 ਰੁਪਏ ਘੰਟਾ। ਪਿੰਡਾਂ 'ਚ ਤਾਂ ਇਹਨਾਂ ਚੀਜ਼ਾਂ ਵੱਲੋਂ ਹੁਣ ਵੀ ਨਹੀਂ ਸਰਦਾ। ਫਿਰ ਮਤਲਬ ਇਹ ਸੀਗਾ ਵੀ 3-4 ਮਹੀਨੇ ਪਾਥੀਆਂ ਨੂੰ ਧੁੱਪ ਲੱਗਦੀ ਸੀ, ਫਿਰ ਕਦੀ ਥੱਲ ਲੈਣੀਆਂ, ਕਦੀ ਉਹਨਾਂ ਨੂੰ ਜੋੜ ਲੈਣਾ, ਹਨਾ। ਫਿਰ ਉਸ ਤੋਂ ਬਾਅਦ ਹੁੰਦਾ ਸੀ, ਫਿਰ ਕਹਿੰਦੇ ਹੁੰਦੇ ਸੀ ਵੀ ਹੁਣ ਗਹੀਰਾ ਬੰਨਣਾ ਪਾਥੀਆਂ ਦਾ, ਹਨਾ। ਭੈਣੇ ਇੱਕ ਤੁਸੀਂ ਚੀਜ਼ ਮਿਸ ਕਰ ਗਏ। ਇੱਕ ਹੁੰਦਾ ਸੀਗਾ ਜਦੋਂ ਜਿਹੜੀ ਥਾਂ ਤੇ ਪਾਥੀਆਂ ਪੱਥ ਕੇ ਧਰੀਆਂ ਜਾਂਦੀਆਂ ਸੀ, ਸਪੈਸ਼ਲੀ ਘਰੋਂ ਬੋਰੀ, ਜਿਹੜੀ ਕੋਈ ਥੈਲਾ ਸੀਮੈਂਟ ਵਾਲਾ ਜਾਂ ਉਦਾਂ ਕੋਈ ਥੈਲਾ ਰਿਓ ਵਾਲਾ ਜੋ ਵੀ ਆ, ਉਹ ਘਰੋਂ ਸਵਾਹ ਦਾ ਭਰ ਕੇ ਲਿਆਂਦਾ ਜਾਂਦਾ ਸੀ। ਉਸ ਥਾਂ ਤੇ ਸਵਾਹ ਵਿਛਾਈ ਜਾਂਦੀ ਸੀ ਤਾਂ ਕਿ ਭੂੰਡ ਨਾ ਲੱਗਣ। ਹਾਂ, ਕਿਉਂਕਿ ਭੂੰਡ ਸਾਰੀ ਪਾਥੀ ਵਿੱਚੋਂ ਖਾਲੀ ਕਰ ਦਿੰਦੇ ਸੀਗੇ, ਹਨਾ, ਤਾਂ ਕਿ ਭੂੰਡ ਨਾ ਲੱਗਣ। ਹਾਂ, ਫਿਰ ਇਹ ਗੱਲ ਇੱਕ ਹੈ ਵੀ ਇਹ ਪਹਿਲਾਂ ਵੀ ਲੋਕ ਜਦੋਂ ਪਥਵਾੜਾ ਜਿੱਥੇ ਘਾਹ ਘੂ ਸਾਰਾ ਪੱਟ ਦਿੰਦੇ ਸੀ ਵੀ ਇਹ ਥਾਂ ਪਥਵਾੜੇ ਲਈ ਬਣਾਈ, ਪਹਿਲਾਂ ਵੀ ਲੋਕੀ ਦੇਖਦੇ ਸੀ ਵੀ ਇੱਥੇ ਭੂੰਡ ਭੜ ਤਾਂ ਨਹੀਂ ਬਹੁਤੇ ਨਿਕਲਦੇ, ਹਨਾ। ਨਹੀਂ ਤਾਂ ਫਿਰ ਸਾਰੀ ਪਾਥੀ ਜਿਹੜੀ ਥੱਲੋਂ ਖਾਲੀ ਹੋ ਜਾਂਦੀ ਸੀ। ਤੇ ਫਿਰ ਜਿਵੇਂ ਹੁਣ ਜਿਹੜੇ ਇਹ ਪੇੜ ਹੁੰਦੇ ਸੀ ਆਮ ਤੌਰ ਤੇ ਘਰਾਂ ਤੋਂ ਬਾਹਰ ਹੀ ਹੁੰਦੇ ਸੀ, ਬਾਹਰ ਹੀ ਪੱਥਿਆ ਜਾਂਦਾ ਸੀ। ਜਿਵੇਂ ਕਿਸੇ ਦੀ ਮੋਟਰ ਆ ਤਾਂ ਉੱਥੇ ਪੇੜ ਘੜ ਲਿਆ, ਜਾਂ ਕਿਸੇ ਦਾ ਖੇਤ ਆ, ਖੇਤ ਦੇ ਵਿੱਚ ਪੇੜ ਘੜ ਲਿਆ, ਹਨਾ। ਜਾਂ ਮਤਲਬ ਨੇੜੇ ਤੇੜੇ ਕਿਤੇ ਵੀ, ਜਾਂ ਸਾਡੇ ਜਿਵੇਂ ਜਿਹੜੀ ਜਗ੍ਹਾ ਤੇ ਆਪਾਂ ਰੂੜੀ ਲਾਉਂਦੇ ਆ ਜਾਂ ਗੋਹਾ ਪੱਥਦੇ ਆ, ਉਹਨੂੰ ਗੜਾ ਕਹਿ ਦਿੰਦੇ ਨੇ। ਜਿਵੇਂ ਥੋੜੀ ਕੋਈ ਥਾਂ ਵਾ ਜਿਹੜੀ ਉਹ ਵਰਤੋਂ 'ਚ ਨਹੀਂ ਹੈਗੀ ਤਾਂ ਉਹਨੂੰ ਗੜਾ ਕਹਿ ਦਿੰਦੇ ਨੇ। ਉਹ 'ਚ ਭਾਵੇਂ ਤੁਸੀਂ ਆਪਦੀ ਰੂੜੀ ਲਾ ਲਓ, ਭਾਵੇਂ ਤੁਸੀਂ ਆਪਦੀ ਜਿਹੜਾ ਗੋਹਾ ਪੱਥ ਲਓ, ਹਨਾ। ਤੇ ਫਿਰ ਪਾਥੀਆਂ ਪੱਥ ਕੇ ਫਿਰ ਪਾਥੀਆਂ ਦੀ ਪੂਰੀ ਸੇਫਟੀ ਵੀ ਰੱਖੀ ਜਾਂਦੀ ਹੁੰਦੀ ਸੀਗੀ, ਕਿਉਂਕਿ ਬਾਹਰ ਹੁੰਦੇ ਸੀ ਵੀ ਕੋਈ ਜਾਨਵਰ ਆ ਕੇ ਜਾਂ ਕੁੱਤਾ ਬਿੱਲਾ ਆ ਕੇ ਪਾਥੀਆਂ ਖਰਾਬ ਨਾ ਕਰ ਦੇਵੇ, ਢਾਲਾਂ ਦਾ, ਤਾਂ ਉਹਦਾ ਚੰਗਾ ਰੱਖਦੇ। ਫਿਰ ਮੈਂ ਇੱਕ ਗੱਲ ਦਰਸ਼ਕਾਂ ਨੂੰ ਪਹਿਲਾਂ ਗੁਰਦੀਪ ਦੀ ਗੱਲ ਕੱਟ ਕੇ ਕਹਿਦਾ ਵੀ ਉਹ ਜਿਹੜਾ ਕਹਿੰਦੇ ਹੁੰਦੇ ਨਾ ਵੀ ਤੇਰਾ ਪਾਥੀ ਵਰਗਾ ਮੂੰਹ, ਇਸੇ ਪਾਥੀ ਵਰਗਾ ਹੁੰਦਾ ਜਿਹੜੀ ਖਰਾਬ ਹੋਈ ਹੁੰਦੀ ਨਹੀਂ, ਉਹ ਪਾਥੀ ਤਾਂ ਬਹੁਤ ਸੋਹਣੀ ਹੁੰਦੀ ਹੈ ਪੱਥੀ ਹੋਈ ਤਾਂ, ਪਰ ਜਿਹਦਾ ਮਤਲਬ ਬਹੁਤਾ ਹੀ ਵੱਡਾ ਹੋਵੇ ਉਹਦਾ ਇਹ ਜਿਹਾ ਹੁੰਦਾ। ਹਾਂ ਬਿਲਕੁਲ। ਤੇ
ਉਹ ਚੰਗਾ ਰੱਖ ਕੇ ਪੂਰੀ ਪਾਥੀਆਂ ਦੀ ਪ੍ਰੋਟੈਕਸ਼ਨ ਕਰਨੀ ਹੈ ਨਾ। ਤੇ ਉਸ ਤੋਂ ਬਾਅਦ ਫਿਰ ਜਦੋਂ ਪਾਥੀਆਂ ਸੁੱਕ ਜਾਂਦੀਆਂ, ਕਿਉਂਕਿ ਹੁਣ ਇੰਨੀਆਂ ਪਾਥੀਆਂ 500 ਪਾਥੀ ਤੁਸੀਂ ਇਕੱਠੀ ਤਾਂ ਜਲਾ ਨਹੀਂ ਸਕਦੇ, ਫਿਰ ਉਹ ਸਟੋਰ ਕੀਤੀਆਂ ਜਾਂਦੀਆਂ ਸੀਗੀਆਂ। ਹੁਣ ਸਟੋਰ ਕਰਨ ਦਾ ਵੀ ਜਿਹੜਾ ਇੱਕ ਵੱਖਰਾ ਹੀ ਤਰੀਕਾ ਹੁੰਦਾ ਸੀਗਾ ਹਨਾ। ਸਬਜ਼ੀਆਂ ਤਾਂ ਅਸੀਂ ਕੋਲਡ ਸਟੋਰਾਂ ਦੇ ਵਿੱਚ ਸਟੋਰ ਕਰ ਲੈਂਦੇ ਹਾਂ ਨਾ, ਸਟੋਰ ਕੀਤੀਆਂ ਹੋਈਆਂ ਜੇ ਉਹ। ਪਾਥੀਆਂ ਦੱਸੋ ਕਿਵੇਂ ਸਟੋਰ ਕਰਦੇ ਸੀ? ਗੁਰਦੀਪ ਇਹੀ ਫਿਰ ਅਗਲੇ ਮਤਲਬ ਇਹ ਹੁੰਦਾ ਸੀ ਵੀ ਜਦੋਂ ਪਾਥੀਆਂ ਸੁੱਕ ਜਾਣੀਆਂ ਹਨਾ, ਫਿਰ ਉਹਨਾਂ ਨੇ ਕਹਿਣਾ ਵੀ ਜਗ੍ਹਾ ਵੀ ਘੱਟ ਰੋਕਣ ਪਰ ਜ਼ਿਆਦਾ ਤੋਂ ਜ਼ਿਆਦਾ ਜਮ੍ਹਾਂ ਹੋ ਜਾਣ। ਫਿਰ ਉਹ ਕੀ ਕਰਦੇ ਹੁੰਦੇ ਸੀ, ਉਹੀ ਆਪਾਂ ਕਹਿੰਦੇ ਵੀ ਗਹੀਰਾ ਲਾ ਲੈਂਦੇ ਸੀ ਪਾਥੀ ਦਾ। ਫਿਰ ਥੱਲੋਂ ਪਹਿਲਾਂ ਜਿਵੇਂ 7-8 ਫੁੱਟ ਦੇ ਘੇਰੇ 'ਚ ਹਨਾ ਗੋਲ ਧਾਰਾ ਬਣਾ ਲੈਣਾ, ਫਿਰ ਉਹਦੇ ਵਿੱਚ ਚਿਣਨੀਆਂ, ਉਹਦੇ ਉੱਤੇ ਉੱਤੇ ਕਰਦੇ ਕਰਦੇ ਅੱਜ ਕੱਲ੍ਹ ਤੁਸੀਂ ਦੇਖਦੇ ਨਹੀਂ ਸਬਜ਼ੀਆਂ ਦੀ ਰੇਹੜੀਆਂ ਤੇ ਕਿੰਨੂ ਚਿਣੇ ਹੁੰਦੇ ਆ, ਉਵੇਂ ਫਿਰ ਚਿਣ ਲੈਂਦੇ ਸੀ ਹਨਾ। ਫਿਰ ਉਹ ਮਿੱਟੀ ਰਲਾ ਕੇ, ਤੂੜੀ ਰਲਾ ਕੇ, ਗੋਹਾ ਰਲਾ ਕੇ ਫਿਰ ਉਹਨਾਂ ਨੂੰ ਆਲੇ ਦੁਆਲੇ ਲਿਪ ਦਿੰਦੇ ਸੀਗੇ। ਫਿਰ ਜਦੋਂ ਪਹਿਲੀਆਂ ਪਾਥੀਆਂ ਜਿਹੜੀਆਂ ਬਾਹਰ ਰੱਖੀਆਂ ਹੁੰਦੀਆਂ ਸੀ ਉਹ ਖਤਮ ਹੋ ਜਾਣੀਆਂ, ਫਿਰ ਆਪਣੇ ਮੰਮੀ ਹੁਣਾਂ ਨੇ ਸੀਰੀਆਂ ਤੋਂ ਜਾਂ ਆਪ ਫਿਰ ਛੋਟਾ ਜਿਹਾ ਇੱਕ ਉਹਦੇ 'ਚ ਮਘੋਰਾ ਜਿਹਾ ਕੱਢ ਲੈਣਾ ਹਨਾ, ਫਿਰ ਉਹਦੇ ਵਿੱਚੋਂ ਥੱਲੋਂ ਪਾਥੀਆਂ ਜਿਹੜੀਆਂ ਕੱਢਣੀਆਂ ਸ਼ੁਰੂ ਕਰਦੇ ਹੁੰਦੇ ਸੀ ਉਹ। ਤੇ ਕਈ ਘਰ ਐਵੇਂ ਦੇ ਵੀ ਹੁੰਦੇ ਸੀ ਵੀ ਜਿਹੜੇ ਪੌੜੀ ਲਾ ਕੇ ਉੱਤੋਂ ਸ਼ੁਰੂ ਕਰਦੇ ਸੀ, ਪਰ ਜ਼ਿਆਦਾਤਰ ਆਪਾਂ ਦੇਖਿਆ ਵੀ ਪਿੰਡਾਂ 'ਚ ਥੱਲੇ ਹੀ ਸ਼ੁਰੂ ਕਰਦੇ ਸੀ ਲੋਕੀ ਹਨਾ। ਹਾਂ ਦੇਖ ਲਓ, ਇਹ ਵੀ ਆਪਣੇ ਲੋਕਾਂ ਦੇ ਠੀਕ ਆ, ਸਾਇੰਸਦਾਨ ਸਾਰੇ ਇਹ ਆਪਣੇ ਪਿੰਡਾਂ ਚੋਂ ਵੀ ਨਿਕਲੇ ਹੋਏ ਨੇਗੇ, ਪਰ ਇਹ ਵੀ ਸਾਡੀ ਟੈਕਨੀਕ ਆ। ਜਦੋਂ ਅਸੀਂ ਤੂੜੀ ਵੀ ਸਟੋਰ ਕਰਕੇ ਰੱਖਣੀ ਹੁੰਦੀ ਹੈ, ਜਿਹੜੇ ਘਰਾਂ 'ਚ ਜਗ੍ਹਾ ਘੱਟ ਹੁੰਦੀ ਆ, ਜਿਵੇਂ ਤੂੜੀ ਵਾਲਾ ਕੋਠਾ ਨਹੀਂ ਹੁੰਦਾ ਹੈਗਾ, ਜਾਂ ਤਾਂ ਖੇਤਾਂ ਦੇ ਵਿੱਚ ਜਾ ਕੇ ਉਹ ਕੁੱਪ ਬੰਨ੍ਹਦੇ ਨੇਗੇ ਹਨਾ। ਕੁੱਪ ਬੰਨਣਾ ਵੀ ਇੱਕ ਕਲਾ, ਕਿਉਂਕਿ ਹਰ ਕਿਸੇ ਨੂੰ ਕੁੱਪ ਬੰਨਣਾ ਨਹੀਂ ਆਉਂਦਾ ਹੁੰਦਾ। ਸਪੈਸ਼ਲੀ ਉਹ ਬੰਦੇ ਬੁਲਾਏ ਜਾਂਦੇ ਸੀ ਵੀ ਫਲਾਣੇ ਨੂੰ ਬੁਲਾ ਲਿਓ ਵੀ ਉਹ ਕੁੱਪ ਵਧੀਆ ਬੰਨ੍ਹਦਾ ਆ। ਤਾਂ ਉਵੇਂ ਪਾਥੀਆਂ ਦਾ ਜਿਹੜਾ ਗਹਾਰਾ ਹੁੰਦਾ ਸੀਗਾ, ਉਹ ਗਹਾਰਾ ਬਣਾਉਣ ਦੇ ਲਈ ਵੀ ਪਿੰਡ ਦੀ ਜਾਂ ਜਿਹੜੇ ਬੰਦੇ ਨੂੰ ਵਧੀਆ ਲਾਉਣਾ ਆਉਂਦਾ ਸੀ, ਜਿਹੜੀ ਜਨਾਨੀ ਨੂੰ, ਉਹਨੂੰ ਬੁਲਾਇਆ ਜਾਂਦਾ ਸੀਗਾ ਵੀ ਪਾਥੀਆਂ ਚਿਣ ਕੇ ਤੇ ਥੋੜੀਆਂ ਕੱਸ ਕੇ ਲਾਵੇ ਤੇ ਵਧੀਆ ਹੋਵੇ, ਤੇ ਮਿੱਟੀ ਆ ਜਿਹੜੀ ਥੋੜੀ ਜਿਹੀ ਦੱਬ ਕੇ ਲਾਈ ਜਾਵੇ ਵੀ ਉਹ ਟਿਕੀ ਰਵੇ ਹਨਾ ਤੇ ਵਧੀਆ। ਇਹ ਮਤਲਬ ਇਹ ਚੀਜ਼ਾਂ ਕੁੱਲ ਮਿਲਾ ਕੇ ਸਾਰੀਆਂ ਚੀਜ਼ਾਂ ਨਾਲ, ਸਾਡੀ ਕਲਾ ਨਾਲ ਵੀ, ਸਾਡੀ ਲੋੜ ਨਾਲ ਵੀ, ਸਾਡੇ ਸਮੇਂ ਨਾਲ ਵੀ। ਸਮਾਂ ਇਹ ਸੀ ਵੀ ਤੁਸੀਂ ਪਥਵਾੜੇ 'ਚ ਜਾਣਾ, ਉੱਥੇ 2-3 ਘੰਟੇ ਤੁਹਾਡੇ ਬਾਹਰ ਟਾਈਮ ਪਾਸ ਹੋ ਜਾਣੇ, ਗੱਲਾਂ ਵੀ ਹੋ ਜਾਣੀਆਂ ਤੇ ਕੰਮ ਵੀ ਹੋ ਜਾਣਾ। ਮੈਂ ਇਹ ਕਹਿਣ ਲੱਗੀ ਸੀ, ਨਾਲੇ ਇਸ ਬਹਾਨੇ ਧੁੱਪ ਸੇਕ ਲੈਂਦੇ ਸੀ। ਤੇ ਫਿਰ ਇਹ ਵੀ ਗੱਲ ਹੈ ਵੀ ਜਿਹੜੀਆਂ ਨਾਨੀਆਂ ਹੁੰਦੀਆਂ ਸੀ ਆਪਣੇ ਘਰ ਦੀਆਂ, ਉਹ ਖਾਸ ਦਿਨ ਰੱਖਦੀਆਂ ਹੁੰਦੀਆਂ ਸੀ ਵੀ ਇੰਨੇ ਕੁ ਦਿਨਾਂ ਦਾ ਗੋਹਾ ਇਕੱਠਾ ਹੋ ਗਿਆ, ਹੁਣ 4 ਕੁ ਦਿਨਾਂ ਨੂੰ ਘਰ ਦਾ ਸਾਰੇ ਕੰਮ ਛੱਡ ਦੇਣੇ ਨੇ, 2-3 ਘੰਟੇ ਨੇ ਜਿਹੜੇ ਪਥਵਾੜੇ 'ਚ ਜਾਣ ਲਈ ਸਨੇਰ ਪੱਥਣਾ। ਐਵੇਂ ਨਹੀਂ ਸੀ ਕਹਿੰਦੇ ਵੀ ਗੋਹਾ ਪੱਥਣੇ, ਸਨੇਰ ਪੱਥਣ ਚੱਲੀ। ਬਿਲਕੁਲ ਬਿਲਕੁਲ। ਪਰ ਮਤਲਬ ਹੁਣ ਇਹ ਚੀਜ਼ਾਂ ਨੇ ਵੀ ਹੁਣ ਨਾ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ, ਨਾ ਉਹ ਪਿਆਰ ਆ ਤੇ ਨਾ ਹੀ ਆਪਣੀਆਂ ਲੋੜਾਂ ਨੇ ਜਿਹੜੀਆਂ ਇਹੋ ਜਿਹੀਆਂ ਰਹਿ ਗਈਆਂ। ਬਿਲਕੁਲ। ਅਸੀਂ ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਵੀ ਜਿਹੜਾ ਪੜ੍ਹਿਆ ਲਿਖਿਆ ਇੱਕ ਬੰਦਾ ਆ ਜਾਂ ਇਨਸਾਨ ਆ, ਉਹੀ ਜਿਹੜਾ ਪਲੈਨਿੰਗ ਕਰ ਸਕਦਾ ਆ, ਉਹੀ ਚੀਜ਼ਾਂ ਨੂੰ ਜਿਹੜਾ ਸਲੀਕੇ ਦੇ ਨਾਲ, ਤਰੀਕੇ ਦੇ ਨਾਲ ਕਰ ਸਕਦਾ ਵਾ। ਪਰ ਮੈਨੂੰ ਲੱਗਦਾ ਜਿਹੜੇ ਸਾਡੇ ਪਿੰਡਾਂ 'ਚ ਲੋਕੀ ਹੱਥੀਂ ਕੰਮ ਕਰਦੇ ਨੇ ਜਾਂ ਕਰਦੇ ਹੁੰਦੇ ਸੀਗੇ, ਉਹਨਾਂ ਦੇ ਨਾਲੋਂ ਵਧੀਆ ਪਲੈਨਿੰਗ ਕਿਸੇ ਵੀ ਕੰਮ ਦੀ ਕੋਈ ਨਹੀਂ ਕਰ ਸਕਦਾ। ਜਿਵੇਂ ਸਾਗ ਤੋੜਨ ਜਾਣਾ, ਉਹ ਵੀ ਪਹਿਲਾਂ ਪਲਾਨ ਹੁੰਦਾ ਸੀਗਾ ਵੀ ਫਲਾਣੇ ਦਿਨ ਜਾਣਾ, ਫਿਰ ਕਿਹੜੀ ਗੰਦਲ ਦਾ ਵੀ ਪਤਾ ਹੁੰਦਾ ਸੀਗਾ ਵੀ ਆਹ ਗੰਦਲਾਂ ਦਾ ਸਾਗ ਵਧੀਆ ਬਣਦਾ, ਜਾਂ ਬਾਥੂ ਪਾ ਕੇ ਕਿਹੜੀ ਚੀਜ਼ ਪਾ ਕੇ ਵਧੀਆ ਬਣਦਾ। ਉਵੇਂ ਪਾਥੀਆਂ ਪੱਥਣਾ, ਫਿਰ ਉਹਨਾਂ ਨੂੰ ਸੁਕਾਉਣ ਦਾ ਤਰੀਕਾ, ਸਨੇਰ ਲਾਉਣਾ, ਫਿਰ ਗੋਹੇ ਨੂੰ ਪੱਥਣ ਲਾਇਕ ਬਣਾਉਣਾ ਹੈ ਨਾ, ਫਿਰ ਗਹਾਰਾ ਲਾਉਣਾ, ਇਹ ਵੀ ਪ੍ਰੋਪਰ ਮੈਂ ਕਹਿੰਦੀ ਇੱਕ ਪਲੈਨਿੰਗ ਹੁੰਦੀ ਸੀ। ਇਹ ਵੀ ਤੁਹਾਡੇ ਦਿਮਾਗ ਤੋਂ ਬਿਨਾਂ ਤਾਂ ਤੁਸੀਂ ਇਹ ਵੀ ਚੀਜ਼ਾਂ ਕਰ ਨਹੀਂ ਸਕਦੇ ਹੈਗੇ, ਜਿਹੜੀਆਂ ਮੈਨੂੰ ਲੱਗਦਾ ਕਦੇ ਸ਼ਾਇਦ ਅਸੀਂ ਕ੍ਰੈਡਿਟ ਹੀ ਨਹੀਂ ਦਿੱਤਾ ਹੈਗਾ ਇਹਨਾਂ ਚੀਜ਼ਾਂ ਲਈ, ਹੈ ਨਾ। ਅਸਲ 'ਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਡੀਆਂ ਹਮੇਸ਼ਾ ਲੋੜ ਤੇ ਡਿਪੈਂਡ ਕਰਦੀਆਂ ਨੇ। ਜਦੋਂ ਇਹਨਾਂ ਦੀ ਲੋੜ ਸੀ ਤਾਂ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਚੀਜ਼ ਸੀ, ਸਾਡੇ ਸੱਭਿਆਚਾਰ, ਸਾਡੀ ਵਿਰਾਸਤ ਦਾ ਹਿੱਸਾ ਬਣ ਜਾਂਦੀਆਂ ਨੇ ਇਹ ਚੀਜ਼ਾਂ। ਪਰ ਹੁਣ ਲੋੜ ਨਹੀਂ ਰਹੀ, ਗੈਸ ਆ ਗਏ ਨੇ ਤਾਂ ਲੋਕਾਂ ਦੇ ਜਿਹੜੇ ਕੰਮ ਨੇ ਉਹ ਉਹਨਾਂ ਦੇ ਉੱਤੇ ਡਿਪੈਂਡ ਹੋ ਗਏ ਨੇ, ਤਾਂ ਇਹਨਾਂ ਚੀਜ਼ਾਂ ਨੂੰ ਅਸੀਂ ਭੁੱਲ ਗਏ ਹਾਂ। ਸਾਡਾ ਮਕਸਦ ਇਹੀ ਸੀ ਵੀ ਤੁਹਾਡੇ ਅੱਗੇ ਇਹ ਚੀਜ਼ਾਂ ਵੀ ਜਿਹੜੀਆਂ ਅਸੀਂ ਦਿਖਾ ਸਕੀਏ। ਬਿਲਕੁਲ। ਸੋ ਉਮੀਦ ਕਰਦੇ ਹਾਂ ਕਿ ਸਾਗ ਮੋਰਲ ਐਜੂਕੇਸ਼ਨ ਤੋਂ ਬਾਅਦ ਅੱਜ ਸਾਡਾ ਇੱਥੇ ਪਾਥੀਆਂ ਦੇ ਪਿੰਡ 'ਚ ਬਹਿ ਕੇ ਕੀਤਾ, ਸਨੇਰ ਦੇ ਬਿਲਕੁਲ ਸਾਹਮਣੇ ਬਹਿ ਕੇ ਕੀਤਾ ਐਪੀਸੋਡ ਤੁਸੀਂ ਪਸੰਦ ਕਰੋਗੇ ਅਤੇ ਕੋਸ਼ਿਸ਼ ਜ਼ਰੂਰ ਕਰੋਗੇ ਜਿਹਦੇ ਘਰੇ ਇੱਕ ਮੱਝ ਆ ਜਾਂ ਇੱਕ ਡੰਗਰ ਆ ਜੋ ਵੀ ਰੱਖਿਆ ਹੋਇਆ ਵਾ ਹੈ ਨਾ, ਤਾਂ ਤੁਸੀਂ ਥੋੜ੍ਹਾ ਬਾਲਣਾ ਜਿਹੜਾ ਘਰ ਦਾ ਜੋੜਨਾ ਸ਼ੁਰੂ ਕਰੋ ਦੁਬਾਰਾ ਤੋਂ ਇਹ ਚੀਜ਼ਾਂ, ਕਿਉਂਕਿ ਇਹ ਅਸੀਂ ਹਮੇਸ਼ਾ ਗੱਲ ਕਰਦੇ ਰਹੇ ਨੇ ਕਿ ਸਾਡੀ ਬੋਲੀ ਅਲੋਪ ਹੁੰਦੀ ਜਾ ਰਹੀ ਆ, ਸਾਡਾ ਵਿਰਸਾ ਅਲੋਪ ਹੁੰਦਾ ਜਾ ਰਿਹਾ। ਅਸੀਂ ਕੱਪੜੇ ਪਹਿਲਾਂ ਵਾਂਗੂ ਨਹੀਂ ਪਾਉਂਦੇ ਹੈਗੇ, ਜਾਂ ਅਸੀਂ ਦੇਸੀ ਤਰੀਕਿਆਂ ਦੇ ਨਾਲ ਖਾਂਦੇ ਪੀਂਦੇ ਨਹੀਂ ਹੈਗੇ, ਤੇ ਇਹ ਵੀ ਸਾਡੇ ਉਸ ਜ਼ਿੰਦਗੀ ਦਾ ਹਿੱਸਾ ਵਾ ਜਿਨ੍ਹਾਂ ਦੇ ਵਿੱਚੋਂ ਚੀਜ਼ਾਂ ਮਨਫੀ ਹੋ ਰਹੀਆਂ ਨੇਗੀਆਂ। ਸੋ ਪਾਥੀਆਂ ਪੱਥਣਾ, ਸਨੇਰ ਲਾਉਣੇ, ਪੇੜ ਘੜਨੇ, ਇਹ ਵੀ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਸੀਗਾ ਜਿਨ੍ਹਾਂ ਬਾਰੇ ਸ਼ਾਇਦ ਅਸੀਂ ਗੱਲ ਹੀ ਨਹੀਂ ਕਰਦੇ ਕਿ ਇਹ ਵੀ ਚੀਜ਼ਾਂ ਖਤਮ ਹੁੰਦੀਆਂ ਜਾ ਰਹੀਆਂ ਨੇਗੀਆਂ। ਸੋ ਸਾਡੀ ਇੱਕ ਛੋਟੀ ਜਿਹੀ ਕੋਸ਼ਿਸ਼ ਸੀਗੀ ਪ੍ਰੋਗਰਾਮ ਗੱਲ ਦੇ ਰਾਹੀਂ ਕਿ ਤੁਹਾਡੇ ਤੱਕ ਪਹੁੰਚਾਈ ਜਾਵੇ, ਤਾਂ ਕਿ ਤੁਸੀਂ ਵੀ ਦੁਬਾਰਾ ਆਪਣੀਆਂ ਬਚਪਨ ਦੀਆਂ ਯਾਦਾਂ ਜਾਂ ਫਿਰ ਆਪਣੀਆਂ ਮੰਮੀਆਂ ਦੇ ਨਾਲ ਇਹ ਐਪੀਸੋਡ ਆ ਜਿਹੜਾ ਉਹ ਸ਼ੇਅਰ ਕਰ ਸਕੋ। ਬਾਕੀ ਬਹੁਤ ਮਿਹਰਬਾਨੀ,
ਚਲਿਏ ਭੈਣ ਰੁਪਿੰਦਰ। ਚਲੋ ਗੁਰਦੀਪ ਪੱਥ ਨਾ ਲਈਏ ਦੋ ਦੋ ਕਾਨੂੰ ਫਿਰ ਉਹ ਮੁਸ਼ਕਿਲ ਜਿਹਾ ਬਹੁਤ ਆਉਂਦਾ ਉੱਤਾਂ 'ਚ। ਇੱਕ ਗੱਲ ਜਾਂਦੇ ਜਾਂਦੇ ਮੈਂ ਕਹਿਣਾ, ਇਹ ਵੀ ਹੁੰਦਾ ਸੀਗਾ ਵੀ ਜਿੱਦਣ ਮੰਮੀ ਹੁਣੀਆਂ ਗੋਹਾ ਪੱਥ ਕੇ ਆਉਂਦੀ ਸੀ, ਫਿਰ ਅੱਧਾ ਅੱਧਾ ਘੰਟਾ ਜਿਹੜਾ ਹੱਥ ਤੇ ਅੱਡੀਆਂ ਕੁੱਚਣ ਤੇ ਵੀ ਲਾਇਆ ਜਾਂਦਾ ਸੀਗਾ, ਵੀ ਤਾਂ ਕਿ ਸਮੈਲ ਨਾ ਆਵੇ, ਬਾਅਦ 'ਚ ਰੋਟੀ ਟੁੱਕ ਕਰਨਾ ਹੁੰਦਾ ਸੀਗਾ, ਹੈ ਨਾ। ਸੋ ਇਹਨਾਂ ਗੱਲਾਂ ਦੇ ਨਾਲ ਮੈਨੂੰ, ਗੁਰਦੀਪ ਗਰੇਵਾਲ ਨੂੰ, ਭੈਣ ਰੁਪਿੰਦਰ ਸੰਧੂ ਹੋਰਾਂ ਨੂੰ ਇਜਾਜ਼ਤ ਦੇ ਦਿਓ। ਬੀ ਸੋਸ਼ਲ ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਗੱਲ ਤੇ ਗੱਲ ਦੇ ਅਗਲੇ ਐਪੀਸੋਡ ਦੇ ਵਿੱਚ ਕੁਝ ਹੋਰ ਵੱਖਰਾ ਲੈ ਕੇ ਆਵਾਂਗੇ, ਤੁਹਾਡੇ ਜੋ ਨੇੜੇ ਹੋਵੇ ਦਿਲ ਦੇ, ਉਹ ਲੈ ਕੇ ਆਵਾਂਗੇ। ਤਦ ਤੱਕ ਦੇ ਲਈ ਇਜਾਜ਼ਤ ਦੇ ਦਿਓ। ਸਤਿ ਸ਼੍ਰੀ ਅਕਾਲ ਜੀ। ਬੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਗਰੇਵਾਲ ਅਤੇ ਭੈਣ ਰੁਪਿੰਦਰ ਸੰਧੂ ਸਵਾਗਤ ਕਰਦੇ ਹਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਠੀਕ ਠਾਕ ਹੋਵੋਗੇ। ਪ੍ਰੋਗਰਾਮ ਗੱਲ ਤੇ ਗੱਲ ਦਾ ਨਵਾਂ ਐਪੀਸੋਡ ਲੈ ਕੇ ਹਾਜ਼ਰ ਹੋ ਗਿਆ। ਭੈਣ ਰੁਪਿੰਦਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗੁਰਦੀਪ। ਕੀ ਹਾਲ ਚਾਲ ਨੇ? ਬਹੁਤ ਵਧੀਆ। ਦੇਖੋ ਮਾਹੌਲ ਕਿੰਨਾ ਸੋਹਣਾ ਹੈ। ਹਾਂ ਪਤਾ ਨਹੀਂ ਕੀ ਹੋਇਆ, ਅਸੀਂ ਤਾਂ ਕੋਈ ਚੁਟਕਲਾ ਵੀ ਨਹੀਂ ਸੁਣਾਇਆ ਅੱਜ, ਇਹਨਾਂ ਦਾ ਹਾਸਾ ਹੀ ਨਹੀਂ ਰੁਕ ਰਿਹਾ। ਹਾਂ ਪਤਾ ਨਹੀਂ ਯਾਰ, ਮਤਲਬ ਫੀਲਿੰਗ ਬਹੁਤ ਵਧੀਆ ਆ ਰਹੀ ਆ ਪਿੰਡ ਜੇ ਚ ਆ ਗਏ ਨਾ। ਇਹ ਸ਼ਹਿਰਾਂ 'ਚ ਵੈਸੇ ਇਦਾਂ ਦਾ ਮਾਹੌਲ ਲੱਭਣਾ ਇਹ ਵੀ ਕਿਸਮਤ ਵਾਲੀ ਗੱਲ ਆ ਨਾ। ਹਾਂ ਬਹੁਤ ਸੋਹਣਾ ਹੈ ਸੱਚੀ। ਮਤਲਬ ਇੱਕ ਵਾਰੀ ਤਾਂ ਨਾ ਪਿੰਡ ਜੇ ਯਾਦ ਆ ਗਿਆ, ਆਪਣੇ ਬਚਪਨ ਦੀਆਂ ਵਾਲੀਆਂ ਗੱਲਾਂ ਯਾਦ ਆ ਗਈਆਂ। ਹਾਂ ਬਿਲਕੁਲ। ਚੱਪੜਚਿੜੀ ਦੇ ਨੇੜੇ ਇਹ ਕਿਸੇ ਦਾ ਖੇਤ ਸੀ, ਮੋਟਰ ਸੀਗੀ, ਉਹਨਾਂ ਦੀ ਪਰਮਿਸ਼ਨ ਲੈ ਕੇ ਅੱਜ ਅਸੀਂ ਇੱਥੇ ਸ਼ੂਟ ਕਰ ਰਹੇ ਹਾਂ। ਸਰੋਂ ਖਿੜੀ ਹੋਈ ਆ, ਉਹਨਾਂ ਨੇ ਪਾਲਕ, ਮੇਥੇ ਕੀ, ਸ਼ਲਗਮ ਕੀ, ਲਸਣ ਲੁਸਣ, ਬਹੁਤ ਕੁਝ, ਗੋਭੀ ਸਰੋਂ ਦਾ ਸਾਗ ਵੀ ਖੜਾ ਹੈ ਤੇ ਬਹੁਤ ਕੁਝ ਬੀਜਿਆ ਹੋਇਆ ਉਹਨਾਂ ਨੇ। ਪਰ ਅੱਜ ਅਸੀਂ ਖੇਤਾਂ ਨਾਲ ਜੁੜੀ ਹੋਈ ਗੱਲ ਤਾਂ ਨਹੀਂ ਕਰਾਂਗੇ, ਪਰ ਖੇਤਾਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਜੁੜੀ ਹੋਈ ਗੱਲ ਕਰਾਂਗੇ। ਵਿਆਹ, ਸਿਆਲਾਂ, ਮਤਲਬ ਸਿਆਲ, ਮਤਲਬ ਆਪਾਂ ਸਾਗ ਦੀ ਵੀ ਗੱਲ ਕਰ ਲਈ, ਪਾਥੀਆਂ ਦੀ ਵੀ ਗੱਲ ਕਰ ਲਈ, ਤੇ ਸਿਆਲਾਂ ਦਾ ਇੱਕ ਹੋਰ ਬੜਾ ਖਾਸ ਜਸ਼ਨ ਹੁੰਦਾ ਵਿਆਹ, ਹੈ ਨਾ। ਸੋ ਵਿਆਹਾਂ ਦੀ ਬੋਲੀ ਹੈ ਕਿ ਇਹ ਦਿਨ ਸ਼ਗਨਾਂ ਦੇ ਵਾਰ-ਵਾਰ ਨਹੀਂ ਆਉਣੇ, ਹੈ ਨਾ। ਸੋ ਵਿਆਹ ਦੇ ਸ਼ਗਨ ਭੈਣੇ ਜਿਹੜੇ ਹੁੰਦੇ ਨੇਗੇ, ਉਹ ਦੇਖ ਦਿਖਾਈ ਤੋਂ ਬਾਅਦ ਜਿਹੜੀ ਪਹਿਲੀ ਰਸਮ ਹੁੰਦੀ ਆ ਵਿਆਹ ਦੀ, ਜਿਹਨੂੰ ਆਪਾਂ ਕਹਿੰਦੇ ਵੀ ਵਿਆਹ ਦਾ ਹੁਣ ਮੁੱਢ ਬੰਨਿਆ ਗਿਆ, ਵਿਆਹ ਦੀ ਸ਼ੁਰੂਆਤ ਹੋ ਗਈ, ਉਹ ਹੁੰਦੀ ਆ ਆਪਣੀ ਸਾਹੇ ਚਿੱਠੀ, ਹੈ ਨਾ। ਬਿਲਕੁਲ। ਸੋ ਅੱਜ ਅਸੀਂ, ਵੈਸੇ ਤਾਂ ਵਿਆਹ ਦੀਆਂ ਬਹੁਤ ਸਾਰੀਆਂ ਰੀਤਾਂ ਨੇ, ਰਸਮ ਹੁੰਦੇ ਨੇ, ਬਹੁਤ ਰਿਵਾਜ ਹੁੰਦੇ ਨੇ, ਅਲੱਗ-ਅਲੱਗ ਏਰੀਆ ਦੇ ਆਪਣੇ ਅਲੱਗ-ਅਲੱਗ ਵੀ ਹੁੰਦੇ ਨੇਗੇ, ਪਰ ਇੱਕ ਜਿਹੜਾ ਸਾਰੇ ਕਿਤੇ ਕਾਮਨ ਹੁੰਦੀ ਆ ਉਹ ਹੁੰਦਾ ਵੀ ਸਾਹੇ ਚਿੱਠੀ ਤੋਰਨਾ, ਹੈ ਨਾ। ਤੇ ਸਾਹੇ ਚਿੱਠੀ ਅੱਜ ਕੱਲ੍ਹ ਆਪਾਂ ਨੂੰ ਬਾਜ਼ਾਰਾਂ 'ਚੋਂ ਵੀ ਉੱਦਾਂ ਹੀ ਫੈਂਸੀ ਜਿਹੀਆਂ ਸਾਹੇ ਚਿੱਠੀਆਂ ਮਿਲ ਜਾਂਦੀਆਂ, ਪਰ ਆਪਾਂ ਗੱਲ ਕਰਾਂਗੇ ਅੱਜ ਵੀ ਸਾਹੇ ਚਿੱਠੀ ਭੇਜਣ ਦਾ ਰਿਵਾਜ ਜਿਹੜਾ ਕਿੱਥੋਂ ਸ਼ੁਰੂ ਹੋਇਆ ਸੀਗਾ, ਕਿਉਂ ਸਾਹੇ ਚਿੱਠੀ ਇਹ ਭੇਜੀ ਜਾਂਦੀ ਆ, ਤੇ ਕੌਣ ਸਾਹੇ ਚਿੱਠੀ ਲਿਖਦਾ ਸੀ, ਕੌਣ ਪੜ੍ਹਦਾ ਸੀ, ਤੇ ਕੌਣ ਲੈ ਕੇ ਜਾਂਦਾ ਸੀਗਾ, ਹੈ ਨਾ। ਗੁਰਦੀਪ ਵੈਸੇ ਮਤਲਬ ਹੁਣ ਮੈਨੂੰ ਤੁਹਾਡੀ ਗੱਲ ਤੋਂ ਯਾਦ ਆਇਆ ਵੀ ਹੁਣ ਜਿਹੜੀ ਸਾਹੇ ਚਿੱਠੀ ਸਿਰਫ ਰਿਵਾਜ ਜਿਹਾ ਰਹਿ ਗਈ, ਹੈ ਨਾ। ਕਿਉਂਕਿ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਫੋਨ ਤੇ ਤੈਅ ਹੋ ਜਾਂਦੀਆਂ ਨੇ, ਜਾਂ ਉੱਦਾਂ ਵੀ ਆਪਾਂ ਇੰਨਾ ਜ਼ਿਆਦਾ ਮਿਲਣਾ ਗਿਲਣਾ ਹੋ ਜਾਂਦਾ ਪਰਿਵਾਰਾਂ ਦਾ। ਪਰ ਪਹਿਲਾਂ ਐਵੇਂ ਨਹੀਂ ਸੀ ਹੁੰਦਾ। ਸ਼ਾਇਦ ਜ਼ਰੂਰਤ ਆ ਜਿਹੜੀ ਉਹ ਤਾਂ ਇਸੇ ਚੀਜ਼ ਕਰਕੇ ਹੋਈ ਹੋਣੀ ਆ, ਕਿਉਂਕਿ ਫੋਨ ਨਹੀਂ ਸੀ ਹੁੰਦੇ, ਕੋਈ ਹੋਰ ਜ਼ਰੀਆ ਨਹੀਂ ਸੀ ਹੁੰਦੇ, ਤਾਂ ਮਤਲਬ ਇੱਕ ਚਿੱਠੀ ਲਿਖ ਕੇ ਦੂਜੇ ਪਰਿਵਾਰ ਨੂੰ ਇਨਫੋਰਮ ਕੀਤਾ ਜਾਂਦਾ ਸੀ ਇੱਕ ਤਰ੍ਹਾਂ ਨਾਲ ਵੀ ਆ ਦਿਨ ਨੂੰ ਤੇ ਇਸ ਮਤਲਬ ਜਿਹੜੀ ਘੜੀ ਤੇ ਕੁੜੀ ਤੇ ਮੁੰਡੇ ਦਾ ਵਿਆਹ ਹੋਏਗਾ, ਹੈ ਨਾ। ਬਿਲਕੁਲ। ਨਾਲੇ ਸਾਹੇ, ਮਤਲਬ ਚਿੱਠੀ ਦੇ ਮੂਹਰੇ ਸਾਹਾ ਕਿਉਂ ਲਿਖਦੇ ਨੇਗੇ, ਉਹ ਹੁੰਦਾ ਕਿ ਸਾਹਾ ਸੋਧਿਆ ਜਾਣਾ ਜਾਂ ਸਾਹਾ ਕਢਾਇਆ। ਸਾਹਾ ਕਢਾਉਣਾ ਹੁੰਦਾ ਕਿ ਵਿਆਹ ਦੀ ਤਰੀਕ ਕਢਵਾਉਣਾ, ਹੈ ਨਾ। ਤੇ ਅੱਜ ਕੱਲ੍ਹ ਤਾਂ ਚਲੋ ਆਪਾਂ ਸਾਰੇ ਆਪਣੇ ਅਕੋਰਡਿੰਗ ਦੇਖ ਲੈਂਦੇ ਹਾਂ ਵੀ ਇਹ ਚਲੋ ਐਤਵਾਰ ਦਾ ਵਿਆਹ ਰੱਖ ਲਓ, ਸਾਰਿਆਂ ਨੂੰ ਛੁੱਟੀ ਹੁੰਦੀ ਆ ਜਾਣਗੇ, ਜਾਂ ਫਿਰ ਤੁਸੀਂ ਜਿਹੜਾ ਸ਼ੁੱਕਰਵਾਰ ਦਾ ਰੱਖ ਲਓ, ਜਿਵੇਂ ਸਾਰਿਆਂ ਨੂੰ ਲੋਟ ਜਿਹਾ ਲੱਗਦਾ ਕਿ ਇਸ ਦਿਨ ਵੱਧ ਤੋਂ ਵੱਧ ਲੋਕ ਜਿਹੜੇ ਵਿਆਹ 'ਚ ਸ਼ਾਮਿਲ ਹੋ ਸਕਦੇ ਨੇ, ਇਸ ਦਿਨ ਕਿਸੇ ਦੀ ਜੌਬ ਨਹੀਂ ਹੈਗੀ ਤਾਂ ਉਦਣ ਆਪਾਂ ਵਿਆਹ ਕੱਢ ਲਈਏ, ਹੈ ਨਾ। ਸੋ ਪਹਿਲਾਂ ਦਾ ਦੱਸੋ ਭੈਣੇ ਵੀ ਪਹਿਲਾਂ ਸਾਹਾ ਕਿਵੇਂ ਸੋਧਿਆ ਜਾਂਦਾ ਸੀਗਾ ਤੇ ਕੀ ਰਸਮ ਉਸ ਵੇਲੇ ਅਦਾ ਕੀਤੀ ਜਾਂਦੀ ਸੀਗੀ? ਵੈਸੇ ਮਤਲਬ ਹੁਣ ਜਿਹੜੇ ਹੁਣ ਦੇ ਪਰਿਵਾਰ ਨੇ, ਹੈ ਨਾ, ਉਹ ਤਾਂ ਇਹ ਚੀਜ਼ਾਂ ਨੂੰ ਵੈਸੇ ਢਗਵੰਜ ਜਿਹਾ ਵੀ ਕਹਿ ਦਿੰਦੇ ਆ ਵੀ ਉੱਦਾਂ ਹੀ ਤੁਸੀਂ ਵਹਿਮਾਂ ਭਰਮਾਂ 'ਚ ਪਏ ਹੋਏ ਹੋ। ਪਰ ਪਹਿਲਾਂ ਤੁਸੀਂ ਦੇਖਿਆ ਆਪਣੇ ਜਿਹੜੇ ਪਿੰਡਾਂ ਦੇ ਵਿੱਚ ਸਿੱਖ ਪਰਿਵਾਰ ਵੀ ਹੁੰਦੇ ਸੀ ਜਾਂ ਕੋਈ ਵੀ ਪਰਿਵਾਰ, ਉਹ ਇਹ ਨਹੀਂ ਸੀ ਸੋਚਦਾ ਹੁੰਦਾ ਵੀ ਇਹ ਸਾਡੀ ਰਸਮ ਨਹੀਂ ਹੈਗੀ। ਉਹਨਾਂ ਨੂੰ ਇਹੀ ਲੱਗਦਾ ਹੁੰਦਾ ਸੀ ਵੀ ਇਹ ਸਾਡੇ ਬੱਚਿਆਂ ਦੇ ਚੰਗੇ ਭਵਿੱਖ ਲਈ ਮਤਲਬ ਬਹੁਤ ਜ਼ਰੂਰੀ ਚੀਜ਼ ਆ ਵੀ ਅਸੀਂ ਪੰਡਿਤ ਕੋਲੇ ਜਾਈਏ ਤੇ ਕੋਈ ਚੰਗਾ ਦਿਨ ਵਾਰ ਹੈ ਜਿਹੜਾ ਉਹ ਸੋਚ ਕੇ ਮਤਲਬ ਉਹਨਾਂ ਨੂੰ ਪੁੱਛੀਏ ਜਾ ਕੇ ਵੀ ਦੋਨਾਂ ਬੱਚਿਆਂ ਦਾ ਕਹਿੰਦੇ ਹੁੰਦੇ ਸੀਗੇ ਵੀ ਜਨਮ ਤਰੀਕ ਦੇ ਦਿੰਦੇ ਹੁੰਦੇ ਸੀਗੇ ਵੀ ਇਹਨਾਂ ਦਾ ਲਗਨਾ ਜਿਹੜਾ ਸਹੀ ਕਿਹੜੇ ਦਿਨ ਜੁੜਦਾ ਹੈ ਨਾ। ਤੇ ਫਿਰ ਜਿਹੜੇ ਪੰਡਿਤ ਜੀ ਹੁੰਦੇ ਸੀ ਉਹੀ ਜਿਵੇਂ ਆਪਾਂ ਅੱਜ ਕੱਲ੍ਹ ਤਾਂ ਫਿਲਮਾਂ 'ਚ ਵੀ ਦੇਖ ਲੈਂਦੇ ਹੁੰਦੇ ਆ ਵੀ ਉਹ ਫਿਰ ਕੁਛ ਲਿਖ ਲੈਂਦੇ ਹੁੰਦੇ ਸੀ ਇੱਕ ਪੱਤਰੀ ਦੇ ਉੱਤੇ, ਹੈ ਨਾ। ਤੇ ਉਹ ਆਪਣੇ ਲਈ ਤਾਂ ਉਹੀ ਆ ਵੀ 4 ਖਾਨੇ ਜਿਹੇ ਬਣਾ ਲੈਂਦੇ ਨੇ ਤੇ ਉਹ ਫਿਰ ਕੁਛ ਗ੍ਰਹਿਾਂ ਦਾ ਆਪਣੇ ਹਿਸਾਬ ਨਾਲ ਉਹਨਾਂ ਦੇ ਜਿਹੜੇ ਮਤਲਬ ਕੁਛ ਵੀ ਧਾਰਮਿਕ ਕਿਰਿਆ ਕਹਿ ਲਈ ਉਹਦੇ ਹਿਸਾਬ ਨਾਲ ਫਿਰ ਦਿਨ ਦੱਸ ਦਿੰਦੇ ਹੁੰਦੇ ਸੀ ਵੀ ਇਸ ਦਿਨ ਆ ਜਿਹੜਾ ਤੁਹਾਡਾ ਜਿਹੜਾ ਲਗਨ ਹੈ ਬੱਚਿਆਂ ਦਾ ਜੁੜ ਰਿਹਾ, ਤੇ ਇਸ ਦਿਨ ਜੇ ਤੁਸੀਂ ਲਾਵਾਂ ਜਾਂ ਆਨੰਦ ਕਾਰਜ ਜੋ ਵੀ ਮਤਲਬ ਹੁੰਦਾ ਵੀ ਜੇ ਕਰਦੇ ਹੋ ਤਾਂ ਉਹ ਇਹਨਾਂ ਦੇ ਆਉਣ ਵਾਲੇ ਸਮੇਂ ਲਈ ਸ਼ੁਭ ਰਹੇਗਾ।
ਤੇ ਉਹਦੇ ਵਿੱਚ ਫਿਰ ਉਹਨਾਂ ਨੂੰ ਇੱਕ ਮਤਲਬ ਦਿੱਤਾ ਜਾਂਦਾ ਹੁੰਦਾ ਸੀ, ਉਹਨੂੰ ਦਕਸ਼ਣਾ ਵੀ ਕਹਿ ਦਿੰਦੇ ਆਪਾਂ ਜਾਂ ਇਨਾਮ ਦੇ ਤੌਰ ਤੇ ਵੀ, ਹੈ ਨਾ। ਉਦੋਂ ਤਾਂ ਹੁੰਦਾ ਸੀ ਵੀ ਕਹਿੰਦੇ 1 ਰੁਪਈਆ ਵੀ ਦੇ ਦਿੰਦੇ ਸੀਗੇ, ਜਾਂ ਜਿਹਦੀ ਜਿੰਨੀ ਪਹੁੰਚ ਪਵੇ, ਜਿਵੇਂ ਕਈ ਕੱਪੜੇ ਦਿੰਦੇ ਹੁੰਦੇ ਸੀ ਵੀ ਉਹ ਇੱਕ ਜੋੜੀ ਕਹਿ ਦਈਏ ਆਪਾਂ, ਤੇ ਨਾਲ ਪੈਸੇ ਜਾਂ ਕੁਛ ਮਿੱਠਾ ਜਿਹੜਾ ਗੁੜ ਦੇ ਤੌਰ ਤੇ ਦਿੱਤਾ ਜਾਂਦਾ ਸੀ। ਹੁਣ ਤਾਂ ਚਲੋ ਇੰਨੇ ਰਿਵਾਜ ਚੱਲ ਪਏ ਨੇ ਵੀ ਉਹ ਇੱਕ ਫਾਰਮੈਲਿਟੀ ਜੀ ਹੋ ਗਈ ਹੈ, ਤੇ ਲੋਕੀ ਮਤਲਬ ਆਪਣੇ ਹਿਸਾਬ ਨਾਲ ਵੱਧ ਚੜ ਕੇ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਰਦੇ ਰਹਿੰਦੇ ਨੇ, ਹਨਾ। ਫਿਰ ਪੰਡਿਤ ਜੀ ਤੋਂ ਹੀ ਕਹਿੰਦੇ ਹੁੰਦੇ ਸੀਗੇ ਵੀ ਲਿਖਵਾ ਲਿਆ ਜਾਂਦਾ ਸੀਗਾ, ਕਿਉਂਕਿ ਪਹਿਲਾਂ ਜਿਹੜੇ ਸਾਧਨ ਇੰਨੇ ਜ਼ਿਆਦਾ ਨਹੀਂ ਸੀ ਹੁੰਦੇ ਵੀ ਇੱਕਦਮ ਕੋਈ ਵੀ ਚੀਜ਼ਾਂ ਦੇ ਜਿਹੜੇ ਪ੍ਰਬੰਧ ਹੋ ਜਾਣ, ਹਨਾ। ਫਿਰ ਕਹਿੰਦੇ ਪੰਡਿਤ ਜੀ ਤੋਂ ਹੀ ਲਿਖਵਾਇਆ ਜਾਂਦਾ ਹੁੰਦਾ ਸੀਗਾ ਵੀ ਇੰਨੇ ਇਸ ਤਰੀਕ ਨੂੰ ਇਸ ਟਾਈਮ ਆ ਜਿਹੜੀ ਇੰਨੀ ਬਰਾਤ ਆ ਜਿਹੜੀ ਆਏਗੀ, ਉਹਨੂੰ ਤੁਸੀਂ ਇਸ ਤਰੀਕੇ ਦਾ ਜਿਹੜਾ ਭੋਜਨ ਹੈ ਉਹ ਦੇਣਾ, ਮਤਲਬ ਖਾਣ ਪੀਣ ਦੀਆਂ ਚੀਜ਼ਾਂ, ਜਿਹਦੇ ਵਿੱਚ ਹੁਣ ਤਾਂ ਮਤਲਬ ਅਸੀਂ ਪੈਲੇਸ 'ਚ ਜਾ ਕੇ ਚੀਜ਼ਾਂ ਕਰ ਲੈਂਦੇ ਹਾਂ ਵੀ ਆਹ ਵੀ ਦੇ ਦਿਓ, ਆਹ ਵੀ ਦੇ ਦਿਓ, ਹੈ ਨਾ। ਇੱਕ ਲੰਮੀ ਚੌੜੀ ਲਿਸਟ ਹੁੰਦੀ ਆ, ਪਰ ਉਦੋਂ ਕਹਿੰਦੇ ਇਹ ਵੀ ਹੁੰਦਾ ਸੀ ਵੀ ਮੀਟ ਤੇ ਸ਼ਰਾਬ ਤੱਕ ਵੀ ਲਿਖੀ ਜਾਂਦੀ ਹੁੰਦੀ ਸੀ ਵੀ ਪਰਿਵਾਰ ਨੇ ਦੇਣੀ ਆ ਜਾਂ ਨਹੀਂ ਦੇਣੀ, ਉਹ ਵੀ ਲਿਖੀ ਜਾਂਦੀ ਸੀ। ਤੇ ਇਹ ਵੀ ਚੀਜ਼ਾਂ ਲਿਖੀਆਂ ਜਾਂਦੀਆਂ ਸੀਗੀਆਂ ਵੀ ਜਿਹੜੇ ਮੁੰਡੇ ਵਾਲੇ ਨੇਗੇ, ਆਪਾਂ ਇੱਕ ਹੋਰ ਬਹੁਤ ਜ਼ਰੂਰੀ ਗੱਲ ਇਹ 'ਚੋਂ ਭੁੱਲ ਗਏ, ਸਾਹਾ ਜਿਹੜਾ ਕਢਾਉਂਦੇ ਹੁੰਦੇ ਸੀ ਮੋਸਟਲੀ ਕੁੜੀ ਵਾਲੇ ਕਢਵਾਉਂਦੇ ਹੁੰਦੇ ਸੀਗੇ ਕਿ ਤੁਸੀਂ ਇਸ ਦਿਨ ਆ ਜਿਹੜੀ ਬਰਾਤ ਲੈ ਕੇ ਉਹ ਟੁਕਣੀ ਆ, ਅਤੇ ਜਿਹੜੀ ਪਹਿਲੀ ਚਿੱਠੀ ਤੋਰੀ ਜਾਂਦੀ ਸੀ ਉਹ ਵੀ ਕੁੜੀ ਵਾਲਿਆਂ ਵੱਲੋਂ ਹੀ ਤੋਰੀ ਜਾਂਦੀ ਸੀਗੀ ਕਿ ਸਾਡੇ ਵੱਲੋਂ ਇਹ ਦਿਨ ਦਾ ਵਿਆਹ ਹੋਣਾ ਨਿਯਤ ਹੋਇਆ ਵਾ ਤੇ ਇੰਨੇ ਵਜੇ ਬਰਾਤ ਆ ਜਿਹੜੀ ਟੁਕੇਗੀ। ਅਤੇ ਫਿਰ ਜਦੋਂ ਚਿੱਠੀ ਤੋਰਨੀ ਹੁੰਦੀ ਸੀਗੀ ਪਿੰਡ ਦੇ ਲਾਗੀ ਹੱਥ ਜਾਂ ਫਿਰ ਪੰਡਿਤ ਜੀ ਦੇ ਹੱਥ ਨਾ, ਤੇ ਉਹ ਆਲੇ ਦੁਆਲੇ ਦੇ ਸ਼ਰੀਕੇ ਦੇ ਘਰਾਂ ਨੂੰ ਵੀ ਸੱਦਾ ਦਿੱਤਾ ਜਾਂਦਾ ਸੀ ਕਿ ਅੱਜ ਉਹਨਾਂ ਨੇ ਸਾਹਾ ਤੋਰਨਾ ਆ, ਤਾਂ ਤੁਸੀਂ ਜਿਹੜੇ ਉਸ ਰਸਮ ਦੇ ਵਿੱਚ ਸ਼ਾਮਲ ਹੋਏ। ਤੇ ਜਿੱਦਾਂ ਹੁਣ ਆਪਣੇ ਵੱਡੇ ਦੱਸਦੇ ਨੇ, ਕਹਿੰਦੇ ਇਹ ਵੀ ਚੀਜ਼ ਦੱਸੀ ਜਾਂਦੀ ਹੁੰਦੀ ਸੀ ਕਿ ਬਰਾਤ ਆ ਜਿਹੜੀ ਉਹ, ਕਿਉਂਕਿ ਅੱਗੇ ਘਰਾਂ 'ਚ ਪਿੰਡਾਂ 'ਚ ਬਰਾਤ ਉਤਰਦੀ ਸੀਗੀ, ਹੈ ਨਾ, ਵੀ ਜਿਹੜੇ ਬਰਾਤ ਆ ਆਪਣੇ ਨਾਲ ਉਹ ਕਿੰਨਾ ਕੁ ਸਮਾਨ ਲਿਆ ਸਕਦੀ ਆ, ਵੀ ਤੁਸੀਂ ਜਿਹੜਾ ਇੰਨਾ ਲੀੜਾ ਲੱਤਾ ਹੀ ਲੈ ਕੇ ਆਉਣਾ ਵਾ, ਜਾਂ ਇੰਨੀਆਂ ਚੀਜ਼ਾਂ ਜਿਹੜੀਆਂ ਤੁਸੀਂ ਇੰਨੀਆਂ ਹੀ ਲੈ ਕੇ ਆਉਣੀਆਂ ਨੇਗੀਆਂ। ਉਹ 'ਚ ਉਹ ਵੀ ਚੀਜ਼ ਮੈਂਸ਼ਨ ਕਰਦੇ ਹੁੰਦੇ ਸੀ ਵੀ ਇੰਨੇ ਬੰਦੇ ਆਏ ਹੋ, ਇੰਨੀਆਂ ਚੀਜ਼ਾਂ ਤੁਸੀਂ ਨਾਲ ਲਿਆ ਸਕਦੇ ਹੋ, ਹੈ ਨਾ, ਜਾਂ ਫਿਰ ਕਿਹੜੀਆਂ ਚੀਜ਼ਾਂ ਤੁਹਾਨੂੰ ਆਇਆਂ ਤੇ ਖਾਣ ਨੂੰ ਪਰੋਸੀਆਂ ਜਾਣਗੀਆਂ, ਤੇ ਅਸੀਂ ਆਪਣੇ ਵੱਲੋਂ ਜਿਹੜਾ ਆਪਣੀ ਕੁੜੀ ਨੂੰ ਫਿਰ ਕੀ ਦਾਨ ਦੇਵਾਂਗੇ, ਜਿਹਨੂੰ ਅੱਜ ਅਸੀਂ ਦਾਜ ਵੀ ਕਹਿ ਦਿੰਦੇ ਆ, ਵੀ ਜੋ ਚੀਜ਼ਾਂ ਉਹਨਾਂ ਨੇ ਆਪਣੀ ਖੁਸ਼ੀ ਨਾਲ ਆਪਣੀ ਕੁੜੀ ਨੂੰ ਦੇਣੀਆਂ ਹੁੰਦੀਆਂ ਸੀ, ਉਹ ਸਾਰਾ ਕੁਝ ਕਹਿੰਦੇ ਚਿੱਠੀ ਦੇ ਵਿੱਚ ਲਿਖਿਆ ਜਾਂਦਾ ਸੀਗਾ। ਬਿਲਕੁਲ ਗੁਰਦੀਪ, ਇਹੀ ਗੱਲ ਹੈ ਵੀ ਉਹ ਲਿਖਤੀ ਤੌਰ ਤੇ ਇੱਕ ਤਰ੍ਹਾਂ ਨਾਲ ਸਬੂਤ ਵੀ ਰੱਖ ਲੈਂਦੇ ਹੁੰਦੇ ਸੀ, ਹਨਾ, ਵੀ ਮਤਲਬ ਬਾਅਦ ਚੋਂ ਦੋਨਾਂ ਪਰਿਵਾਰਾਂ ਦੇ ਵਿੱਚ ਕੋਈ ਮਤਭੇਦ ਵੀ ਨਾ ਆਵੇ। ਤੇ ਉਦੋਂ ਬਰਾਤ ਜਿਹੜੀ ਆਉਂਦੀ ਹੁੰਦੀ ਸੀ ਜ਼ਿਆਦਾਤਰ ਗੱਡਿਆਂ ਦੇ ਉੱਤੇ ਆਉਂਦੀ ਹੁੰਦੀ ਸੀ, ਜਾਂ ਘੋੜੀਆਂ ਤੇ ਲੋਕ ਜਾਂਦੇ ਹੁੰਦੇ ਸੀ, ਘੋੜੀਆਂ ਤੇ, ਹਨਾ। ਫਿਰ ਕਹਿੰਦੇ ਇਹ ਵੀ ਲਿਖਿਆ ਜਾਂਦਾ ਸੀ ਵੀ ਇੰਨੇ ਜਿਹੜੇ ਸਾਡੇ ਮਤਲਬ ਘੋੜੇ ਜਾਂ ਜਿਹੜੇ ਜਾਨਵਰ ਹੋਣਗੇ ਉਹਨਾਂ ਲਈ ਜਿਹੜੇ ਛੋਲਿਆਂ ਦਾ ਪ੍ਰਬੰਧ ਆ ਤੁਸੀਂ, ਜਾਂ ਗੁੜ ਦਾ ਪ੍ਰਬੰਧ ਉਹ ਇੰਨੇ ਜਾਨਵਰਾਂ ਲਈ ਕਰਨਾ। ਉਹ ਜਦੋਂ ਵਾਪਸ ਮੁੰਡੇ ਵਾਲਿਆਂ ਵੱਲੋਂ ਜਵਾਬ ਆਉਂਦਾ ਸੀਗਾ ਚਿੱਠੀ ਦਾ। ਬਿਲਕੁਲ। ਤੇ ਫਿਰ ਮਤਲਬ ਜਦੋਂ ਇਹ ਚਿੱਠੀ ਆ ਜਿਹੜੀ ਪਿੰਡ ਦਾ ਲਾਗੀ ਆ ਉਹ ਕੁੜੀ ਵਾਲਿਆਂ ਮੁੰਡੇ ਵਾਲਿਆਂ ਦੇ ਘਰ ਲੈ ਕੇ ਜਾਂਦਾ ਸੀ, ਤਾਂ ਉਹ ਵੀ ਫਿਰ ਕਰਦੇ ਹੁੰਦੇ ਸੀ ਵੀ ਜਿਵੇਂ ਜਿੰਨੇ ਕੁ ਉਹਨਾਂ ਨੇ ਪਰਿਵਾਰਾਂ ਨੂੰ ਸੱਦਾ ਦਿੱਤਾ ਹੁੰਦਾ ਸੀ ਆਪਣੇ ਆਂਢ ਗੁਆਂਢ 'ਚ ਵੀ ਅੱਜ ਮੁੰਡੇ ਦੇ ਵਿਆਹ ਦੀ ਚਿੱਠੀ ਆਉਣੀ ਆ, ਫਿਰ ਉਹ ਪਤਾਸੇ ਤੇ ਗੁੜ ਉਹ ਵੀ ਲੈ ਕੇ ਆਉਂਦੇ ਹੁੰਦੇ ਸੀ। ਫਿਰ ਉਹ ਉਹਨਾਂ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਚਿੱਠੀ ਖੋਲੀ ਜਾਂਦੀ ਸੀ। ਫਿਰ ਇੱਕ ਮਤਲਬ ਕੋਈ ਵੀ ਜਿਹੜਾ ਪੜ੍ਹਿਆ ਲਿਖਿਆ ਬੱਚਾ, ਉਦੋਂ ਬਹੁਤ ਘੱਟ ਲੋਕ ਜਿਹੜੇ ਪੜ੍ਹੇ ਲਿਖੇ ਹੁੰਦੇ ਸੀ, ਜਾਂ ਉਹਨਾਂ ਤੋਂ ਪੜ੍ਹਾ ਲਈ ਜਾਂਦੀ ਸੀ, ਜਾਂ ਫਿਰ ਉਹ ਪਰਿਵਾਰ ਆ ਜਿਹੜੇ ਪੰਡਿਤ ਜੀ ਆਪਣੇ ਪੰਡਿਤ ਨੂੰ ਸੱਦ ਕੇ ਉਹਦੇ ਤੋਂ ਪੜ੍ਹਾਉਂਦੇ ਹੁੰਦੇ ਸੀ। ਫਿਰ ਉੱਥੇ ਫਿਰ ਉਹੀ ਸਾਰੀਆਂ ਜਿਹੜੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਸੀ ਵੀ ਪੜ੍ਹਨ ਵਾਲੇ ਨੂੰ ਇੱਕ ਲਾਗ ਦਿੱਤਾ ਜਾਂਦਾ ਸੀ, ਹੈ ਨਾ, ਉਹ ਰੁਪਈਏ ਦੇ ਤੌਰ ਤੇ, ਫਿਰ ਜਾਂ ਲੱਡੂ ਜਾਂ ਕੁਛ ਆਪਾਂ ਪਤਾਸੇ ਜਾਂ ਗੁੜ ਕਹਿ ਲਈਏ। ਸੇਮ ਜਿਹੜਾ ਬੰਦਾ ਲੈ ਕੇ ਆਉਂਦਾ ਸੀਗਾ ਚਿੱਠੀ, ਉਹਨੂੰ ਵੀ ਉਦੋਂ ਤਾਂ ਬਹੁਤ ਰਿਵਾਜ ਹੁੰਦਾ ਸੀ ਵੀ ਆਪਾਂ ਤਾਂ ਇਹ ਚੀਜ਼ਾਂ ਦੇਖੀਆਂ ਹੋਈਆਂ ਨੇ ਵੀ ਉਹ ਘਰੋਂ ਕੱਢ ਕੇ ਕੋਈ ਖੇਸ ਜਾਂ ਫਿਰ, ਹੈ ਨਾ, ਕੁੜਤੇ ਪਜਾਮੇ ਦਾ ਕੱਪੜਾ ਉਹਨੂੰ ਦਿੰਦੇ ਸੀਗੇ, ਤੇ ਫਿਰ ਉਹਨੂੰ ਥੋੜੇ ਜਿਹੇ ਪੈਸੇ ਦਿੱਤੇ ਜਾਂਦੇ ਸੀ। ਫਿਰ ਜਿੰਨਾ ਉਹਨੂੰ ਲਾਗ ਮਿਲਦਾ ਸੀ ਉਨੀ ਹੀ ਜਿਹੜੀ ਕੁੜੀ ਵਾਲਿਆਂ ਦੇ ਪਿੰਡ ਜਾ ਕੇ ਕੁੜੀ ਦੇ ਸਹੁਰਿਆਂ ਦੀ ਮਸ਼ਹੂਰੀ ਹੁੰਦੀ ਸੀ ਵੀ ਉਹ ਚੰਗਾ ਰੱਜਦਾ ਪੁੱਜਦਾ ਪਰਿਵਾਰ ਆ, ਹਨਾ। ਭੈਣੇ ਇਹ ਵੀ ਸੀਗਾ ਵੀ ਜਿਵੇਂ ਕਹਿੰਦੇ ਵੀ ਜਿਹੜਾ ਬੰਦਾ ਚਿੱਠੀ ਲੈ ਕੇ ਜਾਂਦਾ ਹੁੰਦਾ ਸੀ ਉਹਨੂੰ ਡਾਇਰੈਕਟ ਮੁੰਡੇ ਵਾਲਿਆਂ ਦੇ ਘਰੇ ਨਹੀਂ ਸੀ ਲੈ ਜਾਂਦੇ, ਪਹਿਲਾਂ ਉਹਨੂੰ ਕਿਤੇ ਹੋਰ ਠਹਿਰਾਉਂਦੇ ਹੁੰਦੇ ਸੀਗੇ, ਤੇ ਫਿਰ ਸੱਦਾ ਫਿਰ ਆਲੇ ਦੁਆਲੇ ਹੋਕਾ ਮਤਲਬ ਸੱਦਾ ਚਲਿਆ ਜਾਂਦਾ ਸੀਗਾ ਪਿੰਡਾਂ ਘਰਾਂ 'ਚ ਜਾਂ ਪੰਚਾਇਤ ਨੂੰ ਵੀ ਆ ਜਾਓ ਭਾਈ, ਉਹ ਪਹੁੰਚ ਗਏ ਨੇ ਵੀ ਫਿਰ ਉਹਨਾਂ ਨੂੰ ਲੈ ਕੇ ਜਾਂਦੇ ਸੀ। ਇਹ ਹੈ ਇੱਦਾਂ ਦਾ? ਇਹ ਗੁਰਦੀਪ ਸਾਰੀਆਂ ਚੀਜ਼ਾਂ ਮੇਰੇ ਹਿਸਾਬ ਨਾਲ ਕਿਤੇ ਨਾ ਕਿਤੇ ਇਹੀ ਸੀਗੇ ਵੀ ਉਦੋਂ ਕੋਈ ਸਾਧਨ ਨਹੀਂ ਸੀ ਹੁੰਦੇ। ਹੁਣ ਤਾਂ ਆਪਾਂ ਜਦੋਂ ਆਪਣੇ ਘਰੋਂ ਤੁਰਦੇ ਆ ਤਾਂ ਸਾਹਮਣੇ ਵਾਲੇ ਨੂੰ ਲੋਕੀ ਕਹਿੰਦੇ ਵੀ ਟੈਲੀਫੋਨ ਮਾਰ ਦਿੰਦੇ ਨੇ ਵੀ ਇੰਨੇ ਵਜੇ ਤੁਹਾਡੇ ਘਰੇ ਪਹੁੰਚ ਜਾਾਂਗੇ, ਹੈ ਨਾ। ਹੁਣ ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀ, ਦੂਜੇ ਪਿੰਡ ਤੋਂ ਸਾਈਕਲ ਤੇ ਬੰਦਾ ਚੱਲਿਆ ਹੋਇਆ ਜਾਂ ਕਿਸੇ ਵੀ ਸਾਧਨ ਤੇ ਚੱਲਿਆ ਤਾਂ ਉਹਦਾ ਪਤਾ ਨਹੀਂ ਸੀ ਹੁੰਦਾ ਵੀ ਉਹਨੇ ਕਿੰਨੇ ਵਜੇ ਪਹੁੰਚਣਾ। ਇਸ ਲਈ ਉਹਨੂੰ ਇੱਕੋ ਹੀ ਜਾਣਕਾਰੀ ਹੁੰਦੀ ਸੀ ਜਾਂ ਹਦਾਇਤ ਕੀਤੀ ਜਾਂਦੀ ਹੁੰਦੀ ਸੀ ਵੀ ਤੂੰ
ਪਹਿਲਾਂ ਉਸ ਪਿੰਡ ਦੇ ਨਾਈ ਦੇ ਘਰੇ ਪਹੁੰਚ ਜਾਣਾ, ਫਿਰ ਉਹ ਨਾਈ ਉਹਨਾਂ ਘਰ ਵਾਲਿਆਂ ਨੂੰ ਸੱਦਾ ਦੇ ਕੇ ਆਊਗਾ ਵੀ ਹਾਂਜੀ ਤੁਹਾਡੀ ਜਿਹੜੀ ਸਾਏ ਚਿੱਠੀ ਆ ਉਹ ਲੈ ਕੇ ਆ ਗਏ ਨੇ, ਹੁਣ ਤੁਸੀਂ ਆਪਣੇ ਘਰੇ ਜਿਹੜਾ ਥੋੜਾ ਬਹੁਤਾ ਪ੍ਰਬੰਧ ਕਰ ਲਓ, ਮਤਲਬ ਆਪਣੇ ਜਿਹੜੇ ਆਰ ਪਰਿਵਾਰ ਨੇ ਉਹਨਾਂ ਨੂੰ ਸੱਦ ਲਓ ਜਿਨ੍ਹਾਂ ਨਾਲ ਤੁਸੀਂ ਇਹ ਖੁਸ਼ੀ ਸਾਂਝੀ ਕਰਨਾ ਚਾਹੁੰਦੇ ਹੋ ਨਾ। ਤੇ ਫਿਰ ਉਹਨੂੰ ਉਸ ਪਿੰਡ ਦਾ ਨਾਈ ਉਸ ਕੁੜੀ ਵਾਲੇ ਪਿੰਡ ਦੇ ਨਾਈ ਨੂੰ ਆਪਣੇ ਘਰ ਲੈ ਕੇ ਜਾਂਦਾ ਹੁੰਦਾ ਸੀਗਾ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਸੀ, ਆਪਾਂ ਕਹਿੰਦੇ ਵੀ ਆਂਡੀਆਂ ਗਵਾਂਡੀਆਂ ਨੂੰ ਸੱਦਿਆ ਜਾਂਦਾ ਸੀ। ਆਂਡੀਆਂ ਗਵਾਂਡੀਆਂ ਨੂੰ ਸੱਦਣ ਦਾ ਇੱਕ ਕਾਰਨ ਇਹ ਵੀ ਸੀ ਵੀ ਆਪਾਂ ਆਪਣੀ ਖੁਸ਼ੀ ਵੰਡਣਾ ਚਾਹੁੰਦੇ ਆ ਉਹਨਾਂ ਨਾਲ। ਦੂਜੀ ਗੱਲ ਇਹ ਵੀ ਹੁੰਦੀ ਸੀ ਵੀ ਹਰ ਚੀਜ਼ ਆ ਜਿਹੜੀ ਕਿਸੇ ਨਾ ਕਿਸੇ ਦੀ ਗਵਾਹੀ ਦੇ ਵਿੱਚ ਕੀਤੀ ਜਾਂਦੀ ਸੀ ਵੀ ਹਾਂਜੀ ਜੇ ਕੱਲ ਨੂੰ ਕੋਈ ਰੌਲਾ ਪੈਂਦਾ ਤਾਂ ਉਹ ਪਰਿਵਾਰ ਆ ਜਿਹੜਾ ਆਪਣੇ ਤੌਰ ਤੇ ਜਿਹੜੇ ਉਹਨਾਂ ਦੇ ਨਾਲ ਲੋਕ ਜੁੜੇ ਹੁੰਦੇ ਸੀ ਵੀ ਗਵਾਹ ਦੇ ਤੌਰ ਤੇ ਉਹਨਾਂ ਨੂੰ ਕਹਿ ਸਕਣ ਵੀ ਹਾਂਜੀ ਇਹਨਾਂ ਦੀ ਹਜ਼ੂਰੀ 'ਚ ਇਹ ਚੀਜ਼ਾਂ ਹੋਈਆਂ ਨੇ। ਬਿਲਕੁਲ। ਤੇ ਦੇਖ ਲਓ ਪਿਛਲੇ ਪਹਿਲੇ ਸਮਿਆਂ 'ਚ ਜ਼ੁਬਾਨਾਂ ਦਾ ਹੀ ਮੁੱਲ ਹੁੰਦਾ ਸੀਗਾ ਤੇ ਕੁੜੀਆਂ ਵੱਲੋਂ ਜਿਹੜਾ ਟਾਈਮ ਜਾਂ ਜਿਹੜੀ ਤਰੀਕ ਦਿੱਤੀ ਜਾਂਦੀ ਸੀਗੀ ਕਿ 12 ਵਜੇ ਤੋਂ ਪਹਿਲਾਂ ਆਨੰਦ ਹੋਣੇ ਨੇਗੇ, ਵੀ ਉਸ ਤੋਂ ਪਹਿਲਾਂ ਪਹਿਲਾਂ ਜਿਹੜੀ ਬਰਾਤ ਪਹੁੰਚ ਜਾਵੇ ਤਾਂ ਕਿ ਨਾਸ਼ਤਾ ਪਾਣੀ ਕਰਕੇ ਉਹ ਆਪਣਾ ਬਾਅਦ 'ਚੋਂ ਆਨੰਦ ਕਾਰਜ ਦੀ ਰਸਮ ਅਦਾ ਕਰ ਸਕਣ, ਹੈ ਨਾ। ਹੁਣ ਤਾਂ ਜਿੱਦਾਂ ਤੁਸੀਂ ਕਿਹਾ ਵੀ ਫਾਰਮੈਲਿਟੀ ਰਹਿ ਗਈ, ਹੁਣ ਆਪਾਂ ਕਹਿੰਦੇ ਨੇ ਵੀ 11 ਦਿਨਾਂ ਤੇ ਭੇਜ ਦਿਓ, ਚਾਹੇ ਤੁਸੀਂ ਸਾਈ ਚਿੱਠੀ ਭਾਵੇਂ 21 ਦਿਨਾਂ ਤੇ ਭੇਜ ਦਿਓ। ਉਦੋਂ ਮੈਨੂੰ ਲੱਗਦਾ ਸਵਾ ਮਹੀਨਾ ਪਹਿਲਾਂ ਭੇਜੀ ਜਾਂਦੀ ਸੀ ਤਾਂ ਕਿ ਸਮਾਂ ਬਚੇ ਤਿਆਰੀਆਂ ਕਰਨ ਦੇ ਲਈ, ਹੈ ਨਾ। ਬਿਲਕੁਲ, ਇੱਕ ਤਰ੍ਹਾਂ ਨਾਲ ਇਹ ਵਿਆਹ ਦੇ ਜਿਹੜੇ ਪ੍ਰਬੰਧ ਨੇ ਉਹਨਾਂ ਦਾ ਆਗਾਜ਼ ਹੀ ਸੀਗਾ, ਇੱਕ ਤਰ੍ਹਾਂ ਨਾਲ ਸ਼ੁਰੂਆਤ ਹੀ ਹੁੰਦੀ ਸੀ ਵੀ ਤੁਸੀਂ ਹੁਣ ਆਪਣੇ ਨੇ ਜਿਹੜੇ ਪ੍ਰਬੰਧ ਕਰਨੇ ਸ਼ੁਰੂ ਕਰ ਲਓ, ਹੈ ਨਾ। ਕਿਉਂਕਿ ਲਿਖ ਦਿੱਤਾ ਜਾਂਦਾ ਸੀ ਵੀ ਇੰਨੀ ਬਰਾਤ ਆਏਗੀ, ਆਹ ਚੀਜ਼ਾਂ ਨੇ ਜਿਹੜੀਆਂ ਤੁਸੀਂ ਦੇਣੀਆਂ ਨੇ ਜਾਂ ਆਹ ਚੀਜ਼ਾਂ ਜਿਹੜੀਆਂ ਅਸੀਂ ਲੈ ਕੇ ਆਵਾਂਗੇ, ਹੈ ਨਾ। ਉਸ ਹਿਸਾਬ ਨਾਲ ਪਰਿਵਾਰ ਨੇ ਜਿਹੜੇ ਪ੍ਰਬੰਧ ਕਰ ਲੈਂਦੇ ਸੀ। ਹੁਣ ਤਾਂ ਮਤਲਬ ਇਹ ਗੱਲ ਹੋ ਗਈ ਆ ਵੀ ਅਸਲ 'ਚ ਤੁਹਾਡੀ ਤੇ ਮੇਰੀ ਉਮਰ ਦੇ ਲੋਕਾਂ ਨੂੰ ਨਹੀਂ ਪਤਾ ਹੋਣਾ ਵੀ ਸਾਈ ਚਿੱਠੀ ਦੇ ਵਿੱਚ ਲਿਖਿਆ ਕੀ ਜਾਂਦਾ, ਹੈ ਨਾ। ਉੱਥੋਂ ਆਪਾਂ ਦੁਕਾਨ ਤੋਂ, ਹੁਣ ਤਾਂ ਬਹੁਤ ਸਾਰੀਆਂ ਦੁਕਾਨਾਂ ਖੁੱਲ ਗਈਆਂ ਨੇ ਜਿਨ੍ਹਾਂ ਤੇ ਵਿਆਹ ਦਾ ਸਮਾਨ ਹੈ ਐਵੇਂ ਦਾ ਜਿਹੜਾ ਕੱਲਾ ਇਹੀ ਸਮਾਨ ਮਿਲਦਾ, ਰੈਡੀਮੇਡ ਸਾਈ ਚਿੱਠੀ ਹੁੰਦੀ, ਉਹ 'ਚ ਸਿਰਫ ਤੁਸੀਂ ਮੁੰਡੇ ਕੁੜੀ ਦਾ ਨਾਮ ਤੇ ਵਿਆਹ ਦੇ ਦਿਨ ਦੀ ਤਰੀਕ ਲਿਖਣੀ ਹੁੰਦੀ ਹੈ ਨਾ। ਤੇ ਉਹ ਤੁਸੀਂ ਲੈ ਆਉਂਦੇ ਨੇ ਉੱਥੋਂ ਬਣੀ ਬਣਾਈ। ਇੱਥੋਂ ਤੱਕ ਵੀ ਕਈ ਵਾਰੀ ਹੁਣ ਵੀ ਕਿਸੇ ਦੀ ਜਿਹੜੀ ਚਿੱਠੀ ਆ ਰੈਡੀਮੇਡ ਲਿਆਂਦੀ ਪੜੀ ਦੀ, ਉਹਦੇ 'ਚ ਮਤਲਬ 100 ਤਰ੍ਹਾਂ ਦੇ ਜਿਹੜੇ ਸ਼ਬਦ ਜੋੜ ਹੀ ਨਹੀਂ ਸਹੀ ਹੁੰਦੇ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਹਦੇ ਵਿੱਚ ਲਿਖਿਆ ਕੀ ਜਾਂਦਾ ਹੈ, ਕੀ ਜਾਂਦਾ। ਹਾਂ ਬਿਲਕੁਲ। ਅੱਗੇ ਕਾਗਜ਼ਾਂ ਦੇ ਉੱਪਰ ਲਿਖੀ ਜਾਂਦੀ ਸੀ ਤੇ ਫਿਰ ਕਹਿੰਦੇ ਉਹਨੂੰ ਹਲਦੀ ਦਾ ਟਿੱਕਾ ਲਾ ਕੇ ਤੇ ਉਹਦੇ ਵਿੱਚ ਦੱਬ, ਜਿਹਨੂੰ ਆਪਾਂ ਹਰਾ ਘਾਹ ਕਹਿ ਦਿੰਦੇ ਆ ਨਾ, ਖੰਬੜੀ ਨਾਲ ਲਪੇਟ ਕੇ ਉਹ ਭੇਜਿਆ ਜਾਂਦਾ ਸੀਗਾ ਨਾਲ। ਤੇ ਉਹਦੇ ਵਿੱਚ ਕੁਝ ਚੌਲ ਅਤੇ ਚੀਨੀ, ਉਹ ਸ਼ਗਨ ਤੇ ਨਾਲ ਗੁੜ ਭੇਜਦੇ ਹੁੰਦੇ ਸੀਗੇ ਵੀ ਸ਼ਗਨ ਦੇ ਤੌਰ ਤੇ ਸਾਰਾ ਉਦਾਂ। ਬਿਲਕੁਲ। ਤੁਹਾਡੇ ਵਿਆਹ ਦੀ ਆਈ ਸੀਗੀ ਸਾਹੇ ਚਿੱਠੀ? ਹਾਂਜੀ ਹਾਂਜੀ ਬਿਲਕੁਲ ਆਈ ਸੀ। ਤੇ ਜਦੋਂ ਮੇਰੇ ਭਰਾ ਦੇ ਵਿਆਹ ਦੀ ਸਾਹੇ ਚਿੱਠੀ ਆਈ ਸੀ ਮੈਂ ਪੜ੍ਹੀ ਸੀ 101 ਰੁਪਈਆ। ਮੈਂ ਤੁਹਾਡੀ ਗੱਲ ਸੁਣ ਕੇ ਯਾਦ ਕਰ ਰਹੀ ਸੀਗੀ, ਮੈਂ ਕਿਹਾ ਵੀ ਦੇਖ ਲਓ ਉਹ ਪੜ੍ਹਨ ਦਾ ਮਤਲਬ ਵੀ ਕਿਸੇ ਨੂੰ ਸਪੈਸ਼ਲੀ ਬੁਲਾਇਆ ਜਾਂਦਾ ਸੀ ਪੜ੍ਹਾਉਣ ਦੇ ਲਈ ਤੇ ਫਿਰ ਉਹਨੂੰ ਸ਼ਗਨ ਦਿੱਤਾ ਜਾਂਦਾ ਸੀ ਵੀ ਤੂੰ ਖਾਸ ਚੱਲ ਕੇ ਆਇਆ ਚਿੱਠੀ ਪੜ੍ਹਨ ਤੇ ਤੈਨੂੰ ਸ਼ਗਨ ਦੇਈਏ। ਮੈਂ ਕਿਹਾ ਹੁਣ ਆਪਾਂ ਘਰੇ ਪੜ੍ਹ ਕੇ ਘਰੇ ਪੈਸੇ ਰੱਖ ਲਈਦੇ ਨੇ। ਬਿਲਕੁਲ ਬਿਲਕੁਲ। ਔਰ ਦੇਖੋ ਹੁਣ ਚਾਅ ਵੀ ਨਹੀਂ ਹੁੰਦਾ, ਪਹਿਲਾਂ ਤਾਂ ਲੋਕਾਂ ਨੂੰ ਮਤਲਬ ਇਸ ਦੇ ਵਿੱਚ ਛੋਟੇ ਛੋਟੇ ਕੰਮਾਂ ਦਾ ਚਾਅ ਹੁੰਦਾ ਸੀ ਕਿਉਂਕਿ ਇਸ ਤੋਂ ਇਲਾਵਾ ਕੋਈ ਜਿਹੜੇ ਬਹੁਤੇ ਆਪਾਂ ਕਹਿ ਲਈਏ ਵੀ ਸਾਧਨ ਹੀ ਨਹੀਂ ਸੀ ਹੁੰਦਾ ਰਲ ਕੇ ਬੈਠਣ ਦਾ ਜਾਂ ਫਿਰ ਗੱਲਾਂ ਕਰਨ ਦਾ ਜਾਂ ਇੱਕ ਦੂਜੇ ਦੀਆਂ ਜਿਹੜੀਆਂ ਹੈ ਨਾ ਖੁਸ਼ੀਆਂ ਨੇ ਉਹਨਾਂ ਨੂੰ ਮਾਣਨ ਦਾ। ਹੁਣ ਤਾਂ ਮਤਲਬ ਤੁਹਾਨੂੰ ਐਂ ਲੱਗਦਾ ਹੁੰਦਾ ਵੀ ਸਾਰਾ ਧਿਆਨ ਤੁਹਾਡਾ ਵਿਆਹ ਵਾਲੇ ਦਿਨ ਤੇ ਹੁੰਦਾ, ਖਰੀਦਦਾਰੀਆਂ ਤੇ ਹੁੰਦਾ, ਇਹ ਚੀਜ਼ਾਂ ਦਾ ਇਹਨਾਂ ਰਸਮਾਂ ਦਾ ਤਾਂ ਬੱਚਿਆਂ ਨੂੰ ਪਤਾ ਹੀ ਨਹੀਂ ਹੈਗਾ ਅੱਜ ਕੱਲ੍ਹ। ਹੁਣ ਤਾਂ ਜਦੋਂ ਅੱਗੇ ਸਾਹੇ ਚਿੱਠੀ ਆ ਜਾਂਦੀ ਸੀ ਉਹਨਾਂ ਵੀ ਮੁੰਡਾ ਤੇ ਕੁੜੀ ਦੋਏ ਸਾਹਿਬੱਧੇ ਹੋ ਗਏ ਨੇ, ਇਹਨਾਂ ਨੇ ਕੋਈ ਭਾਰੀ ਕੰਮ ਨਹੀਂ ਕਰਨਾ, ਇਹਨਾਂ ਨੇ ਦੂਰ ਕਿਤੇ ਜਾਣਾ ਨਹੀਂ, ਕਿਸੇ ਸਫ਼ਰ ਤੇ ਨਹੀਂ ਜਾਣਾ ਹੈਗਾ ਤਾਂ ਕਿ ਵਿਆਹ ਤੱਕ ਉਹਨਾਂ ਦੀ ਕੋਈ ਸੱਟ ਫੇਟ ਨਾ ਲੱਗੇ। ਉਹਦੇ ਬਚਾ ਦੇ ਲਈ ਉਹਨੂੰ ਕਹਿ ਦਿੰਦੇ ਸੀ ਵੀ ਭਾਈ ਤੇਰੀ ਸਾਹੇ ਚਿੱਠੀ ਆ ਗਈ, ਅੱਜ ਤੋਂ ਤੂੰ ਸਾਹਿਬੱਧਾ, ਤੂੰ ਬਾਹਰ ਨਹੀਂ ਜਾਣਾ, ਤੂੰ ਭਾਰੇ ਜਿਹੜੇ ਕੰਮ ਨੇਗੇ ਉਹ ਨਹੀਂ ਕਰਨੇ ਹੈਗੇ ਨਾ। ਅੱਜ ਕੱਲ ਤੇ ਚਿੱਠੀਆਂ ਘਰੇ ਆਉਂਦੀਆਂ ਹੁੰਦੀਆਂ, ਮੁੰਡਾ ਕੁੜੀ ਬਾਹਰ ਸ਼ਾਪਿੰਗ ਨਹੀਂ। ਹਾਂ ਤੇ ਤੁਹਾਨੂੰ ਇੱਕ ਚੀਜ਼ ਯਾਦ ਹੈ ਵੀ ਜਦੋਂ ਸਾਹੇ ਚਿੱਠੀ ਆ ਜਾਂਦੀ ਹੁੰਦੀ ਸੀ ਤਾਂ ਮਤਲਬ ਮੈਂ ਤਾਂ ਇਹ ਚੀਜ਼ਾਂ ਦੇਖੀਆਂ ਹੋਈਆਂ ਪਿੰਡਾਂ 'ਚ, ਤੁਸੀਂ ਵੀ ਦੇਖਿਆ ਹੋਣਾ ਵੀ ਉਸ ਕੁੜੀ ਤੇ ਮੁੰਡੇ ਦਾ ਜਿਹੜਾ ਕੋਈ ਕੱਪੜਾ ਧੋ ਕੇ ਤਾਰ ਤੇ ਨਹੀਂ ਸੀ ਪਾਉਂਦੇ ਹੁੰਦੇ ਵੀ ਕਿਸੇ ਨੂੰ ਪਤਾ ਨਾ ਲੱਗ ਜੇ ਵੀ ਇਸ ਮੁੰਡੇ ਦਾ ਜਿਹੜਾ ਵਿਆਹ ਧਰਿਆ ਹੋਇਆ ਤੇ ਇਹਨੂੰ ਕੋਈ ਕੱਪੜੇ ਨੂੰ ਚੁੱਕ ਕੇ ਲੈ ਜਾਏ ਤੇ ਕੋਈ ਜਾਦੂ ਟੂਣਾ ਕਰ ਦੇਵੇ, ਹੈ ਨਾ। ਹਾਂ ਬਿਲਕੁਲ, ਇਹ ਚੀਜ਼ਾਂ ਵੀ ਨੇ ਜਿਹੜੀਆਂ ਪਿੰਡਾਂ 'ਚ ਆਮ ਹੁੰਦੀਆਂ ਸੀ ਵੀ ਫਿਰ ਜਿਹੜੇ ਬੱਚੇ ਦਾ ਵਿਆਹ ਧਰਿਆ ਹੋਇਆ ਉਹਦੀਆਂ ਕੋਈ ਚੀਜ਼ਾਂ ਬਾਹਰ ਵਿਹੜੇ ਵੂੜੇ 'ਚ ਨਹੀਂ ਸੀ ਰੱਖਦੇ ਹੁੰਦੇ। ਤੇ ਬਾਹਰ ਨਾ ਜਾਣ ਦਾ ਕਾਰਨ ਵੀ ਇਹੀ ਹੁੰਦਾ ਸੀ ਵੀ ਇਹਨੂੰ ਕੋਈ ਸੱਟ ਨਾ ਲੱਗੇ ਜਾਂ ਫਿਰ ਲੋਕਾਂ ਨੂੰ ਇਹ ਹੁੰਦਾ ਸੀ ਵੀ ਮਤਲਬ ਬਹੁਤਾ ਤਾਂ ਆਪਣੇ ਪਿੰਡਾਂ ਵਾਲੇ ਲੋਕ ਜਾਦੂ ਟੂਣਿਆਂ ਤੋਂ ਡਰੀ ਜਾਂਦੇ ਸੀਗੇ ਵੀ ਇਹਨੂੰ ਕੋਈ ਟੂਣਾ ਨਾਲਾ ਨਾ ਕਰ ਦੇਵੇ, ਹੈ ਨਾ। ਹਾਂ ਬਿਲਕੁਲ। ਦੇਖੋ ਹਰ ਰਸਮ ਦਾ ਇੱਕ ਮਤਲਬ ਹੁੰਦਾ ਸੀ, ਉਹਦਾ ਇੱਕ ਮਹੱਤਵ ਹੁੰਦਾ ਸੀ ਜਿਹੜਾ ਅੱਜ ਕੱਲ੍ਹ ਆਪਾਂ ਜਾਂ ਤਾਂ ਆਪਾਂ ਕਹਿ ਲਓ ਕਿ ਫੈਸ਼ਨ ਬਣ ਕੇ ਰਹਿ ਗਿਆ ਜਾਂ ਫਿਰ ਇੱਕ ਬਸ ਇੱਕ ਫਾਰਮੈਲਿਟੀ ਜੀ ਆ ਵੀ ਹਾਂ ਇੱਦਾਂ ਹੁੰਦਾ ਤੇ ਇੱਦਾਂ ਕਰ ਦੂ। ਪਰ ਅਸਲ 'ਚ ਜੇ ਆਪਾਂ ਉਹਦੇ ਮਾਇਨੇ ਦੇਖੀਏ ਤਾਂ ਆਪਾਂ ਉਹਨਾਂ ਰਸਮਾਂ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਨਿਭਾ ਸਕਦੇ ਹਾਂ ਜੋ ਸਾਨੂੰ ਪਤਾ ਹੋਵੇ ਵੀ ਇਹਦਾ ਮਹੱਤਵ ਕੀ ਆ, ਇਹ ਕਿਉਂ ਕੀਤਾ ਜਾਂਦਾ ਸੀਗਾ, ਹੈ ਨਾ। ਸੋ ਅੱਜ ਤੋਂ ਬਾਅਦ ਮੈਨੂੰ ਲੱਗਦਾ ਜਦੋਂ ਅਸੀਂ ਸਾਹੇ ਚਿੱਠੀ ਤੋਰਨੀ ਵੀ ਹੋਊਗੀ ਜਾਂ ਸਾਹੇ ਚਿੱਠੀ ਸਾਡੇ ਘਰੇ ਆਊਗੀ ਵੀ ਤਾਂ ਅਸੀਂ ਕੁਛ ਗੱਲਾਂ ਦਾ ਜ਼ਰੂਰ ਧਿਆਨ ਰੱਖਾਂਗੇ ਅਤੇ ਉਨੀ ਮਤਲਬ ਸੁੱਚਤਾ ਦੇ ਨਾਲ ਉਹਨਾਂ ਰਸਮਾਂ ਨੂੰ ਨਿਭਾਵਾਂਗੇ ਜਿੱਥੋਂ ਵਿਆਹ ਦਾ ਇੱਕ ਸ਼ੁਭ ਕਾਰਜ ਆ
ਆਰੰਭ ਹੋਣਾ ਹੁੰਦਾ। ਸੋ ਅੱਜ ਦੇ ਐਪੀਸੋਡ ਦੇ ਵਿੱਚ ਖਾਸ ਅਸੀਂ ਇਹ ਗੱਲ ਕਰਨਾ ਚਾਹੁੰਦੇ ਸੀ ਕਿਉਂਕਿ ਆਲਮੋਸਟ ਵੈਸੇ ਸਿਆਲ ਤਾਂ ਨਿਕਲ ਹੀ ਚੁੱਕਿਆ। ਤੁਸੀਂ ਪਿੰਨੀਆਂ ਪੁੰਨੀਆਂ ਵੀ ਖਾ ਲੀਆਂ ਨੇ ਬਣਾ ਕੇ। ਕਈ ਸਾਹੇ ਚਿੱਠੀਆਂ ਪੜ੍ਹੀਆਂ ਵੀ ਗਈਆਂ, ਲਿਖੀਆਂ ਵੀ ਗਈਆਂ, ਪਰ ਫਿਰ ਵੀ ਹਲੇ ਜੇ ਕਿਸੇ ਦਾ ਵਿਆਹ ਰਹਿੰਦਾ ਤਾਂ ਜੇ ਤੁਸੀਂ ਸਾਹੇ ਚਿੱਠੀ ਤੋਰੀ ਤਾਂ ਪ੍ਰੋਪਰ ਇੱਕ ਰਸਮ ਦੇ ਨਾਲ ਸਾਹੇ ਚਿੱਠੀ ਨੂੰ ਤੋਰਿਓ ਤੇ ਜਿਹਦੇ ਘਰੇ ਆਉਣੀ ਆ ਪ੍ਰੋਪਰ ਉਹ ਰਸਮ ਦੇ ਨਾਲ ਸਾਹੇ ਚਿੱਠੀ ਨੂੰ ਜ਼ਰੂਰ ਪੜ੍ਹਿਆ ਜਾਵੇ। ਬਾਕੀ ਮੈਨੂੰ ਗੁਰਦੀਪ ਗਰੇਵਾਲ ਨੂੰ ਤੇ ਭੈਣ ਰੁਪਿੰਦਰ ਸੰਧੂ ਹੋਰਾਂ ਨੂੰ ਇਜਾਜ਼ਤ ਦੇ ਦਿਓ ਜੀ। ਸਤਿ ਸ਼੍ਰੀ ਅਕਾਲ। ਬੀ ਸੋਸ਼ਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਮੈਂ ਰੁਪਿੰਦਰ ਸੰਧੂ ਤੇ ਮੇਰੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਗੁਰਦੀਪ ਗਰੇਵਾਲ। ਪ੍ਰੋਗਰਾਮ ਗੱਲ ਤੇ ਗੱਲ ਦਾ ਇੱਕ ਨਵਾਂ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਪਿਛਲੀ ਵਾਰੀ ਬਹੁਤ ਸੋਹਣੀਆਂ ਗੱਲਾਂ ਬਾਤਾਂ ਆਪਾਂ ਕੀਤੀਆਂ ਸੀ ਸਾਹੇ ਚਿੱਠੀ ਤੇ ਅੱਜ ਗੁਰਦੀਪ ਨੇ ਇੱਕ ਨਵਾਂ ਜਿਹਾ ਆਈਡੀਆ ਦਿੱਤਾ ਵੀ ਆਪਾਂ ਨਾਨਕ ਸ਼ੱਕ ਬਾਰੇ ਵੀ ਲੋਕਾਂ ਨੂੰ ਹੁਣ ਦੱਸ ਹੀ ਦਈਏ, ਪਰ ਉਸ ਤੋਂ ਪਹਿਲਾਂ ਇਹਦਾ ਸਵਾਗਤ ਕਰਨਾ ਜ਼ਰੂਰੀ ਹੈ ਕਿਉਂਕਿ ਇਹ ਬਹੁਤ ਛੇਤੀ ਗੁੱਸੇ ਹੋ ਜਾਂਦੀ ਹੈ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ। ਆਲੋ ਮੈਂ ਤੁਹਾਡੇ ਲਈ ਅੱਜ ਸਰੋਂ ਦੇ ਫੁੱਲਾਂ ਦਾ ਬੁੱਕੇ ਬਣਾਇਆ। ਹਾਏ ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਸੂਟ ਤੇ ਵੀ ਅੱਜ ਫੁੱਲ ਨੇ, ਮੈਂ ਕਿਹਾ ਹੋਰ ਥੋੜੇ ਜਿਹੇ ਫੁੱਲ ਤੁਹਾਨੂੰ ਦੇ ਦਈਏ। ਹਾਂ ਨਹੀਂ ਬਹੁਤ ਸੋਹਣੇ ਲੱਗ ਰਹੇ ਨੇ। ਵੈਸੇ ਜਦੋਂ ਕਿਸੇ ਦੇ ਕੁੜੀਆਂ ਨੂੰ ਮਸਕਾ ਮਾਰਨਾ ਹੋਵੇ ਨਾ ਕਹਿ ਦਿੰਦੇ ਨੇ ਫੁੱਲ ਨੂੰ ਫੁੱਲ ਦੇ ਰਹੇ ਹਾਂ। ਬਿਲਕੁਲ ਬਿਲਕੁਲ ਮੈਨੂੰ ਬੜੀ ਚਿਪਕੂ ਗੱਲ ਲੱਗਦੀ ਫਿਰ ਐਵੇਂ ਨਾ ਹੋਵੇ ਵੀ ਮੈਂ ਹੁਣ ਤੁਸੀਂ ਮੇਰੀ ਤਾਰੀਫ ਕਰਤੀ ਤੇ ਮੈਂ ਨਾ ਕਰਾਂ, ਤੁਸੀਂ ਗੁੱਸਾ ਮੰਨ ਜਾਓ। ਤੁਸੀਂ ਵੀ ਅੱਜ ਬਹੁਤ ਸੋਹਣੇ ਲੱਗ ਰਹੇ ਹੋ। ਥੈਂਕ ਯੂ। ਅਸੀਂ ਨਾ ਇੰਟਰਵਿਊ ਤੋਂ ਪ੍ਰੋਗਰਾਮ ਤੋਂ ਪਹਿਲਾਂ ਹੀ ਗੱਲ ਕਰ ਰਹੇ ਸੀਗੇ, ਇੱਕ ਦੂਜੇ ਦੇ ਨੈਗੇਟਿਵ ਪੋਜ਼ਿਟਿਵ ਪੁਆਇੰਟ ਗਿਣ ਰਹੇ ਸੀ। ਮੈਂ ਕਿਹਾ ਮੇਰਾ ਨੈਗੇਟਿਵ ਪੁਆਇੰਟ ਇਹ ਆ ਵੀ ਮੈਨੂੰ ਗੁੱਸਾ ਬੜੀ ਛੇਤੀ ਆ ਜਾਂਦਾ ਵਾ ਤੇ ਆਉਂਦਾ ਵੀ ਜ਼ਿਆਦਾ ਵਾ। ਬਿਲਕੁਲ। ਤੇ ਉਹ ਤਾਂ ਭੈਣ ਮਜ਼ਾਕ ਕਰ ਰਹੇ ਨੇਗੇ। ਪਿਛਲੀ ਵਾਰੀ ਆਪਾਂ ਸਾਹੇ ਚਿੱਠੀ ਤੇ ਗੱਲਬਾਤ ਕੀਤੀ ਤੇ ਉਹਦਾ ਰਿਸਪੌਂਸ ਵਧੀਆ ਆਇਆ ਤੇ ਆਪਣੇ ਇੱਕ ਵਿਊਅਰ ਨੇ ਡਾਕਟਰ ਕਰਨੈਲ ਸਿੰਘ ਸੋਮਲ, ਬਹੁਤ ਰਿਸਪੈਕਟਡ ਦੇ ਤੇ ਆਪਣੇ ਤੋਂ ਉਮਰ 'ਚ ਬਹੁਤ ਵੱਡੇ ਨੇ, ਆਪਣੇ ਕਹਿ ਸਕਦੇ ਦਾਦਿਆਂ ਦੀ ਉਮਰ ਦੇ ਨੇਗੇ ਉਹ। ਤੇ ਬਾਲ ਸਾਹਿਤ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਯੋਗਦਾਨ ਆ। ਉਹਨਾਂ ਨੇ ਪ੍ਰੋਗਰਾਮ ਉਹ ਆਪਣਾ ਹਰ ਪ੍ਰੋਗਰਾਮ ਸੁਣਨ ਤੋਂ ਬਾਅਦ ਫੀਡਬੈਕ ਸ਼ੇਅਰ ਕਰਦੇ ਹੁੰਦੇ ਨੇ ਤੇ ਸਾਹੇ ਚਿੱਠੀ ਦਾ ਉਹਨਾਂ ਨੇ ਇੱਕ ਆਪਣਾ ਜੁੜਿਆ ਹੋਇਆ ਕਿੱਸਾ ਵੀ ਸਾਂਝਾ ਕੀਤਾ। ਕਹਿੰਦੇ ਮੈਂ ਇੱਕ ਕਿਸੇ ਦੇ ਮਤਲਬ ਅਸੀਂ ਸਾਹੇ ਚਿੱਠੀ ਭੇਜਣੀ ਸੀਗੀ ਤੇ ਉਹ ਜਿਹੜੇ ਬੰਦੇ ਨੇ ਜਾਣਾ ਸੀਗਾ ਉਹ ਕਹਿੰਦਾ ਵੀ ਤੁਸੀਂ ਮੇਰੇ ਨਾਲ ਚੱਲੋ। ਤੇ ਨਾਲ ਜਦੋਂ ਕਹਿੰਦੇ ਅਸੀਂ ਗਏ ਉਦੋਂ ਕਹਿੰਦੇ ਸਾਧਨ ਤਾਂ ਇੰਨੇ ਹੁੰਦੇ ਨਹੀਂ ਸੀਗੇ ਤੇ ਅਸੀਂ ਤੁਰ ਕੇ ਗਏ। ਤੁਰ ਕੇ ਜਾਂਦਿਆਂ ਨੂੰ ਜਿਨ੍ਹਾਂ ਦੇ ਘਰੇ ਅਸੀਂ ਜਾਣਾ ਸੀਗਾ ਨਾ ਉਹਨੂੰ ਰਾਹ ਪਤਾ ਸੀ ਨਾ ਮੈਨੂੰ ਪਤਾ ਸੀਗਾ ਤੇ ਸਾਨੂੰ ਜਾਂਦਿਆਂ ਨੂੰ ਪੈ ਗਈ ਸ਼ਾਮ ਉੱਥੇ। ਕਹਿੰਦੇ ਫਿਰ ਉੱਥੇ ਸਾਹੇ ਚਿੱਠੀ ਪੜ੍ਹੀ, ਮੈਨੂੰ ਪੈਸੇ ਵੀ ਮਿਲੇ। ਉਹ ਕਹਿੰਦੇ ਵੀ ਹੁਣ ਤਾਂ ਕਵੇਲਾ ਬਹੁਤ ਹੋ ਗਿਆ, ਤੁਸੀਂ ਰਹਿ ਕੇ ਜਾਇਓ। ਕਹਿੰਦੇ ਅਸੀਂ ਸਾਹੇ ਚਿੱਠੀ ਦੇਣ ਗਏ ਫਿਰ ਉੱਥੇ ਰਾਤ ਕੱਟ ਕੇ ਆਏ ਸੀਗੇ ਬੱਲੇ। ਸੋ ਉਸ ਪ੍ਰੋਗਰਾਮ ਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਪੁਰਾਣੀਆਂ ਦੇ ਨਾਲ ਗੱਲਾਂ ਹੋਈਆਂ ਨੇ, ਯਾਦਾਂ ਨੇਗੀਆਂ, ਉਹ ਤਾਜ਼ਾ ਹੋਈਆਂ। ਬਹੁਤ ਚੰਗਾ ਲੱਗਿਆ ਮੈਨੂੰ। ਨਹੀਂ ਫਿਰ ਇਹੀ ਮੈਂ ਵੀ ਇਹੀ ਸੋਚ ਰਹੀ ਸੀ ਵੀ ਮਤਲਬ ਸਾਹੇ ਚਿੱਠੀ ਦਾ ਹੀ ਨਹੀਂ ਲੋਕਾਂ ਨੂੰ ਪਤਾ ਜਿਹੜੀ ਹੁਣ ਆਮ ਬਾਜ਼ਾਰਾਂ 'ਚੋਂ ਮਿਲਦੀ ਆ, ਤਾਂ ਹੋਰ ਇੰਨੀਆਂ ਕਿੰਨੀਆਂ ਗੱਲਾਂ ਹੋਣਗੀਆਂ ਗੁਰਦੀਪ ਜਿਨ੍ਹਾਂ ਦਾ ਮਤਲਬ ਆਪਾਂ ਜਾ ਕੇ ਵਿਆਹ ਦੇਖ ਲੈਂਦੇ ਹਾਂ ਕਿਉਂਕਿ ਇੱਕ ਅੱਧਾ ਦਿਨ ਵਿਆਹ ਹੁਣ ਪੈਲਸ 'ਚ ਹੀ ਹੋ ਜਾਂਦੇ ਆ। ਪਹਿਲੀਆਂ ਰਸਮਾਂ ਨੇ ਜਿਹੜੀਆਂ ਰਿਸ਼ਤੇਦਾਰ ਜਾਂ ਹੋਰ ਬਹੁਤ ਸਾਰੇ ਲੋਕ ਜਿਹੜੇ ਮਿਸ ਕਰ ਦਿੰਦੇ ਨੇ ਹਨਾ। ਤੇ ਫਿਰ ਆਪਾਂ ਅੱਜ ਨਾਨਕ ਸ਼ੱਕ ਤੇ ਗੱਲ ਕਰਦੇ ਹਾਂ। ਨਾਨਕ ਸ਼ੱਕ ਤੇ ਵੀ ਗੱਲ ਕਰਦੇ ਹਾਂ। ਨਾਨਕੇ ਐਵੇਂ ਨਹੀਂ ਵਿਆਹ ਆਉਂਦੇ, ਨਾਨਕਿਆਂ ਨੂੰ ਵੀ ਸੱਦਾ ਦੇਣਾ ਪੈਂਦਾ। ਜਿਹੜੀ ਮੁੰਡੇ ਦੀ ਜਾਂ ਕੁੜੀ ਦੀ ਮਾਂ ਹੁੰਦੀ ਆ ਉਹ ਵਿਆਹ ਤੋਂ 21 ਦਿਨ ਪਹਿਲਾਂ ਜਾਂ 11 ਦਿਨ ਪਹਿਲਾਂ ਜਾਂ ਸਵਾ ਮਹੀਨਾ ਪਹਿਲਾਂ ਭੇਲੀ ਲੈ ਕੇ ਆਪਦੇ ਪੇਕੇ ਪਿੰਡ ਜਾਂਦੀ ਆ। ਤੇ ਉਹ ਭੇਲੀ ਦੇ ਵਿੱਚ ਜਾਂ ਤਾਂ ਪਤਾਸੇ ਹੁੰਦੇ ਨੇ ਜਾਂ ਲੱਡੂ ਹੁੰਦੇ ਨੇਗੇ ਤੇ ਜਿਹੜੇ ਕਿ ਉਹਨਾਂ ਨੇ ਆਸ-ਪਾਸ ਜਿਹੜੇ ਉਹਨਾਂ ਦੇ ਸ਼ਰੀਕੇ ਦੇ ਘਰ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਜਿਵੇਂ ਹੁਣ ਉਹਦੀ ਮਾਂ ਦੇ ਗਾਹਾਂ ਚਾਚੇ ਤਾਏ ਉਸੇ ਪਿੰਡ ਦੇ ਜਿਹੜੇ ਹੁੰਦੇ ਨੇਗੇ ਉਹਨਾਂ ਨੂੰ ਵੀ ਨਾਲ ਸੱਦਾ ਜਾਂਦਾ। ਸਿਰਫ ਉਹਨਾਂ ਦੇ ਇੱਕ ਘਰ ਨੂੰ ਸੱਦਾ ਨਹੀਂ ਜਾਂਦਾ। ਤੇ ਉਹ ਭੇਲੀ ਲੈ ਕੇ ਆਪਦੇ ਪਿੰਡ ਜਾਂਦੀ ਆ, ਪੇਕੇ ਘਰ ਜਾਂਦੀ ਆ ਵੀ ਮੇਰੀ ਮੁੰਡੇ ਦਾ ਜਾਂ ਕੁੜੀ ਦਾ ਜਿਹੜਾ ਵਿਆਹ ਵਾ ਪੱਕਾ ਹੋ ਗਿਆ ਤੇ ਭਾਈ ਹੁਣ ਤੁਸੀਂ ਆਪਦੇ ਕੰਮ ਕੁੰਮ ਨੇ ਜਿਹੜੇ ਟਾਈਮ ਨਾਲ ਨਿਬੇੜ ਕੇ ਤੇ ਟਾਈਮ ਸਿਰ ਆ ਜਿਓ ਵਿਆਹ ਤੇ ਪਹਿਲਾਂ ਆ ਜਿਓ, ਨਾਲੇ ਵਿਆਹ ਦਾ ਜਿਹੜਾ ਕੰਮ ਕੜਾਹੀ ਦਾ ਉਹ ਕਰਾਇਓ। ਤੇ ਉਹ ਭੇਲੀ ਲੈ ਕੇ ਜਾਣਾ ਮਤਲਬ ਇਹ ਹੁੰਦਾ ਵੀ ਤੁਸੀਂ ਆਪਦੇ ਪੇਕਿਆਂ ਨੂੰ ਸੱਦਾ ਦੇ ਕੇ ਆਏ ਹੋ ਆਪਦੇ ਦੋਤੇ ਜਾਂ ਦੋਤੀ ਦੇ ਵਿਆਹ ਤੇ ਆਉਣ ਦਾ ਹਨਾ। ਉਸ ਤੋਂ ਬਾਅਦ ਫਿਰ ਨਾਨਕੇ ਆਉਂਦੇ ਨੇ ਨਾਨਕ ਸ਼ੱਕ ਲੈ ਕੇ। ਤੁਹਾਨੂੰ ਇੱਕ ਹੋਰ ਗੱਲ ਪਤਾ ਵੀ ਜਿਹੜੀਆਂ ਕੁੜੀਆਂ ਥੋੜੀਆਂ ਜਿਹੀਆਂ ਲੜਾਕੀਆਂ ਹੁੰਦੀਆਂ ਨੇ ਨਾ ਉਹ ਫਿਰ ਇਹ ਵੀ ਕਹਿ ਕੇ ਆਉਂਦੀਆਂ ਨੇ ਵੀ ਚੱਜ ਦੇ ਬਣ ਕੇ ਆਇਓ। ਚੱਜ ਦੇ ਬਣ ਕੇ ਆਉਣਾ ਹੁੰਦਾ ਵੀ ਵਾਵਾ ਸਾਰਾ ਸਮਾਨ ਲੈ ਕੇ ਆਇਓ ਵੀ ਮੇਰਾ ਥੋੜਾ ਜਿਹਾ ਨਾਕਾ ਜਿਹੜਾ ਸਹੁਰਿਆਂ 'ਚ ਰਹਿ ਜਾਵੇ ਹਨਾ। ਇੱਕ ਗੱਲ ਮੈਨੂੰ ਹੋਰ ਯਾਦ ਆਈ ਵੀ ਮਤਲਬ ਆਪਣੇ ਜਦੋਂ ਆਪਾਂ ਛੋਟੇ ਹੁੰਦੇ ਸੀਗੇ ਉਹ ਆਪਣੇ ਮੰਮੀ ਹੁਣੀ ਗੱਲਾਂ ਕਰਦੇ ਹੁੰਦੇ ਸੀ ਵੀ
ਜਦੋਂ ਕੋਈ ਘਰ ਨਾਨਕ ਸ਼ੱਕ ਦੇ ਕੇ ਆਇਆ ਹੁੰਦਾ ਸੀ ਵਿਆਹ 'ਚ, ਜਾਂ ਉਹਨਾਂ ਦਾ ਕੋਈ ਆਪਣਾ ਘਰ ਦਾ ਕੰਮ ਆ ਜਿਹੜਾ ਕਰਨ ਵਾਲਾ ਹੁੰਦਾ ਸੀ, ਵੀ ਜਿਵੇਂ ਮੰਨ ਲਓ ਉਹਨਾਂ ਨੇ ਕਿਸੇ ਬਰਾਂਡੇ ਦੀ ਛੱਤ ਬਦਲਣੀ ਆ ਜਾਂ ਕੋਈ ਮੱਝ ਗਾਂ ਲੈਣੀ ਹੁੰਦੀ ਆ ਨਾ, ਹਾਂ, ਤਾਂ ਉਹਨੂੰ ਬੰਦਾ ਪੁੱਛਦਾ ਸੀ ਵੀ ਤੁਸੀਂ ਇਹ ਕਰਾਈ ਨਹੀਂ, ਤਾਂ ਤੁਸੀਂ, ਉਹ ਕਹਿੰਦੇ ਹੁੰਦੇ ਸੀ ਇਸ ਵਾਰ ਤਾਂ ਸਾਡਾ ਨਾਨਕ ਸ਼ੱਕ ਨੇ ਢੂਆ ਤੋੜਤਾ ਕਿਉਂਕਿ ਇੰਨੇ ਪੈਸੇ ਲੱਗ ਜਾਂਦੇ ਸੀ, ਹੁਣ ਅਗਲੀ ਵਾਰ ਕਰਾਵਾਂਗੇ। ਨਾਲੇ ਹੁਣ ਤਾਂ ਚਲੋ ਜਵਾਕ ਵੀ 1 ਜਾਂ 2 ਹੁੰਦੇ ਆ ਮੈਕਸਿਮਮ, ਪਹਿਲਾਂ ਤਾਂ ਜਵਾਕ ਵੀ 5-5 6-6 ਹੁੰਦੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਨਾ। ਦੁੱਖ ਦੇ ਸੁੱਖ ਦੇ ਬੰਦਾ, ਕਿਉਂਕਿ ਸਾਡੇ ਰੀਤੀ ਰਿਵਾਜ ਇਦਾਂ ਦੇ ਨੇ, ਵਿਆਹ 'ਚ ਵੀ ਉਨਾ ਹੀ ਖਰਚਾ ਕਰਨਾ ਪੈਂਦਾ, ਅਗਰ ਕਿਸੇ ਦੇ ਮਰਗ ਹੋ ਗਿਆ ਤਾਂ ਸਾਡੇ ਖਰਚਾ ਉਨਾ ਹੀ ਹੋ ਜਾਂਦਾ। ਮੰਨ ਲਓ ਕੋਈ ਬਜ਼ੁਰਗ ਕੋਈ ਵਾਹਵਾ ਉਮਰ ਕੱਟ ਕੇ ਮਰਿਆ ਵਾ ਹਨਾ, ਤੇ ਉਹਨਾਂ ਦਾ ਵੱਡਾ ਕੀਤਾ ਵਾ, ਤਾਂ ਵੱਡੇ ਦੇ ਵਿੱਚ ਵੀ ਵਿਆਹ ਜਿੰਨਾ ਹੀ ਖਰਚਾ ਹੋ ਜਾਂਦਾ ਵਾ ਹਨਾ। ਲੋਕੀ ਤਾਂ ਹੀ ਗੁਰਦੀਪ ਜਦੋਂ ਰਿਸ਼ਤਾ ਵੇਖਣ ਜਾਂਦੇ ਹੁੰਦੇ ਪੁੱਛਦੇ ਹੁੰਦੇ ਸੀ ਵੀ ਮੁੰਡੇ ਦੀਆਂ ਭੈਣਾਂ ਕਿੰਨੀਆਂ ਨੇ, ਕਿਤੇ ਸਾਡੀ ਕੁੜੀ ਨਾਨਕ ਸ਼ੱਕ ਦਿੰਦੀ ਹੋਈ ਨਾ ਮਰ ਜੇ। ਹਾਂ ਬਿਲਕੁਲ। ਤੇ ਹੁਣ ਤੁਹਾਨੂੰ ਯਾਦ ਆ ਵੀ ਤੁਸੀਂ ਕੋਈ ਨਾਨਕ ਸ਼ੱਕ, ਚਲੋ ਤੁਹਾਡੇ ਵਿਆਹ 'ਚ ਵੀ ਆਈ ਹੋਣੀ ਆ, ਆਪਣੇ ਵਿਆਹਾਂ ਦੇ ਟਾਈਮ ਥੋੜਾ ਜਿਹਾ ਐਵੇਂ ਹੋ ਗਿਆ ਸੀ ਵੀ ਲੋਕੀ ਪੈਸੇ ਜੇ ਦੇਣ ਲੱਗ ਗਏ ਸੀ, ਪਰ ਤੁਹਾਨੂੰ ਪਹਿਲਾਂ ਦੀ ਕੋਈ ਨਾਨਕ ਸ਼ੱਕ ਯਾਦ? ਮੈਨੂੰ ਯਾਦ ਆ, ਕਿਉਂਕਿ ਜਿਹੜੇ ਮੇਰੇ ਮੰਮੀ ਹੋਣੀ ਨੇ ਉਹ 7 ਭੈਣ ਭਰਾ ਨੇ। 7 ਦੇ ਵਿੱਚੋਂ ਜਿਹੜੀ ਮੇਰੀ ਮਾਸੀ ਆ ਉਹ ਸਾਰੇ ਭੈਣ ਭਰਾਵਾਂ ਤੋਂ ਇੱਕ ਵੱਡੇ ਮਾਮਾ ਜੀ ਤੋਂ ਛੋਟੀ ਆ, ਤੇ ਮੇਰੇ ਮੰਮੀ ਸਭ ਤੋਂ ਛੋਟੇ ਨੇ। ਜਾਣੀ ਜਦੋਂ ਸਾਡੇ ਮਾਸੀ ਦੇ ਨਿਆਣਿਆਂ ਦੇ ਵਿਆਹ ਹੋਏ ਨੇ ਤਾਂ ਉਦੋਂ ਅਸੀਂ, ਮੈਨੂੰ ਲੱਗਦਾ ਮੈਂ 4 ਜਾਂ 5 ਸਾਲ ਦੀ ਹੋਊਂਗੀ। ਮਾਸੀ ਦੇ ਪੋਤੇ ਤਾਂ ਹੁਣ ਯੂਨੀਵਰਸਿਟੀਆਂ ਪੜ੍ਹ ਕੇ ਨੌਕਰੀਆਂ ਤੇ ਵੀ ਨੇਗੇ। ਸਾਨੂੰ ਯਾਦ ਆ ਵੀ ਜਦੋਂ ਮਾਸੀ ਦੇ ਨਿਆਣਿਆਂ ਦਾ, ਵੀਰੇ ਹੁਣਾਂ ਦਾ ਜਾਂ ਭੈਣ ਦਾ ਵਿਆਹ ਸੀਗਾ, ਹੁਣ ਤਾਂ ਆਪਦੀ ਗੱਡੀ ਲੈ ਕੇ ਬੰਦਾ ਟਾਈਮ ਸਿਰ ਜਾਂਦਾ, ਉਦੋਂ ਅਸੀਂ ਪਹਿਲਾਂ ਨਾਨਕੇ ਗਏ, ਨਾਨਕਿਓ ਫਿਰ ਮਾਸੀ ਕੋਲੇ ਜਾਣਾ ਸੀ, ਤੇ ਨਾਨਕਿਓ ਮਾਸੀ ਕੋਲੇ ਅਸੀਂ ਟਰੈਕਟਰ ਟਰਾਲੀ 'ਚ ਗਏ। ਅੱਛਾ, ਨਾਨਕ ਸ਼ੱਕ ਲੈ ਕੇ। ਹਾਂ, ਕਿਉਂਕਿ ਉਦੋਂ ਵਿਆਹ ਤੇ 2-2 3-3 ਦਿਨ ਬੰਦਾ ਰਹਿੰਦਾ ਸੀਗਾ, ਤੇ ਕੱਪੜੇ ਵੀ ਨੇ ਜਿਹੜੇ ਉਹ ਬੈਗਾਂ ਦੀ ਥਾਂ ਤੇ ਟਰੰਕਾਂ ਦੇ ਵਿੱਚ ਪਾਏ ਹੁੰਦੇ ਸੀ। ਇੱਕ ਸਾਡਾ ਟਰੰਕ, ਗਾਹਾਂ 3 ਮੇਰੀਆਂ 4 ਮਾਮੀਆਂ ਸੀਗੀਆਂ, 4 ਟਰੰਕ ਉਹਨਾਂ ਦੇ, ਟਰੰਕਾਂ ਦੇ ਉੱਤੇ ਨਿਆਣੇ ਲੱਦੇ। ਫਿਰ ਤੁਹਾਨੂੰ ਪਤਾ ਹੀ ਹੈ ਵੀ ਉਹ ਬੰਦਾ ਮਤਲਬ ਹੋਰ ਘਰ ਦੀਆਂ ਚੀਜ਼ਾਂ ਵੀ ਲੈ ਕੇ ਜਾਂਦੇ ਹੁੰਦੇ ਸੀ, ਵੀ ਜਿਹੜਾ ਸਮਾਨ ਮਤਲਬ ਆਪਣੇ ਜਿਵੇਂ ਕੋਈ ਦਾਲਾਂ ਜਾਂ ਛੋਲੇ ਉਦੋਂ ਉਗਾਏ ਜਾਂਦੇ ਸੀ ਤਾਂ ਉਹ ਵੀ ਲੋਕ ਲੈ ਜਾਂਦੇ ਹੁੰਦੇ ਸੀ। ਹਾਂ ਬਿਲਕੁਲ, ਜਿਵੇਂ ਘਰ ਦਾ ਉਦੋਂ ਸਾਰਾ ਕੁਝ ਹੁੰਦਾ ਸੀਗਾ, ਜਾਂ ਆਟਾ ਉਟਾ ਵੀ ਪੀਣ ਧਰ ਕੇ ਵੀ ਲੈ ਜਾਂਦੇ ਸੀਗੇ। ਨਾਨਕ ਸ਼ੱਕ ਦਾ ਬਾਕੀ ਚਲੋ ਪੈਸਾ ਧੇਲਾ ਜਾਂ ਕੱਪੜੇ ਉਹ ਬਾਅਦ ਦੀਆਂ ਗੱਲਾਂ ਹੁੰਦੀਆਂ ਸੀਗੀਆਂ। ਅਗਲਾ ਸਿੱਧਾ ਵੀ ਲੈ ਜਾਂਦਾ ਹੁੰਦਾ ਸੀਗਾ ਵੀ ਭਾਈ ਇੰਨੇ ਦਿਨ ਜਾਣਾ ਅਗਲਿਆਂ ਦੇ ਘਰੇ, ਉਹਨਾਂ ਦੇ ਕਿਤੇ ਅਰਥ ਲੱਗ ਜੂਗਾ, ਤਾਂ ਜਿਵੇਂ ਆਟੇ ਦੇ ਗੱਟੂ ਹੋ ਗਏ, ਪੀਣ ਹੋ ਗਿਆ, ਮਤਲਬ ਇਹ ਸਾਰਾ ਚਲੋ ਆਪਾਂ ਲੈ ਜਾਂਦੇ ਹੁੰਦੇ ਸੀਗੇ ਹਨਾ। ਉਹ ਮੈਨੂੰ ਯਾਦ ਆ ਵੀ ਨਾਨਕ ਸ਼ੱਕ, ਜਿਹੜੀ ਮੈਨੂੰ ਯਾਦ ਆ ਵੀ ਅਸਲ ਨਾਨਕ ਸ਼ੱਕ ਅਸੀਂ ਗਏ ਸੀਗੇ ਇਕੱਠੇ ਹੋ ਕੇ, 16-17 ਜੀ ਅਸੀਂ ਮਤਲਬ ਇੱਕ ਟਰਾਲੀ ਦੇ ਵਿੱਚ ਗਏ ਹਨਾ। ਤੇ ਗਾਹਾਂ ਫਿਰ ਉਹਨਾਂ ਨੇ ਉਵੇਂ ਹੀ ਸਾਡਾ ਸਵਾਗਤ ਕੀਤਾ। ਜਿਹੜਾ ਨਾਨਕੇ ਜਦੋਂ ਆਉਂਦੇ ਨੇਗੇ ਤਾਂ ਫਿਰ ਸਿੱਠਣੀਆਂ ਦੇ ਕੇ ਉਹਨਾਂ ਦਾ ਸਵਾਗਤ ਵੀ ਕਰਦੇ ਨੇ, ਵੀ ਸ਼ਗਨ ਦਿੰਦੇ ਨੇਗੇ। ਹਾਂ, ਜਦੋਂ ਆਪਾਂ ਪਹਿਲਾਂ ਅਸੀਂ ਦਰਸ਼ਕਾਂ ਨੂੰ ਇਹ ਦੱਸ ਦਈਏ ਵੀ ਪੁਰਾਣੇ ਸਮੇਂ ਦੇ ਵਿੱਚ ਨਾਨਕ ਸ਼ੱਕ ਜਦੋਂ ਲੈ ਕੇ ਜਾਂਦੇ ਹੁੰਦੇ ਸੀ, ਉਹਦੇ ਵਿੱਚ ਜ਼ਿਆਦਾਤਰ ਪਹਿਲਾ ਵਿਆਹ ਹੁੰਦਾ ਸੀ ਜਿਹੜਾ ਮਤਲਬ ਉਸ ਘਰ ਦਾ, ਉਹਦੇ ਵਿੱਚ ਨਾਨਕ ਸ਼ੱਕ ਸਭ ਤੋਂ ਜ਼ਿਆਦਾ ਦਿੱਤੀ ਜਾਂਦੀ ਸੀ। ਤੇ ਗੁਰਦੀਪ ਤੁਹਾਨੂੰ ਯਾਦ ਆ ਵੀ ਉਦੋਂ ਬਿਸਤਰੇ ਵੀ ਹੁੰਦੇ ਸੀ, ਜੇ ਕਿਸੇ ਦੀ ਪਹੁੰਚ ਹੁੰਦੀ ਸੀ ਮਤਲਬ ਉਹ ਸੋਨਾ ਵੀ ਜਿਵੇਂ 2 ਜਾਂ 3 ਤੋਲੇ ਜਿੰਨਾ ਵੀ ਪਾਉਣਾ ਹੁੰਦਾ ਸੀ ਤਾਂ ਉਹ ਸੋਨਾ ਵੀ ਲੈ ਕੇ ਜਾਂਦੇ ਹੁੰਦੇ ਸੀ। ਫਿਰ ਸਾਰੇ ਪਰਿਵਾਰ ਦੇ ਕੱਪੜੇ ਹੁੰਦੇ ਸੀ। ਫਿਰ ਉਹੀ ਜਿਵੇਂ ਆਪਾਂ ਕਹਿੰਦੇ ਨੇ ਵੀ ਦੇਸੀ ਚੀਜ਼ਾਂ ਜਿਹਦੇ ਵਿੱਚ ਹੈ ਨਾ, ਵੀ ਜੇ ਕੁਝ ਘਰ 'ਚ ਚੀਜ਼ ਜਿਹੜੀ ਵੱਧ ਉਗਾਈ ਜਾਂਦੀ ਆ ਜਾਂ ਉਸ ਘਰ 'ਚ ਜਿਹੜੀਆਂ ਜ਼ਿਆਦਾ ਚੀਜ਼ਾਂ ਹੁੰਦੀਆਂ ਸੀ ਉਹ ਵੀ ਦਿੱਤੀਆਂ ਜਾਂਦੀਆਂ ਸੀਗੀਆਂ। ਫਿਰ ਜਦੋਂ ਪਹੁੰਚਦੇ ਸੀ, ਜਿਵੇਂ ਤੁਸੀਂ ਕਿਹਾ ਵੀ ਉਹ ਫਿਰ ਸਿੱਠਣੀਆਂ ਨਾਲ ਜਾਂ ਬੋਲੀਆਂ ਨਾਲ ਉਹਨਾਂ ਦਾ ਸਵਾਗਤ ਵੀ ਕਰਦੇ ਸੀ। ਤੇ ਉਸ ਟਾਈਮ ਜਿਹੜੀ ਮੁੰਡੇ ਦੀ ਜਾਂ ਕੁੜੀ ਦੀ ਮਾਂ ਹੁੰਦੀ ਸੀ ਉਸ ਘਰ ਦੀ, ਮਤਲਬ ਉਹਨਾਂ ਦੀ ਧੀ, ਤਾਂ ਉਹ ਨਾਨਕਿਆਂ ਦਾ ਸਵਾਗਤ ਕਰਦੀ ਹੁੰਦੀ ਸੀ। ਪਹਿਲਾਂ ਤਾਂ ਤੇਲ ਚੋਇਆ ਜਾਂਦਾ ਸੀ ਕੌਲਿਆਂ ਤੇ, ਹਾਂਜੀ ਹਾਂਜੀ। ਫਿਰ ਉਹਨਾਂ ਨੂੰ ਝੋਲੀ 'ਚ ਜਿਹੜੇ 4-4 ਲੱਡੂ ਜਾਂ 6-6 ਲੱਡੂ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਸੀ। ਨਾਲ ਕਹਿੰਦੇ ਹੁੰਦੇ ਸੀ ਵੀ ਦੰਦ ਘਸਾਈ ਦਿੰਦੇ ਹੁੰਦੇ ਸੀ ਵੀ ਨਾਨਕੇ ਆਏ ਨੇ, ਹੁਣ ਉਹਨਾਂ ਦੇ ਸਾਡੇ ਘਰੇ ਰੋਟੀ ਪਾਣੀ ਖਾਣ 'ਚ ਦੰਦ ਘਸਣਗੇ। ਅੱਛਾ, ਕਿਉਂਕਿ ਮੈਨੂੰ ਇਹ ਵੀ ਲੱਗਦਾ ਹੁੰਦਾ ਵੀ ਦੰਦ ਘਸਾਈ ਸ਼ਾਇਦ ਇਸ ਲਈ ਵੀ ਦਿੱਤੀ ਜਾਂਦੀ ਹੋ ਕਿਉਂਕਿ ਹੋਰ ਕੁਛ ਜਿਹੜੇ ਮਾਪੇ ਨੇ ਕੁੜੀ ਦੇ ਘਰੋਂ ਲਿਜਾਂਦੇ ਨਹੀਂ ਸੀ ਹੁੰਦੇ, ਤਾਂ ਇੱਕ ਰਸਮ ਦੇ ਤੌਰ ਤੇ ਵੀ ਚਲੋ ਪੇਕਿਆਂ ਨੂੰ ਕੁਛ ਤਾਂ ਦਿੱਤਾ ਜਾਵੇ, ਤਾਂ ਉਹਨਾਂ ਨੂੰ ਦੰਦ ਘਸਾਈ ਦੇ ਦਿੱਤੀ ਜਾਂਦੀ ਸੀ। ਹਾਂ, ਤੇ ਸਿੱਠਣੀਆਂ ਵੀ ਹੁੰਦੀਆਂ ਸੀ। ਕਿੰਨੀਆਂ ਬੋਲੀਆਂ ਨੇ ਜਿਹੜੀਆਂ ਕਿਉਂਕਿ ਨਾਨਕਿਆਂ ਦਾ ਵਿਆਹ ਦੇ ਵਿੱਚ ਖਾਸ ਮਹੱਤਵ ਹੁੰਦਾ ਵਾ, ਉਹਨਾਂ ਦੀ ਖਾਸ ਮਤਲਬ ਪੁੱਛ ਗਿੱਛ ਵੀ ਹੁੰਦੀ ਆ ਹਨਾ। ਤਾਂ ਸਾਡੀਆਂ ਜਿੰਨੀਆਂ ਵੀ ਵਿਆਹ ਦੇ ਵਿੱਚ ਬੋਲੀਆਂ ਸੀ ਪਾਉਂਦੇ ਆ, ਤਾਂ ਬਹੁਤ ਜ਼ਿਆਦਾ ਬੋਲੀਆਂ ਜਿਹੜੀਆਂ ਉਹ ਮਾਮੇ ਮਾਮੀ ਦੇ ਨਾਲ, ਨਾਨਕਿਆਂ ਦੇ ਨਾਲ ਜੁੜੀਆਂ ਹੋਈਆਂ ਨੇ ਹਨਾ। ਜਦੋਂ ਨਾਨਕ ਸ਼ੱਕ ਨਾਨਕੇ ਲੈ ਕੇ ਆਉਂਦੇ ਨੇ ਤਾਂ ਖਾਸ ਇੱਕ ਸਾਡੇ ਬੋਲੀ ਹੁੰਦੀ ਹੈ ਕਿ ਮਾਮੀ ਕੁੜੀ ਨੇ ਸੁੱਥਣ ਸਵਾਈ, ਟੇਢੀ ਕੱਟ ਪਵਾ ਕੇ ਚੱਕ ਲੋ ਵੇ ਮੁੰਡਿਓ ਟੇਪਰ ਕਾਰਡ ਬਣਾ ਕੇ, ਜਾਂ ਫਿਰ ਮਾਮੇ ਤੇ ਮਾਮੀ ਦੀ ਲੜਾਈ ਬੋਲੀਆਂ ਦੇ ਵਿੱਚ ਦਿਖਾਈ ਜਾਂਦੀ ਸੀ। ਮਤਲਬ ਐਂ ਟਿਚਰਾਂ ਕੀਤੀਆਂ ਜਾਂਦੀਆਂ ਸੀਗੀਆਂ।
ਬਹੁਤ ਸਾਰੀਆਂ ਬੋਲੀਆਂ ਮਾਮੇ ਮਾਮੀ ਤੇ ਨਾਨਕਿਆਂ ਤੇ ਇਹ ਦੱਸਦੀਆਂ ਨੇਗੀਆਂ ਕਿ ਵਿਆਹ ਦੇ ਵਿੱਚ ਨਾਨਕਿਆਂ ਦਾ ਕਿੰਨਾ ਖਾਸ ਥਾਂ ਹੁੰਦਾ। ਫਿਰ ਮੈਨੂੰ ਪਹਿਲਾਂ ਆਪਾਂ ਗੱਲ ਕਰੀ ਸੀ ਕੁਝ ਖਾਣ ਪੀਣ ਤੇ ਵੀ ਕਹਿੰਦੇ ਰੋਕ ਦਿੱਤਾ ਜਾਂਦਾ ਸੀ। ਮਤਲਬ ਹਰ ਗੱਲ ਤੇ ਟੀਚਰ ਹੁੰਦੀ ਸੀਗੀ। ਜਿਵੇਂ ਨਾਨਕੇ ਵੀ ਕਰਦੇ ਸੀ, ਨਾਨਕੇ ਕਹਿ ਦਿੰਦੇ ਸੀਗੇ ਇੱਕ ਕੀ ਉਹ ਬੋਲੀਆਂ ਨਹੀਂ ਹੁੰਦੀਆਂ, ਇਹ ਪਿੰਡ ਛੜਿਆਂ ਦਾ ਕਿੱਥੇ ਲਾਹੇਂਗੀ, ਆਉਂਦੀ ਕੁੜੀਏ ਜਾਂਦੀ ਕੁੜੀਏ, ਚੱਕ ਲਿਆ ਟੋਕਰਾ ਕੁਛ ਅਲੱਗ, ਨੜਿਆਂ ਦਾ ਕਿੱਥੇ ਲਾਹੇਂਗੀ ਨਹੀਂ, ਇਹ ਪਿੰਡ ਛੜਿਆਂ ਦਾ, ਹਨਾ। ਤੇ ਫਿਰ ਜਿਹੜੇ ਦਾਦਕੇ ਹੁੰਦੇ ਸੀਗੇ ਉਹ ਨਾਨਕੇ ਜਦੋਂ ਖਾਣ ਪੀਣ ਲੱਗਦੇ ਸੀ ਫਿਰ ਉਹ ਮਾਮੀ ਨੂੰ ਟੀਚਰ ਕਰਦੇ ਹੁੰਦੇ ਸੀਗੇ ਕਿ ਮਾਮੀ ਥੋੜਾ ਥੋੜਾ ਖਾਈ ਨਹੀਂ ਖਰਾਬ ਹੋਏਗੀ, ਇੱਥੇ ਵੈਦ ਨਾ ਹਕੀਮ ਨਹੀਂ ਖਰਾਬ, ਮਾਮੀ ਥੋੜਾ ਥੋੜਾ ਖਾਈ ਨਹੀਂ ਬਿਮਾਰ ਹੋਏਗੀ, ਇੱਥੇ ਵੈਦ ਨਾ ਹਕੀਮ ਨਹੀਂ ਖਰਾਬ ਹੋਏਗੀ। ਮਤਲਬ ਹਰ ਗੱਲ ਦੇ ਵਿੱਚ ਪਿਆਰੀਆਂ ਪਿਆਰੀਆਂ ਟੀਚਰਾਂ ਉਹ ਚੱਲਦੀਆਂ ਰਹਿੰਦੀਆਂ ਨੇ ਵਿਆਹ 'ਚ। ਫਿਰ ਉਹ ਮਤਲਬ ਜਿਹੜੀ ਨਾਨਕ ਸ਼ੱਕ ਗੁਰਦੀ ਫਿਰ ਉਹ ਦਿਖਾਈ ਵੀ ਸਾਰੇ ਆਲੇ ਦੁਆਲੇ 'ਚ ਜਾਂਦੀ ਹੁੰਦੀ ਸੀ ਵੀ ਸ਼ਰੀਕੇ 'ਚ ਵੀ ਕੁੜੀ ਕਵੇ ਵੀ ਹਾਂ ਮੇਰੇ ਪੇਕੇ ਨੇ ਜਿਹੜੇ ਰੱਜਦੇ ਪੁੱਜਦੇ ਨੇ ਤੇ ਬਹੁਤ ਨਾਨਕ ਸ਼ੱਕ ਲੈ ਕੇ ਆਏ ਨੇ, ਹਨਾ। ਹੁਣ ਗੁਰਦੀਪ ਅੱਜ ਕੱਲ੍ਹ ਲੋਕ ਪੈਸੇ ਦੇ ਦਿੰਦੇ ਨੇ, ਹਨਾ। ਪੈਸੇ ਵੀ ਮੈਨੂੰ ਇਹੀ ਲੱਗਦਾ ਹੁੰਦਾ ਵੀ ਕਮਾਲੀ ਮਦਦ ਹੀ ਹੁੰਦੀ ਆ ਨਾਨਕ ਸ਼ੱਕ, ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਹੁਣ ਤਾਂ ਚਲੋ ਫਿਰ ਕੁੜੀਆਂ ਪੜ੍ਹ ਲਿਖ ਗਈਆਂ ਨੇ, ਕਈ ਕੁੜੀਆਂ ਮਤਲਬ ਇਹ ਵੀ ਹੋ ਗਿਆ ਵੀ ਮਾਂ ਪਿਓ ਆਪਣੀ ਮਰਜ਼ੀ ਨਾਲ ਜਾਇਦਾਦ 'ਚੋਂ ਕੁੜੀਆਂ ਨੂੰ ਹਿੱਸਾ ਦੇਣ ਲੱਗ ਗਏ ਨੇ। ਪਰ ਪੁਰਾਣੇ ਸਮਿਆਂ ਦੇ ਵਿੱਚ ਕੁੜੀਆਂ ਨੂੰ ਐਵੇਂ ਨਹੀਂ ਸੀ ਹੁੰਦਾ ਵੀ ਹਿੱਸਾ ਨਹੀਂ ਸੀ ਮੰਗਦੀਆਂ ਕੁੜੀਆਂ, ਤਾਂ ਉਹਨਾਂ ਨੂੰ ਇਹੀ ਹੁੰਦਾ ਸੀ ਵੀ ਚਲੋ ਜਦੋਂ ਤੁਹਾਡੇ ਬੱਚਿਆਂ ਦੇ ਵਿਆਹ ਹੋਣਗੇ ਤੁਹਾਨੂੰ ਵੱਡੇ ਖਰਚੇ ਆਉਣਗੇ ਜਦੋਂ, ਤਾਂ ਉਹਦੇ ਵਿੱਚ ਭਰਾ ਨੇ ਜਿਹੜੇ ਮਾਲੀ ਮਦਦ ਕਰਨਗੇ, ਹਨਾ। ਉਹਦਾ ਵੀ ਇੱਕ ਮੈਂ ਕਹਿੰਦੀ ਵੀ ਕਾਰਨ ਹੁੰਦਾ ਸੀ ਬਹੁਤ ਸਾਰੀ ਨਾਨਕ ਸ਼ੱਕ ਦੇ। ਹਾਂਜੀ, ਹੁਣ ਤਾਂ ਜਿਵੇਂ ਚਲੋ ਹੁਣ ਉਹ ਚੀਜ਼ਾਂ ਆਪਾਂ ਦਾਜ ਦੇ ਵਿੱਚ ਗਿਣਨ ਲੱਗ ਗਏ ਆ, ਲੋਕੀ ਮਤਲਬ ਉਹਨਾਂ ਚੀਜ਼ਾਂ ਦੇ ਬਹੁਤਾ ਹੱਕ 'ਚ ਨਹੀਂ ਹੁੰਦੇ ਹੈਗੇ। ਅੱਗੇ ਨਾਨਕੇ ਵੀ ਕਹਿੰਦੇ ਹੁੰਦੇ ਸੀਗੇ ਵੀ ਕੁੜੀ ਨੂੰ ਜਾਂ ਜਦੋਂ ਕੁੜੀ ਦੀ ਨਾਨਕ ਸ਼ੱਕ ਦਿੰਦੇ ਸੀਗੇ ਵੀ ਆਪਦੀ ਦੋਹਤੀ ਦੀ ਨਾਨਕ ਸ਼ੱਕ ਦਿੰਦੇ ਸੀ ਤਾਂ ਉਦੋਂ ਨਾਨਕੇ ਜਾਂ ਨਾਨਾ ਨਾਨੀ ਬਿਸਤਰਾ ਤੱਕ ਵੀ ਉਹਨੂੰ ਦਿੰਦੇ ਸੀਗੇ। ਮਤਲਬ ਕਿ ਇਹ ਤਾਂ ਸੋਚਣ ਵਾਲੀ ਗੱਲ ਆ ਵੀ ਜਿਹੜਾ ਬੰਦੇ ਨੂੰ ਲੈ ਕੇ ਚੱਲਿਆ ਬਿਸਤਰਾ ਤਾਂ ਦਊਗਾ ਗੁਰਦੀਪ। ਮੈਨੂੰ ਬਿਸਤਰੇ ਤੋਂ ਯਾਦ ਆਇਆ ਭਾਂਡੇ ਵੀ, ਹਾਂ ਮੱਝਾਂ ਵੀ ਕਹਿੰਦੇ ਲੋਕੀ ਦਿੰਦੇ ਹੁੰਦੇ ਸੀਗੇ ਵੀ, ਹਨਾ। ਮੱਝਾਂ ਵੀ ਨਾਨਕਿਆਂ ਦੇ ਘਰ ਜੇ ਕੋਈ ਚੰਗੀ ਮੱਝ ਹੁੰਦੀ ਸੀ ਤਾਂ ਉਹ ਇਹ ਵੀ ਕਹਿੰਦੇ ਹੁੰਦੇ ਸੀ ਵੀ ਇਹ ਫਲਾਣੀ ਦੋਤੀ ਦੀ ਨਾਨਕ ਸ਼ੱਕ 'ਚ ਦੇਵਾਂਗੇ, ਨਾਨਕ ਸ਼ੱਕ 'ਚ ਦੇਵਾਂਗੇ। ਤੇ ਜਦੋਂ ਮਤਲਬ ਉਹਨਾਂ ਦੀ ਦੋਤੀ ਦਾ ਵਿਆਹ ਉਦੋਂ ਬਿਸਤਰੇ ਕੀ, ਕੱਪੜੇ ਕੀ, ਹਨਾ, ਭਾਂਡੇ ਕੀ, ਤੇ ਚੂੜਾ ਜਿਹੜਾ ਅੱਜ ਕੱਲ੍ਹ ਕੁੜੀਆਂ ਆਪਾਂ ਆਪ ਹੀ ਖਰੀਦ ਲੈਂਦੀਆਂ ਉਹ ਵੀ ਖਾਸ ਤੌਰ ਤੇ ਨਾਨਕਿਆਂ ਵੱਲੋਂ ਆਉਂਦਾ ਹੁੰਦਾ ਸੀ ਕਿ ਮਾਮਾ ਚੂੜਾ ਲੈ ਕੇ ਆਇਆ। ਬਿਲਕੁਲ ਬਿਲਕੁਲ। ਤੇ ਹੋਰ ਗੁਰਦੀਪ ਤੁਹਾਨੂੰ ਕੁਝ ਯਾਦ ਹੋਣਾ ਆਪਦੇ ਵਿਆਹ ਦੀ ਨਾਨਕ ਸ਼ੱਕ ਦਾ ਵੀ ਕੁਝ ਯਾਦ ਹੋਊਗਾ? ਮੈਨੂੰ ਨਾਨਕ ਸ਼ੱਕ ਦਾ, ਕਿਉਂਕਿ ਹੁਣ ਤਾਂ ਆਪਣੀਆਂ ਨਾਨਕ ਸ਼ੱਕਾਂ ਵਾਲੀਆਂ ਮਾਡਰਨ ਹੋ ਗਈਆਂ, ਕਿਉਂਕਿ ਜਿਹੜੀਆਂ ਚੀਜ਼ਾਂ ਆਉਂਦੀਆਂ ਸੀ ਨਾਨਕ ਸ਼ੱਕ 'ਚ ਉਹ ਹੁਣ ਪੈਸਿਆਂ ਦੇ ਰੂਪ 'ਚ ਹੀ ਰਹਿ ਗਈਆਂ ਨੇ ਵੀ ਭਾਈ ਪੈਸੇ ਦੇ ਦਿਓ, ਅਗਲੇ ਨੇ ਆਪਦਾ ਕਿਤੇ ਸਾਰਨਾ ਹੋਊਗਾ ਸਾਰ ਲੂਗਾ। ਬਾਕੀ ਜੇ ਕੁੜੀ ਨੇ ਕੱਪੜੇ ਵੀ ਲੈਣੇ ਨੇ ਤਾਂ ਉਹਦੀ ਪਸੰਦ ਦੇ ਹੀ ਲੈ ਲਿਓ, ਚੂੜੇ ਦੇ ਵੀ ਸਾਰਾ ਕੁਝ ਉਹ ਵਿੱਚ ਹੀ ਕਰ ਜਾਂਦੇ ਨੇਗੇ, ਹਨਾ। ਪਰ ਫਿਰ ਵੀ ਵਿਆਹ ਦੇ ਵਿੱਚ ਅੱਜ ਵੀ ਨਾਨਕੇ ਮੇਲ ਤੋਂ ਬਿਨਾਂ, ਨਾਨਕ ਸ਼ੱਕ ਤੋਂ ਬਿਨਾਂ ਵਿਆਹ ਅਧੂਰੇ ਨੇਗੇ, ਹਨਾ। ਕਿਉਂਕਿ ਨਾਨਕਿਆਂ ਦਾ ਰੋਲ ਸਿਰਫ ਜਾਗੋ ਵਾਲੀ ਰਾਤ ਤੱਕ ਹੀ ਨਹੀਂ ਹੁੰਦਾ। ਜਦੋਂ ਵਿਆਹ ਵਾਲਾ ਜਿਹੜਾ ਦਿਨ ਹੁੰਦਾ ਉਸ ਦਿਨ ਦੀ ਸਵੇਰ ਨੂੰ ਜਿਹੜੀ ਨਹਾਈ ਧੋਈ ਹੁੰਦੀ ਆ ਤਾਂ ਉੱਥੇ ਵੀ ਨਾਨਕਿਆਂ ਦਾ ਹਾਜ਼ਰ ਹੋਣਾ ਜ਼ਰੂਰੀ ਹੁੰਦਾ। ਤਾਂ ਉੱਥੇ ਵੀ ਮਾਮਾ ਗੋਦੀਓਂ ਚੱਕ ਕੇ ਪੀੜੀਓਂ ਲਾਉਂਦਾ, ਹਨਾ, ਤੇ ਉੱਥੇ ਵੀ ਜ਼ਰੂਰੀ ਹੁੰਦਾ ਆ। ਤੇ ਆਪਾਂ ਜਾਗੋ ਵਾਲੀ ਗੱਲ ਕਰਦੇ ਹਾਂ ਹੁਣ ਵੀ, ਜਾਗੋ ਤੇ ਫਿਰ ਨਾਨਕਿਆਂ ਦਾ ਕੀ ਬਣਦਾ। ਹਾਂ ਗੁਰਦੀਪ, ਹੁਣ ਤੁਹਾਨੂੰ ਪਹਿਰਾਵੇ ਤੇ ਗੱਲ ਆਉਂਦੀ ਆ। ਪਹਿਲਾਂ ਪਹਿਰਾਵਾ ਤਾਂ ਹੁਣ ਆਪਾਂ ਦੇਖਣ ਲੱਗ ਗਏ, ਕੁੜੀਆਂ ਜਿਹੜੀਆਂ ਫਿਰ ਸ਼ੌਂਕ ਨਾਲ ਘੱਗਰੇ ਸਵਾਉਣ ਲੱਗ ਗਈਆਂ, ਹਨਾ। ਉਵੇਂ ਦੇ ਆਪਾਂ ਸੂਟ ਪਾਉਣ ਲੱਗ ਗਏ, ਟਿੱਕੇ ਸੱਗੀਆਂ ਲਾਉਣ ਲੱਗ ਗਏ ਨੇ। ਮਤਲਬ ਪਹਿਲੇ ਸਮੇਂ 'ਚ ਵੀ ਇਹੀ ਹੁੰਦਾ ਸੀਗਾ ਵੀ ਘਰਦਿਆਂ ਨੂੰ ਤਾਂ ਪਤਾ ਹੁੰਦਾ ਸੀ ਵੀ ਨਾਨਕੇ ਆ ਗਏ ਨੇ, ਨਾਨਕ ਸ਼ੱਕ ਲੈ ਕੇ ਆ ਗਏ, ਪਰ ਹੁਣ ਪਿੰਡ ਨੂੰ ਕਿਵੇਂ ਦੱਸਿਆ ਜਾਵੇ ਸਾਰੇ ਨੂੰ, ਹਨਾ। ਤਾਂ ਰਾਤ ਨੂੰ ਫਿਰ ਨਾਨਕਾ ਮੇਲ ਤੇ ਜਿਹੜਾ ਦਾਦਕਾ ਪਰਿਵਾਰ ਵੀ ਨਾਲ ਰਲ ਕੇ ਮਤਲਬ ਜਾਗੋ ਕੱਢਦੇ ਹੁੰਦੇ ਸੀਗੇ। ਭੈਣੇ ਉਦੋਂ ਪਹਿਲਾਂ ਹੋਰ ਵੀ ਤਰੀਕਾ ਹੁੰਦਾ ਸੀ ਦੱਸਣ ਦਾ, ਜਿਵੇਂ ਆਪਾਂ ਕਹਿ ਨਾ ਵੀ ਉਹਨਾਂ ਦਾ ਵੈਲਕਮ ਕਰਦੇ ਸੀ, ਦੰਦ ਘਸਾਈ ਦਿੰਦੇ ਸੀਗੇ। ਅੱਗੇ ਜਿਵੇਂ ਕਿਹਾ ਵੀ ਲੋਕੀ, ਜਿਵੇਂ ਮੈਂ ਕਿਹਾ ਸੀ ਵੀ ਟਰੈਕਟਰ ਟਰਾਲੀ ਤੇ ਅਸੀਂ ਗਏ ਸੀ, ਅੱਗੇ ਲੋਕੀ ਨਾ ਜਿਵੇਂ ਗੱਡਿਆਂ ਗੁੱਡਿਆਂ ਤੇ ਵੀ ਜਾਂਦੇ ਸੀ, ਫਿਰ ਉਹ ਜਦੋਂ ਪਿੰਡ ਦੀ ਜੂਹ ਵੜਦੇ ਸੀਗੇ ਉੱਥੋਂ ਹੀ ਗੀਤ ਗਾਉਣੇ ਸ਼ੁਰੂ ਕਰ ਦਿੰਦੇ ਸੀਗੇ। ਤਾਂ ਉੱਥੋਂ ਪਤਾ ਲੱਗ ਜਾਂਦਾ ਸੀ ਭਾਈ ਫਲਾਣਿਆਂ ਦਾ ਮੇਲ ਆ ਗਿਆ, ਹਨਾ, ਨਾਨਕੇ ਆ ਗਏ ਨੇਗੇ। ਇਹ ਵੀ ਇੱਕ ਤਰੀਕਾ ਹੁੰਦਾ ਸੀ ਦੱਸਣ ਦਾ ਵੀ ਨਾਨਕੇ ਆ ਗਏ ਨੇ, ਜਿਹੜੇ ਖਾਸ ਪ੍ਰਾਹੁਣੇ ਨੇ ਵਿਆਹ ਦੇ ਉਹ ਆ ਗਏ। ਹਾਂ। ਤੇ ਫਿਰ ਮਤਲਬ ਹੁਣ ਆਪਾਂ ਜਾਗੋ ਦੀ ਜਿਵੇਂ ਗੱਲ ਕਰ ਰਹੇ ਸੀ, ਕਹਿੰਦੇ ਹੁੰਦੇ ਸੀ ਵੀ ਵੱਡੀ ਮਾਮੀ ਨੂੰ ਜਾਗੋ ਚੁਕਾਉਂਦੇ ਹੁੰਦੇ ਸੀ ਪਹਿਲਾਂ, ਹਨਾ। ਫਿਰ ਉਹਦੇ ਤੇ ਹੁਣ ਤਾਂ ਚਲੋ ਜਾਗੋ ਬਹੁਤ ਮਾਡਰਨ ਬਣ ਗਿਆ ਨੇ। ਮੈਂ ਮਾਡਰਨ ਤੋਂ ਇੱਕ ਗੱਲ ਯਾਦ ਆ ਗਈ, ਅਸੀਂ ਇੱਕ ਦੁਕਾਨ 'ਚ ਗਏ ਖਰੀਦਦਾਰੀ ਕਰਨ, ਸਾਡੇ ਘਰੇ ਵਿਆਹ ਸੀਗਾ
ਤੇ ਉਹ ਜਿਹੜਾ ਦੁਕਾਨ ਵਾਲਾ ਭਾਈ ਸੀ ਉਹ ਆਪਣੀ ਘਰ ਵਾਲੀ ਨੂੰ ਕਹਿੰਦਾ ਵੀ ਜਾਗੋ ਚਾਰਜ ਤੇ ਲਾਤੀ। ਮੇਰਾ ਉੱਥੇ ਹੱਸ ਢਿੱਡ ਦੁਖਣ ਲੱਗ ਗਿਆ ਵੀ ਕਿੱਥੇ ਸਮਾਂ ਹੁੰਦਾ ਸੀ ਵੀ ਸਾਡੀਆਂ ਮੰਮੀ ਹੁਣੀ ਗਾਗਰਾਂ ਤੇ ਆਟੇ ਦੇ ਦੀਵੇ ਬਣਾ ਕੇ ਜਾਗੋ ਜੋ ਹੈ ਨਾ ਲੈ ਕੇ ਜਾਂਦੀਆਂ ਹੁੰਦੀਆਂ। ਉਹਦਾ ਵੀ ਰੀਜ਼ਨ ਹੁੰਦਾ ਸੀਗਾ ਕਿਉਂਕਿ ਕਹਿੰਦੇ ਵੀ ਹੁਣ ਜਾਗੋ ਹੋਣ ਦਾ ਤਾਂ ਰਿਵਾਜ ਹੈ ਨਹੀਂਗਾ, ਇਹ ਬਹੁਤ ਪਿੱਛੇ ਦਾ ਰਿਵਾਜ ਚੱਲਿਆ ਆ ਰਿਹਾ। ਉਦੋਂ ਹੁੰਦਾ ਸੀਗਾ ਵੀ ਉਦੋਂ ਬਿਜਲੀ ਇੰਨੀ ਨਹੀਂ ਹੁੰਦੀ ਸੀ, ਟਾਵੀਂ ਕਿਤੇ ਪਿੰਡ 'ਚ ਬਿਜਲੀ ਹੁੰਦੀ ਸੀ, ਬਹੁਤੇ ਤੇ ਨਹੀਂ ਹੁੰਦੀ ਸੀ। ਹੁਣ ਨੱਚਣਾ, ਜਦੋਂ ਹਨੇਰੇ 'ਚ ਨੱਚਣਾ ਵਾ ਤਾਂ ਉੱਥੇ ਚਾਨਣ ਹੋਣਾ ਵੀ ਜ਼ਰੂਰੀ ਆ। ਇਸ ਕਰਕੇ ਕਹਿੰਦੇ ਫਿਰ ਉਹ ਬਲਟੋਹੀ ਜਾਂ ਗਾਗਰ ਦੇ ਉੱਪਰ ਆਟੇ ਦਾ ਬਣਾ ਕੇ ਜਾਂ ਪਹਿਲਾਂ ਉਹਨਾਂ ਚੰਗੀ ਤਰ੍ਹਾਂ ਬਣਾ ਕੇ ਵੀ ਦੀਵੇ ਟਿਕ ਜਾਣ ਹਨਾ, ਉਹ ਲੇਅਰ ਲਾਉਂਦੇ ਸੀ ਤੇ ਉਹਦੇ ਉੱਪਰ ਆਟੇ ਦੇ ਦੀਵੇ ਫਿਰ ਸਰੋਂ ਦਾ ਤੇਲ ਪਾ ਕੇ ਜਾਲਦੇ ਸੀਗੇ। ਉਹ ਬੱਤੀਆਂ ਵੀ ਮੋਟੀਆਂ ਰੱਖੀਆਂ ਜਾਂਦੀਆਂ ਸੀ, ਦੀਵੇ ਵੱਡੇ ਰੱਖੇ ਜਾਂਦੇ ਸੀਗੇ ਤਾਂ ਕਿ 2-3 ਘੰਟੇ ਇਹਦੀ ਰੌਸ਼ਨੀ ਰਵੇ ਤਾਂ ਜਿਹੜਾ ਨੱਚਣ ਗਾਉਣ ਦਾ ਪ੍ਰੋਗਰਾਮ ਆ ਉਹ ਵਧੀਆ ਹੋ ਸਕੇ। ਹਾਂ, ਫਿਰ ਘਰਾਂ 'ਚੋਂ ਵੀ ਤੇਲ ਇਸੇ ਲਈ ਪਵਾਉਂਦੇ ਹੁੰਦੇ ਸੀ ਵੀ ਲਗਾਤਾਰ ਬੁਝੇ ਨਾ। ਹੁਣ ਤਾਂ ਨਾਲੇ ਹੁਣ ਗੁਰਦੀ ਵੈਸੇ ਵੀ ਮਾਮੀਆਂ ਸੂਟ ਹੁੰਦੇ ਨੇ ਮਹਿੰਗੇ, ਤੇਲ ਡੁੱਲਣ ਤੋਂ ਵੀ ਡਰਦੀਆਂ ਨੇ। ਨਾਲੇ ਅੱਜ ਕੱਲ ਸਾਰਿਆਂ ਨੂੰ ਕਿਸੇ ਨੂੰ ਮਾਈਗ੍ਰੇਨ ਆ, ਕਿਸੇ ਦੇ ਨਾੜ ਚੜ ਜਾਂਦੇ ਆ ਉੱਪਰ ਬਲਟੋਹੀ ਚੱਕਣ ਨੂੰ ਕੋਈ ਚੱਕਦਾ ਹੀ ਨਹੀਂ ਹੈਗਾ। ਹੁਣ ਤਾਂ ਮਤਲਬ ਹੌਲੇ ਜੀ ਇੱਕੋ ਜਾਗੋ ਆਪਾਂ ਰੈਡੀਮੇਡ ਦੁਕਾਨਾਂ ਤੋਂ ਲੈਣੇ। ਭੈਣੇ ਨਾਲੇ ਹੁਣ ਜਾਗੋਆਂ ਦਾ ਉਨਾ ਸਵਾਦ ਨਹੀਂ ਰਿਹਾ। ਅੱਗੇ ਜਦੋਂ ਆਪਾਂ ਜਾਗੋ ਕੱਢਦੇ ਹੁੰਦੇ ਸੀ, ਹੁਣ ਤਾਂ ਅਗਲਾ ਲੜਾਈ ਤੋਂ ਵੀ ਡਰ ਜਾਂਦਾ ਹਨਾ, ਲੜਾਈ ਦਾ ਡਰ ਦਾ ਮਾਰਾ ਬੰਦਾ ਕਹਿੰਦਾ ਵੀ ਘਰੇ ਗੇੜਾ ਕੱਢ ਲਓ ਹਨਾ, ਵੀ ਤਾਂ ਕਿ ਸਾਰਾ ਕੁਝ ਬਿਨਾਂ ਲੜਾਈ ਤੋਂ ਪੂਰਾ ਹੋ ਮਤਲਬ ਸੰਪੂਰਨ ਹੋ ਜਾਵੇ। ਤੇ ਅੱਗੇ ਜ਼ਰੂਰੀ ਸਮਝਦੇ ਹੁੰਦੇ ਸੀਗੇ ਵੀ ਸ਼ਰੀਕੇ ਦੇ ਘਰਾਂ 'ਚ ਜਾਗੋ ਫੇਰਨੀ, ਜਾਗੋ ਲੈ ਕੇ ਜਾਣੀ। ਤਾਂ ਤੁਸੀਂ ਦੇਖ ਲਓ ਆਪਣੇ ਦੇਖਦੇ ਕਿੰਨਾ ਬਦਲ ਗਿਆ, ਕਿੰਨਾ ਲੋਕਾਂ 'ਚ ਉਦੋਂ ਸਹਿਣਸ਼ੀਲਤਾ ਹੁੰਦੀ ਸੀਗੀ। ਲੋਕਾਂ ਦੇ ਮੰਜੇ ਤੋੜੇ ਆਉਂਦੇ ਹੁੰਦੇ ਸੀ, ਜਾਗੋ ਕੱਢਣਗੇ, ਪਨਾਲੇ ਭੰਨੇ ਆਉਂਦੇ ਹੁੰਦੇ ਸੀਗੇ, ਚੁੱਲ੍ਹੇ ਢਾਏ ਆਉਂਦੇ ਹੁੰਦੇ ਸੀਗੇ। ਮਤਲਬ ਜਿਹਦੀ ਵੀ ਕੋਈ ਚੀਜ਼ ਬਾਹਰ ਪਈ ਆ, ਹਾਂ ਲੋਕੀ ਪਹਿਲਾਂ ਹੀ ਡਰਦੇ ਮਾਰੇ ਲੁਕਾਉਣ ਲੱਗ ਜਾਂਦੇ। ਖਾਸ ਕਰਕੇ ਨਾਨਕੇ ਕਰਦੇ ਸੀਗੇ। ਤੁਹਾਨੂੰ ਪਤਾ ਪਹਿਲਾਂ ਤਾਂ ਮਤਲਬ ਗਲੀ 'ਚ ਜਿਵੇਂ ਗਰਮੀਆਂ 'ਚ ਲੋਕ ਬਾਹਰ ਮੰਜੇ ਢਾ ਲੈਂਦੇ ਹੁੰਦੇ ਸੀ, ਲੋਕਾਂ ਦੇ ਕਹਿੰਦੇ ਬਜ਼ੁਰਗਾਂ ਦੇ ਮੰਜੇ ਵੀ ਮੰਜੇ ਵੀ ਮੁੱਦੇ ਮਾਰਦੇ ਤੇ ਕੋਈ ਗੁੱਸਾ ਵੀ ਨਹੀਂ ਸੀ ਕਰਦਾ, ਕਹਿੰਦੇ ਹੁੰਦੇ ਸੀ ਭਾਈ ਨਾਨਕੇ ਆਏ ਹੋਏ ਨੇ, ਨਾਨਕੇ ਚਾਮੜੇ ਹੋਏ ਨੇ ਨਾ, ਇਹੋ ਜਿਹੀਆਂ ਗੱਲਾਂ ਕਰਦੇ ਹੁੰਦੇ ਸੀਗੇ। ਵੈਸੇ ਕਰਦੀ ਮਜ਼ਾ ਬਹੁਤ ਆਉਂਦਾ ਹੈ ਨਾ ਇਹ ਗੱਲਾਂ ਯਾਦ ਕਰ ਐਵੇਂ ਹੀ ਲੱਗਦਾ ਹੁੰਦਾ ਵੀ ਹਾਈ ਪੁਰਾਣੇ ਟਾਈਮ 'ਚ ਪਹੁੰਚ ਗਏ, ਉਵੇਂ ਦੇ ਵਿਆਹ ਕਿਉਂ ਨਹੀਂ ਦੇਖਣ ਨੂੰ ਮਿਲਦੇ। ਹਾਂਜੀ ਹਾਂ, ਤੇ ਨਾਨਕਿਆਂ ਨੂੰ ਫਿਰ ਜਾਗੋ ਦਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਛੱਜ ਕੁੱਟਣ ਦੀ ਰਸਮ ਆ ਉਹ ਵੀ ਖਾਸ ਤੌਰ ਤੇ ਅਦਾ ਕੀਤੀ ਜਾਂਦੀ ਸੀਗੀ ਕਿ ਅਸੀਂ ਜਿਹੜਾ ਉਹ ਹੁੰਦਾ ਸੀਗਾ ਵੀ ਨਾਨਕੇ ਤਾਂ ਤੋੜਦੇ ਹੁੰਦੇ ਸੀ ਵੀ ਉਹ ਆਪਦੀ ਕੁੜੀ ਦੇ ਜਿਹੜੇ ਸਹੁਰਾ ਪਰਿਵਾਰ ਉਹਨੂੰ ਦੱਸਦੇ ਹੁੰਦੇ ਸੀ ਵੀ ਸਾਡੀ ਕੁੜੀ ਦੇ ਘਰੋਂ ਅਸੀਂ ਛੱਜ ਭਰ ਕੇ ਤੋਹਫਿਆਂ ਦਾ ਲੈ ਕੇ ਆਏ ਆ, ਤੇ ਫਿਰ ਉਹ ਛੱਜ ਭੰਨੇ ਜਾਂਦੇ ਸੀ। ਤੇ ਦਾਦਕੇ ਇੰਨੇ ਚਲਾਕ ਹੁੰਦੇ ਸੀਗੇ, ਨਾਨਕਿਆਂ ਦੇ ਆਉਣ ਤੋਂ ਪਹਿਲਾਂ ਛੱਜ ਭਿਉਂ ਕੇ ਰੱਖ ਦਿੰਦੇ ਸੀ ਤਾਂ ਕਿ ਉਹ ਚੀੜਾ ਹੋ ਜਾਵੇ, ਛੇਤੀ ਟੁੱਟੇ ਨਾ ਛੇਤੀ ਹਨਾ। ਤੇ ਉੱਥੇ ਵੀ ਫਿਰ ਬੋਲੀਆਂ ਦਾ ਇੱਕ ਦੂਜੇ ਦੇ ਨਾਲ ਮੁਕਾਬਲਾ ਹੁੰਦਾ ਸੀ। ਮਤਲਬ ਲੋਕੀ ਪਹਿਲਾਂ ਏਦਾਂ ਇੰਜੋਏ ਕਰਦੇ ਸੀਗੇ ਹਰ ਇੱਕ ਚੀਜ਼ ਨੂੰ। ਹੁਣ ਤਾਂ ਆਪਾਂ ਨੂੰ ਮਤਲਬ ਇੱਕ ਦੂਜੇ ਨੂੰ ਆਪਾਂ ਦੇਖ ਕੇ ਜਰਦੇ ਹੀ ਨਹੀਂ ਹੈਗੇ, ਨਾਨਕੇ ਆ ਗਏ ਅੱਛਾ ਚੌਧਰ ਕਰਨਗੇ। ਮਤਲਬ ਅੱਗੇ ਹਰ ਇੱਕ ਰਿਸ਼ਤੇ ਨੂੰ ਮਹੱਤਵ ਦਿੱਤਾ ਜਾਂਦਾ ਸੀ। ਭੂਆ ਆ ਗਈ, ਕੁੜੇ ਮਾਸੀ ਆ ਗਈ, ਕੁੜੇ ਨਾਨਕੇ ਆ ਗਏ ਨੇ, ਇਹਨਾਂ ਨੂੰ ਬਿਠਾ ਦਿਓ, ਇਹਨਾਂ ਨੂੰ ਚਾਹ ਪਾਣੀ ਦੇ ਦਿਓ। ਲੋਕੀ ਚਾਅ ਕਰਦੇ ਹੁੰਦੇ ਸੀ। ਫਿਰ ਨਾਨਕਿਆਂ ਦਾ ਵੀ ਐ ਨਹੀਂ ਸੀ ਹੁੰਦਾ ਵੀ ਛੇਤੀ ਛੇਤੀ ਭੱਜਣਾ, ਡੰਗਰ ਵੱਛਾ ਹੁੰਦਾ ਸੀ ਜਾਂ ਉਹ ਸਿਆਣਾ ਬੰਦਾ ਕੋਈ ਘਰੇ ਛੱਡੇ ਆਉਂਦੇ ਹੁੰਦੇ ਸੀਗੇ ਜਾਂ ਮਾਮੇ ਮਾਮੀ ਚੋਂ, ਕਿਉਂਕਿ ਅੱਗੇ ਸਾਂਝੇ ਟੱਬਰ ਹੁੰਦੇ ਸੀਗੇ, 2 ਜਣੇ ਪਿੱਛੇ ਰਹਿ ਜਾਂਦੇ ਸੀਗੇ ਵੀ ਭਾਈ ਤੁਸੀਂ ਨੰਦਾਂ ਦੇ ਟਾਈਮ ਨੂੰ ਪਹੁੰਚ ਜਿਓ, ਨਹੀਂ ਹੁਣ ਅਸੀਂ 3 ਦਿਨ ਵਿਆਹ ਦੇਖਾਂਗੇ ਤੇ ਤੁਸੀਂ ਘਰੇ ਸਾਰਾ ਆਪਦਾ ਸਾਂਭ ਲਿਓ ਹਨਾ। ਫਿਰ ਉੱਥੇ ਜਾਗੋ ਵਾਲੇ ਦਿਨ ਚਲੋ ਅਗਲੇ ਦਿਨ ਵਿਆਹ ਦੀ ਰਸਮ ਅਦਾ ਹੁੰਦੀ ਸੀਗੀ ਤੇ ਫਿਰ ਉਸ ਤੋਂ ਬਾਅਦ ਤੀਜੇ ਚੌਥੇ ਦਿਨ ਨਾਨਕੇ ਜਿਹੜੇ ਜਾਂਦੇ ਹੁੰਦੇ ਸੀ ਤੇ ਐਨੇ ਬੋਰੇ ਭਰ ਭਾਜੀ ਦੇ ਲੈ ਕੇ ਗਏ ਨੇ। ਫਿਰ ਉਹਨਾਂ ਨੇ ਵੀ ਸਾਰੇ ਪਿੰਡ 'ਚ ਵੰਡਣੀ ਹੁੰਦੀ ਸੀ ਵੀ ਅਸੀਂ ਨਾਨਕ ਛਕ ਦੇ ਕੇ ਆਏ ਆ। ਅੱਗੇ ਲੋਕ ਸੰਗਦੇ ਨਹੀਂ ਸੀ ਹੁੰਦੇ, ਅੱਗੇ ਲੋਕੀ ਮੰਗ ਲੈਂਦੇ ਸੀ ਕਿਉਂਕਿ ਅੱਗੇ ਵਿਆਹ ਦੀ ਨਿਸ਼ਾਨੀ ਪਿੰਡਾਂ 'ਚ ਫਿਰਦੀ ਸੀ, ਹਲੇ ਵੀ ਬਹੁਤ ਸਾਰੇ ਪਿੰਡਾਂ 'ਚ ਫਿਰਦੀ ਹੈ। ਪਰ ਹੁਣ ਜਿਵੇਂ ਉਹ ਚੀਜ਼ਾਂ ਘਟਦੀਆਂ ਇਹਨਾਂ ਚੀਜ਼ਾਂ ਤੇ ਵੀ ਅਸਰ ਪਿਆ। ਹੁਣ ਆਪਾਂ ਜਿਹੜਾ ਸਕੇ ਜਿਹੜੇ ਚਾਚੇ ਤਾਏ ਨੇ ਉਹਨਾਂ ਦੇ ਘਰੇ ਆਪਾਂ ਕੌਲੀ ਭੇਜ ਦਿੰਦੇ ਆ, ਭਾਈ ਵਿਆਹ ਜਾ ਕੇ ਆਏ ਹਨਾ। ਅੱਗੇ ਪੂਰੇ ਮਤਲਬ ਪਿੰਡ 'ਚ ਜਾਂ ਜਿਹੜਾ ਪਿੰਡ ਛੋਟਾ ਪੂਰੇ ਪਿੰਡ 'ਚ ਫਿਰ ਜਾਂਦੀ ਸੀਗੀ, ਜਾਂ ਫਿਰ ਜਿਵੇਂ ਤੁਹਾਡੇ ਜਿਹੜੇ ਸਕੇ ਘਰ ਹੁੰਦੇ ਨੇਗੇ, ਬੰਦਾ ਉੱਥੇ ਵਿਆਹ ਤੋਂ ਆ ਕੇ ਫਿਰ ਨਿਸ਼ਾਨੀ ਭੇਜਦਾ ਵੀ ਭਾਈ ਉਹ ਫਲਾਣਿਆਂ ਦੇ ਦੋਤੇ ਦਾ ਜੋ ਦੋਤੀ ਦਾ ਵਿਆਹ ਹੋ ਕੇ ਹਟਿਆ ਵਾ, ਉਹਨਾਂ ਦੀ ਨਿਸ਼ਾਨੀ ਆਈ ਆ। ਮੰਗ ਕੇ ਲੋਕ ਲੈਂਦੇ ਸੀ ਵੀ 11 ਕਿਲੋ ਭਾਜੀ ਲੈ ਕੇ ਜਾਵਾਂਗੇ, ਨਾਨਕਿਆਂ ਦੀ ਭਾਜੀ ਆ ਜਿਹੜੀ ਇੰਨੀ ਹੋਣੀ ਚਾਹੀਦੀ ਆ। ਹਾਂ ਭਾਈ ਨਾਨਕਿਆਂ ਦੀ ਰੱਖ ਦੋ, ਜਾਂ ਭੂਆ ਵੀ ਪੂਰੇ ਅੜ ਕੇ ਲੈ ਕੇ ਜਾਂਦੀਆਂ ਸੀ ਵੀ ਇਹ 9 ਕਿਲੋ ਲੈ ਕੇ ਜਾਣੀ ਆ ਜਾਂ 11 ਕਿਲੋ ਲੈ ਕੇ ਜਾਣੀ ਆ ਹਨਾ। ਹੁਣ ਕਿਤੇ ਹੁਣ ਤਾਂ ਲੋਕੀ ਘਰੇ ਕੜਾਈਆਂ ਤੱਕ ਘਰੇ ਨਹੀਂ ਚੜਾਉਂਦੇ। ਅਗਲਾ ਕਹਿੰਦਾ ਕਿਹੜਾ ਇੰਨਾ ਝੰਜਟ ਕਰੂਗਾ, ਤੂੰ ਬਣੀ ਬਣਾਈ ਲਿਓ। ਬਿਲਕੁਲ ਨਹੀਂ ਸਹੀ ਗੱਲ। ਭੈਣੇ ਇੱਕ ਹੋਰ ਮਤਲਬ ਇੰਟਰਸਟਿੰਗ ਆ ਵੀ ਚਲੋ ਵਿਆਹ ਹੋ ਗਿਆ, ਨਾਨਕੇ ਆਪਦੇ ਘਰੇ ਚਲੇ ਗਏ, ਉਹਨਾਂ ਨੇ ਗਾਹਾਂ ਜਾ ਕੇ ਨਿਸ਼ਾਨੀਆਂ ਵੀ ਫੇਰਤੀਆਂ ਹਨਾ, ਭਾਜੀ ਫੇਰਤੀ ਆ।
ਫਿਰ ਵਿਆਹ ਤੋਂ 10 ਕੁ ਦਿਨਾਂ ਬਾਅਦ ਉਹਨਾਂ ਦੀ ਜਿਹੜੀ ਕੁੜੀ ਹੁੰਦੀ ਸੀ ਉਹ ਫੇਰ ਆਉਂਦੀ ਸੀ ਆਪਦੇ ਪੇਕੇ। ਹਾਂ ਬਿਲਕੁਲ, ਉਹ ਲੈ ਕੇ ਆਉਂਦੀ ਸੀ ਕੋਠੀ ਝਾੜ। ਕੋਠੀ ਝਾੜ ਫਿਰ ਸ਼ਗਨ ਦਿੱਤਾ ਜਾਂਦਾ ਸੀ। ਉਹ ਫੇਰ ਵੀ ਜਿਵੇਂ ਖਾਲੀ ਨਹੀਂ ਸੀ ਆਉਂਦੀ, ਫਿਰ ਵੀ ਮਤਲਬ ਖੁਰਮੇ ਪਕੌੜੀਆਂ ਭਾਜੀ ਜਿਹੜੀ ਹੁੰਦੀ ਆ, ਨਾਲ ਹੋਰ ਲੱਡੂ ਨਿੱਕ ਸੁੱਕ ਜਿੰਨੀ ਮਠਿਆਈ ਹੁੰਦੀ ਆ ਜਿਹੜੀ ਬਚੀ ਹੁੰਦੀ ਆ ਵਿਆਹ ਦੀ, ਉਹ ਲੈ ਕੇ ਆਉਂਦੀ। ਉਹਨੂੰ ਕਹਿੰਦੇ ਸੀ ਵੀ ਭੂਆ ਕੋਠੀ ਝਾੜ ਲੈ ਕੇ ਆਈ। ਹਾਂ, ਫਿਰ ਭੂਆ ਨੂੰ ਇੱਕ ਸੂਟ ਤੇ ਪੈਸੇ ਫੇਰ ਦਿੱਤੇ ਜਾਂਦੇ ਨੇਗੇ। ਸੋ ਅੱਜ ਗੱਲ ਕਰਨ ਦਾ ਸਾਡਾ ਇਹੀ ਮਕਸਦ ਸੀ, ਕਿਉਂਕਿ ਇਹ ਤਾਂ ਹੈ ਨਹੀਂਗਾ ਵੀ ਕਿਸੇ ਨੂੰ ਇਹ ਨਾ ਪਤਾ ਹੋਵੇ ਵੀ ਨਾਨਕਾ ਮੇਲ ਜਾਂ ਨਾਨਕਾ ਸ਼ੱਕ ਕੀ ਹੁੰਦੇ ਆ, ਪਰ ਕਿਤੇ ਨਾ ਕਿਤੇ ਜਿਹੜਾ ਅਸਲ ਗੱਲਾਂ ਦਾ ਸਵਾਦ ਸੀਗਾ ਜਾਂ ਜਿੱਥੇ ਸਾਡੀ ਖੁਸ਼ੀ ਸੀਗੀ, ਜਿਹੜੀਆਂ ਗੱਲਾਂ ਸਾਡੀ ਰੂਹ ਨੂੰ ਚੰਗੀਆਂ ਲੱਗਦੀਆਂ ਸੀ, ਉਹ ਅਸੀਂ ਆਪ ਹੀ ਖ਼ਤਮ ਕਰ ਲਈਆਂ ਨੇਗੀਆਂ। ਤੇ ਮੈਂ ਤਾਂ ਕਹੂੰਗੀ ਕਿ ਹੁਣ ਤੁਹਾਡੇ ਵੀ ਜਦੋਂ ਵਿਆਹ ਆ ਜਾਂ ਸਾਡੇ ਵੀ ਜਦੋਂ ਕੋਈ ਵਿਆਹ ਆ, ਅਸੀਂ ਨਾਨਕ ਸ਼ੱਕ ਤੇ ਜਾਵਾਂਗੇ। ਵੈਸੇ ਸਾਡੀ ਭੂਆ ਤਾਂ ਅਮਰੀਕਾ ਰਹਿੰਦੀ ਆ, 2 ਵਿਆਹ ਉੱਥੇ ਹੋ ਗਏ ਨੇ, 1 ਰਹਿੰਦਾ ਅਜੇ। ਜੇ ਅਸੀਂ ਕਿਤੇ ਜਾ ਪਾਏ ਜਾਂ ਅਸੀਂ ਵੈਸੇ ਕਿਤੇ ਨਾਨਕ ਸ਼ੱਕ ਗਏ ਜਾਂ ਤੁਸੀਂ ਨਾਨਕ ਸ਼ੱਕ ਗਾਹ ਨੂੰ ਕਿਤੇ ਜਾਣਾ ਹੋਇਆ, ਤਾਂ ਪ੍ਰੋਪਰ ਉਵੇਂ ਜਾਇਓ ਜਿਵੇਂ ਇੱਕ ਨਾਨਕਿਆਂ ਦਾ ਹੁੰਦਾ ਸੀਗਾ ਚਾਅ ਵੀ ਨਾਨਕੇ ਆਏ ਨੇਗੇ, ਨਾਨਕਾ ਮੇਲ ਨਾਨਕ ਸ਼ੱਕ ਲੈ ਕੇ ਆਇਆ, ਹੈ ਨਾ। ਪੂਰਾ ਇੰਜੋਏ ਕਰੀਏ ਆਪਾਂ ਉਹਨਾਂ ਚੀਜ਼ਾਂ ਨੂੰ। ਚੱਲੀਏ ਭੈਣੇ ਹੁਣ? ਚਲੋ ਗੁਰਦੀਪ। ਕਿ ਨੱਚਣਾ ਹਲੇ? ਨਹੀਂ ਚਲੋ, ਅਜੇ ਆਪਣੇ ਨਾਨਕ ਸ਼ੱਕ ਦੇਣ ਦੀ ਵਾਰੀ ਨਹੀਂ ਆਈ। ਸੋ ਬਹੁਤ ਮਿਹਰਬਾਨੀ ਕਿ ਤੁਸੀਂ ਸਾਡੇ ਇਸ ਐਪੀਸੋਡ ਨੂੰ ਵੀ ਸੁਣਿਆ। ਕਿਵੇਂ ਚੰਗਾ ਲੱਗਿਆ ਜਾਂ ਕਿਹੋ ਜਿਹੇ ਮੁੱਦਿਆਂ ਤੇ ਜਾਂ ਕਿਹੋ ਜਿਹੇ ਹੋਰ ਵਿਸ਼ਿਆਂ ਦੇ ਉੱਪਰ ਚਾਹੁੰਦੇ ਹੋ ਤੁਸੀਂ ਕਿ ਅਸੀਂ ਗੱਲ ਕਰੀਏ ਇਸ ਸਾਂਝੇ ਪਲੇਟਫਾਰਮ ਦੇ ਮਾਰਫਤ, ਤਾਂ ਉਹ ਵੀ ਸਾਨੂੰ ਜ਼ਰੂਰ ਦੱਸ ਦਿਓ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆ ਕੇ। ਮੈਨੂੰ ਤੇ ਭੈਣ ਰੁਪਿੰਦਰ ਸੰਧੂ ਹੋਰਾਂ ਨੂੰ ਅਸੀਂ ਇਜਾਜ਼ਤ ਦੇ ਦਿਓ ਫਿਲਹਾਲ ਦੇ ਲਈ। ਆਪਾਂ ਮਿਲਦੇ ਹਾਂ ਫਿਰ। ਸਤਿ ਸ਼੍ਰੀ ਅਕਾਲ ਜੀ।